ਭਰਾ ਦੇ ਗੱਲੇ ਵਿੱਚ ਟਾਇਰ ਪਾਇਆ, ਮੂੰਹ ਦੇ ਵਿੱਚ ਪੈਟਰੋਲ ਪਾਇਆ, ਉਹਨੂੰ ਅੱਛਾ ਮੂੰਹ 'ਚ ਪੈਟਰੋਲ ਪਾ ਦਿੰਦੇ ਸੀ। ਹਾਂਜੀ। ਮੂੰਹ 'ਚ ਪੈਟਰੋਲ ਪਾ ਕੇ ਤੇ ਉਹਨੂੰ ਅੱਗ ਲਗਾ ਦਿੱਤੀ। ਅੱਗ ਲਗਾ ਦਿੱਤੀ। ਦੋਨੋਂ ਭਰਾ ਤੜਫ ਰਹੇ ਸੀਗੇ, ਸਾਡੀਆਂ ਅੱਖਾਂ ਦੇ ਸਾਹਮਣੇ ਜਲ ਰਹੇ ਸੀਗੇ, ਪਾਣੀ ਲਈ ਚਰਲਾ ਰਹੇ ਸੀ, ਇਹ ਚਰਲਾ ਰਹੇ ਸੀਗੇ ਕਿ ਬਚਾਓ, ਪਰ ਸਾਡੀ ਇੰਨੀ ਹਿੰਮਤ ਨਹੀਂ ਸੀਗੀ ਅਸੀਂ ਦਰਵਾਜ਼ੇ ਬਾਹਰ ਨਿਕਲ ਕੇ ਉਹਨਾਂ ਨੂੰ ਬਚਾ ਲਵਾਂ। ਤੇ ਉਹ ਕੋਲ ਖੜੇ ਤਾਲੀਆਂ ਵਜਾ ਵਜਾ ਕੇ ਨੱਚ ਰਹੇ ਸਨ ਵੀ ਦੇਖੋ ਬਾਂਦਰ ਕੈਸੇ ਨਾਚ ਰਹਾ ਹੈ। ਇਹ ਉਹਨਾਂ ਲੋਕਾਂ ਦਾ ਕਹਿਣਾ ਸੀ ਇਹ ਬੰਦਰ ਹਨ, ਇਹ ਨੱਚਦੇ ਪਏ ਨੇ, ਇਹਨਾਂ ਦਾ ਤਮਾਸ਼ਾ ਦੇਖੋ। ਅਸੀਂ ਜਦੋਂ ਰੋਣ ਦੀ ਕੋਸ਼ਿਸ਼ ਕਰਦੀਆਂ ਸਾਂ ਤੇ ਸਾਡੀ ਨਨਾਣ ਆ ਕੇ ਸਾਡੇ ਮੂੰਹ 'ਤੇ ਅੱਗੇ ਚੁੰਨੀਆਂ ਦੇ ਦੇ ਕੇ ਕਹਿੰਦੀ ਸੀ ਆਵਾਜ਼ ਨਹੀਂ ਨਿਕਲਣੀ ਚਾਹੀਦੀ। ਇਹ ਭੀੜਾਂ ਜਦੋਂ ਆਈਆਂ ਤੇ ਜਦੋਂ ਉਹਨਾਂ ਨੇ ਇਹ ਸਾਰਾ ਮੰਜ਼ਰ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਲੋਕ ਸਾਨੂੰ ਅੱਜ ਮੱਤਾਂ ਦਿੰਦੇ ਨੇ ਕਿ 9 ਮਾਸ ਦਾ ਰਿਸ਼ਤਾ ਆ 9 ਮਾਸ ਦਾ ਰਿਸ਼ਤਾ ਸੀ ਸਾਡੇ ਨਾਲ ਤੁਹਾਡਾ, ਜਿਹੜਾ ਤੁਸੀਂ ਸਾਨੂੰ ਇਹ ਸਿਲਾ ਦਿੱਤਾ, ਸਾਨੂੰ ਸਾਡੀਆਂ ਲਾਸ਼ਾਂ ਤੇ ਸਾਡੀਆਂ ਜ਼ਿੰਦਗੀਆਂ ਸੜਦੀਆਂ ਦੇ ਉੱਤੇ ਤੁਸੀਂ ਭੰਗੜੇ ਪਾਏ, ਨੰਗੇ ਨਾਚ ਕੀਤੇ, ਫਿਰ ਵੀ ਸਾਡਾ ਜਿਗਰਾ ਵੇਖੋ। ਸਰਬੱਤ ਦੇ ਭਲੇ ਵਾਲੀ ਕੌਮ ਅੱਜ ਫਿਰ ਤੁਹਾਨੂੰ ਉਹਨਾਂ ਨੇ ਘਰ ਘਰ ਸਿਲੰਡਰ ਭੇਜੇ ਨੇ। ਇਸ ਕੌਮ ਦਾ ਤੁਸੀਂ ਕਰਜ਼ਾ ਨਹੀਂ ਲਾ ਸਕਦੇ ਕਦੀ ਵੀ ਜ਼ਿੰਦਗੀ 'ਚ। ਕਹਿੰਦੀ ਆ ਬਈ ਚਲੋ ਤੇ ਰਸਤੇ ਵਿੱਚ ਕੋਈ ਚੀਜ਼ ਵੀ ਦੇਖੋਗੇ ਤੁਸੀਂ ਚੀਕਣਾ ਨਹੀਂ ਹੈ, ਕਿਸੇ ਨੂੰ ਇਹ ਨਾ ਪਤਾ ਲੱਗੇ ਭਈ ਇਹ ਤਾਂ ਕੁੜੀਆਂ ਨਿਕਲਦੀਆਂ। ਤੇ ਅਸੀਂ ਸਭ ਤੋਂ ਪਹਿਲੇ ਜਿਹੜੇ ਮੇਰੇ 2 ਦਿਓਰ ਪਏ ਸੀਗੇ ਝੁਲਸੇ ਹੋਏ, ਅਸੀਂ ਉਹਨਾਂ ਦੀਆਂ ਲਾਸ਼ਾਂ ਦੇ ਉੱਪਰੋਂ ਦੀ ਟੱਪੇ। ਹੋ ਵਾਹਿਗੁਰੂ ਵਾਹਿਗੁਰੂ। ਫਿਰ ਪਤਾ ਨਹੀਂ ਅਸੀਂ ਰਸਤੇ ਵਿੱਚ ਕਿੰਨੀਆਂ ਲਾਸ਼ਾਂ ਦੇਖੀਆਂ, ਕਿੰਨੀਆਂ ਲਾਸ਼ਾਂ ਦੇ ਉੱਪਰੋਂ ਟੱਪੇ ਆ ਅਸੀਂ ਨਾਨਕ ਪਿਆਓ। ਮੈਂ ਕਿਹਾ ਮੇਰੇ ਹਸਬੈਂਡ ਲਾਪਤਾ ਹੈਗੇ ਆ ਬਈ ਮੈਨੂੰ ਕੋਈ ਪਤਾ ਨਹੀਂ ਕਿ ਉਹ ਹੈਗੇ ਵੀ ਹਨ ਜਾਂ ਨਹੀਂ ਹਨ, ਵੀ ਉਹ ਘਰੋਂ ਗਏ ਸੀ ਫੈਕਟਰੀ ਵਿੱਚ ਇੰਨੇ ਵਜੇ ਗਏ ਸੀ, ਮੁੜ ਕੇ ਨਹੀਂ ਆਏ ਹੈਗੇ ਆ। ਤੇ ਵੀ 2 ਦਿਓਰ ਮੇਰੇ ਉਹ ਅੱਖਾਂ ਦੇ ਸਾਹਮਣੇ ਪਈ ਸਾਡੇ ਜਿੰਦੇ ਜਲਾ ਦਿੱਤੇ। ਹੁਣ ਸਾਡਾ ਘਰ ਵੀ ਅਸੀਂ ਭਰਿਆ ਛੱਡ ਆਏ ਹਾਂ, ਪਿੱਛੇ ਜਾਵਾਂਗੇ ਪਈ ਸਾਡੇ ਘਰ ਕੁਛ ਹੋਏਗਾ ਨਹੀਂ ਹੋਏਗਾ ਸਾਨੂੰ ਕੁਛ ਪਤਾ ਨਹੀਂ ਜੀ। ਤੇ ਉਹ ਗਾਲਾਂ ਕੱਢ ਕੇ ਸਾਨੂੰ ਮਾਂ ਭੈਣ ਦੀਆਂ ਕਹਿੰਦੇ ਸਨ ਤੁਹਾਡਿਆਂ ਸਿੱਖਾਂ ਨੇ ਸਾਡੀ ਮਾਂ ਮਾਰ ਦਿੱਤੀ। ਥਾਣੇ ਵਾਲੇ ਉਹ ਕਹਿੰਦੇ ਸਨ ਤੁਹਾਡੇ ਨਾਲ ਤੇ ਜਿੰਨੀ ਤੁਹਾਡੇ ਨਾਲ ਮਤਲਬ ਬੁਰਾ ਹੋਵੇ ਉਨਾ ਹੀ ਠੀਕ ਹੈਗਾ ਵੀ ਤੁਸੀਂ ਸਾਡੀ ਮਾਂ ਨੂੰ ਮਾਰਿਆ। ਤੇ ਅਸੀਂ ਕਹਿੰਦੇ ਸੀ ਬਈ ਸਾਡਾ ਕਸੂਰ ਕੀ ਹੈਗਾ, ਅਸੀਂ ਥੋੜ੍ਹਾ ਨਾ ਤੁਹਾਡੀ ਮਾਂ ਨੂੰ ਮਾਰਿਆ ਹੈਗਾ, ਬਈ ਜੋ ਵੀ ਹੈਗਾ ਤੇ ਭਈ ਉਹਦਾ ਸਾਨੂੰ ਜਿਹੜੀ ਇਹ ਚੀਜ਼ ਹੈਗਾ ਸਾਡੇ ਨਾਲ ਜੋ ਕੁਝ ਹੋਇਆ ਹੈਗਾ ਵੀ ਇਹ ਨਹੀਂ ਹੋਣਾ ਚਾਹੀਦਾ ਸੀ, ਸਾਡੀਆਂ ਰਿਪੋਰਟਾਂ ਲਿਖੋ। ਫਿਰ ਇੱਕ ਹੋਰ ਸਭ ਤੋਂ ਵੱਡੀ ਗੱਲ ਤੁਹਾਨੂੰ ਮੈਂ ਦੱਸਾਂ ਕਿ ਉਹਨਾਂ ਨੇ ਜਿਵੇਂ ਲੈਟਰ ਪੈਡ ਨਹੀਂ ਆਪਾਂ ਛਪਾਉਂਦੇ, ਉਹਨਾਂ ਨੇ ਇੱਕ ਬੁੱਕ ਛਪਵਾ ਰੱਖੀ ਸੀਗੀ FIR ਦੀ, ਇੱਕੋ ਹੀ ਨੰਬਰ ਦੀ। ਅੱਛਾ ਇੱਕੋ ਨੰਬਰ ਦੀ, ਮੇਰਾ ਖਿਆਲ ਨਾਲ 147 ਨੰਬਰ ਹੈਗੀ ਹੈ ਸ਼ਾਇਦ FIR, 174 ਨੰਬਰ 174 FIR। ਉਹਦੇ ਤੇ ਜਾ ਕੇ ਸਾਡਾ ਨਾਮ ਲਿਖ ਦਿੰਦੇ ਸਨ ਨੀਚੇ, ਉਹ ਇੱਕ ਜਰਨਲ FIR ਸਾਨੂੰ ਕੱਟ ਕੇ ਦੇ ਦਿੰਦੇ ਸਨ, ਜਾਓ ਤੁਹਾਡੀ FIR ਹੋ ਗਈ। ਹੁਣ ਨਾ ਤੇ ਅਸੀਂ ਉੱਥੇ ਕੁਝ ਕਹਿਣ ਜੋਗੇ ਸਾਡਾ ਕੀ ਨੁਕਸਾਨ ਹੋ ਗਿਆ, ਕਿੰਨਾ ਹੋ ਗਿਆ, ਕੁਛ ਵੀ ਨਹੀਂ। ਵੀ ਉਹ ਤਾਂ ਅੱਗੋਂ ਗਲ ਪੈਂਦੇ ਸੀ। ਹਾਂ ਉਹ ਗੱਲ ਪੈਂਦੇ ਸੀ, ਗੰਦੀਆਂ ਗਾਲਾਂ ਕੱਢਦੇ ਸੀ। ਪਹਿਲੇ ਉਹਨਾਂ ਨੇ ਜਦੋਂ ਗਾਲ ਕੱਢੀ ਮੈਨੂੰ ਅੱਜ ਵੀ ਯਾਦ ਆ, ਮੈਂ ਭੱਜ ਕੇ ਬਾਹਰ ਆ ਗਈ। ਬਾਹਰ ਨਾ ਫੌਜੀ ਖੜੇ ਸੀਗੇ ਤੇ ਮੈਂ ਬਾਹਰ ਆ ਗਈ ਤੇ ਕਹਿੰਦੇ ਤੁਸੀਂ ਬਾਹਰ ਕਿਉਂ ਆਏ ਹੋ ਬੀਬੀ ਭੱਜ ਕੇ? ਮੈਂ ਕਿਹਾ ਅੰਦਰੋਂ ਗਾਲਾਂ ਕੱਢ ਰਹੇ ਆ ਸਾਨੂੰ। ਉਹ ਅੰਦਰ ਆ ਗਏ, ਫੌਜ ਵਾਲੇ ਸੀਗਾ। ਹਾਂ ਉਹ ਅੰਦਰ ਆ ਗਏ, ਉਹ ਕਹਿੰਦੇ ਹਾਂਜੀ ਦੱਸੋ ਕੀ ਗੱਲ ਆ। ਤੇ ਵੀ ਅਸੀਂ ਕਿਹਾ ਜੀ ਸਾਨੂੰ ਇਹਨਾਂ ਨੇ ਕਿਹਾ ਹੈਗਾ, ਅਸੀਂ ਸਾਰਾ ਦੱਸਿਆ, ਉਹਨਾਂ ਦੇ ਮੂੰਹ ਤੇ ਦੱਸਿਆ ਵੀ ਸਾਨੂੰ ਕਿਹਾ। ਆ ਵੀ ਹੁਣ ਇਦੋਂ ਵੱਧ ਕੀ ਇਹ ਕਰਦੇ ਜੀ ਤਾਂ ਸਾਰੇ ਮਾਰ ਦਿੱਤੇ ਇਹਨਾਂ ਨੇ। SHO ਨੂੰ ਕਹਿੰਦੇ ਨੇ ਵੀ ਤੇਰੇ ਇਲਾਕੇ ਵਿੱਚ ਕਿੰਨਾ ਨੁਕਸਾਨ ਹੋਇਆ, ਤੇ ਉਹਨੂੰ ਸ਼ਾਇਦ ਇਹ ਨਹੀਂ ਸੀ ਪਤਾ ਵੀ ਫੌਜ ਸਾਰਾ ਕੋਈ ਦੇਖ ਕੇ ਆਈ ਆ। ਸਾਨੂੰ ਨਾਨਕ ਪਿਆਓ ਤੋਂ ਫੌਜ ਹੀ ਲੈ ਕੇ ਆਈ ਸੀ FIR ਕਰਵਾਉਣ ਵਾਸਤੇ। ਤੇ ਉਹਨਾਂ ਨੂੰ ਇਹ ਨਹੀਂ ਸੀ ਪਤਾ। ਉਹ ਕਹਿੰਦੇ ਜੀ ਸਾਡੇ ਇਲਾਕੇ ਵਿੱਚ ਤੇ ਕੋਈ ਨੁਕਸਾਨ ਨਹੀਂ ਹੋਇਆ। ਮੈਨੂੰ ਅੱਜ ਵੀ ਯਾਦ ਆ ਕਿ ਉਹ ਥਾਣੇਦਾਰ ਦੇ ਕਮਾਂਡਰ ਸੀ ਜਾਂ ਕੌਣ ਸੀ, ਉਹਨਾਂ ਨੇ ਚਪੇੜ ਮਾਰੀ ਸੀ ਕਿ ਇਸ ਤੋਂ ਵੱਡਾ ਨੁਕਸਾਨ ਕੀ ਭਾਲਦੇ ਤੂੰ, ਲਾਸ਼ਾਂ ਦੇ ਢੇਰ ਲੱਗੇ ਪੈਣ, ਕਿਤੇ ਸੂਰ ਖਿੱਚਦੇ ਪੈਣ, ਕਿਤੇ ਕੁੱਤੇ ਖਿੱਚਦੇ ਪੈਣ, ਝੁਲਸੀਆਂ ਪਈਆਂ ਲਾਸ਼ਾਂ ਹੈਗੀਆਂ, ਉਹਨਾਂ ਦੀ ਸ਼ਕਲ ਪਹਿਚਾਣ ਨਹੀਂ ਆ ਰਹੀ, ਤੇ ਤੂੰ ਅਜੇ ਕਹਿੰਦੇ ਮੇਰੇ ਇਲਾਕੇ ਵੀ ਨੁਕਸਾਨ ਹੀ ਕੋਈ ਨਹੀਂ ਹੋਇਆ। ਮਤਲਬ ਟਰੈਕਟਰ ਦੇ ਵਿੱਚੋਂ ਚਰਲਾ ਰਹੀਆਂ ਸਨ ਸਾਨੂੰ ਕੋਈ ਬਚਾ ਲਵੇ, ਸਾਡਾ ਪਿਓ ਨਹੀਂ ਰਿਹਾ, ਸਾਡਾ ਭਰਾ ਨਹੀਂ ਰਿਹਾ, ਸਾਨੂੰ ਕੋਈ ਬਚਾ ਲਵੇ, ਪਰ ਉੱਥੇ ਕਿਹੜਾ ਕੋਈ ਜਾ ਕੇ ਉਹਨਾਂ ਨੂੰ ਬਚਾਵੇ, ਕੌਣ ਜਾਵੇ। ਫਿਰ 3 ਦਿਨ ਸਾਡੇ ਭੈਣ ਭਰਾ ਜਿਤਨੇ ਵੀ ਮਰੇ ਸਾਡੇ ਹੀ ਭੈਣ ਭਰਾ ਸੀ, ਸਾਡੇ ਹੀ ਬੱਚੇ ਸੀ। ਬਿਲਕੁਲ ਉਹਨਾਂ ਦੀਆਂ ਲਾਸ਼ਾਂ ਰੁੱਲੀਆਂ, ਕੁੱਤੇ ਖਿੱਚਦੇ ਰਹੇ, ਸੂਅਰ ਖਿੱਚਦੇ ਰਹੇ,
ਔਰ 3 ਦਿਨ ਚੌਥੇ ਦਿਨ ਜਦੋਂ ਆਰਮੀ ਆਈ ਆ ਉਹਨਾਂ ਨੇ ਮਿਊਨਿਸਪੈਲਿਟੀ ਦੀਆਂ ਗੱਡੀਆਂ ਬੁਲਾਈਆਂ ਬੇਲਚਿਆਂ ਦੇ ਨਾਲ, ਕਈਆਂ ਦੇ ਨਾਲ, ਉਹ ਲਾਸ਼ਾਂ ਇਕੱਠੀਆਂ ਕਰਕੇ ਉਹਨਾਂ ਨੇ ਪਤਾ ਨਹੀਂ ਕਿੱਥੇ ਜਾ ਕੇ ਉਹਨਾਂ ਦੇ ਸੰਸਕਾਰ ਕੀਤਾ। ਸਾਨੂੰ ਤੇ ਇਹਨਾਂ ਜ਼ਾਲਮਾਂ ਨੇ ਇੰਨਾ ਟਾਈਮ ਹੀ ਨਹੀਂ ਦਿੱਤਾ ਅਸੀਂ ਆਪਣੇ ਭੈਣ ਭਰਾਵਾਂ ਦੇ ਸੰਸਕਾਰ ਕਰ ਲਵਾਂ, ਅਸੀਂ ਉਹਨਾਂ ਨੂੰ ਬੈਠ ਕੇ ਰੋ ਲਵਾਂ, ਅਸੀਂ ਉਹਨਾਂ ਦੇ ਕੋਈ ਪਾਠ ਰਖਾਵਾਂ, ਕੋਈ ਕੁਝ ਕਰਾਂ। ਇਹਨਾਂ ਨੇ ਸਾਨੂੰ ਕੋਈ ਟਾਈਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਗੁਰਬਾਣੀ ਅਖੰਡ ਬਾਣੀ ਚੈਨਲ ਤੇ। ਮੈਂ ਹਾਂ ਬਖਸ਼ੀਸ਼ ਸਿੰਘ। 37 ਵਰੇ ਹੋ ਗਏ ਨੇ ਇੱਕ ਬਹੁਤ ਵੱਡੀ ਜਿਹੜੀ ਪੀੜ ਆ, ਜਿਹੜਾ ਦੁਖਾਂਤ ਆ ਸਿੱਖ ਕੌਮ ਦਾ, ਸਿੱਖ ਧਰਮ ਨਾਲ ਜੋ ਹੋਇਆ। ਇਸ ਪੀੜ ਚੋਂ ਦੁਨੀਆ ਦੀਆਂ ਬਹੁਤ ਕੌਮਾਂ ਜਿਹੜੀਆਂ ਨੇ ਬੇਸ਼ੱਕ ਇਹ ਪੀੜ ਨਾ ਝੱਲਦੀਆਂ ਹੋਈਆਂ ਖਾਤਮੇ ਵੱਲ ਨੂੰ ਵਧੀਆਂ ਨੇ, ਪਰ ਸਿੱਖ ਕੌਮ, ਸਿੱਖ ਧਰਮ, ਸਿੱਖ ਪੰਥ ਇਹ ਨਿਆਰਾ ਪੰਥ ਆ। ਗੁਰੂ ਨਾਨਕ ਸਾਹਿਬ ਦੀ ਸਿੱਖੀ ਆ, ਬਹੁਤ ਵੱਡੇ ਦਰਦ ਝੱਲ ਕੇ ਵੀ ਫੇਰ ਉੱਠ ਖੜੀ ਹੁੰਦੀ ਆ। ਜਿਵੇਂ ਬੜਾ ਵੱਡਾ ਇੱਕ ਮਹਾਂਵਾਕ ਆ, ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਦੂਣ ਸਵਾਏ ਵਾਲੀ ਜਿਹੜੀ ਗੱਲ ਆ ਇਹ ਸਿੱਖ ਕੌਮ 'ਤੇ ਬਰਾਬਰ ਢੁੱਕਦੀ ਆ ਕਿ ਦੂਣ ਸਵਾਏ ਹੋ ਕੇ ਉਸ ਹਕੂਮਤ ਨਾਲ ਹਰ ਤਰ੍ਹਾਂ ਦਾ ਹਿਸਾਬ ਸਿੱਖ ਪੰਥ ਨੇ ਕੀਤਾ ਆ। ਤੇ ਅੱਜ 37 ਸਾਲ ਪੂਰੇ ਹੋ ਗਏ ਆ ਸਿੱਖ ਕਤਲੇਆਮ ਨੂੰ, ਜਿਹਨੂੰ UN ਦੇ ਵਿੱਚ ਵੀ ਇਸ ਗੱਲ ਦੀ ਮਾਨਤਾ ਦਿੱਤੀ ਗਈ ਆ ਕਿ ਇਹ ਵਾਕਈ ਇੱਕ ਕਤਲੇਆਮ ਸੀ, ਨਰਸੰਹਾਰ ਸੀ, ਕਿਸੇ ਕੌਮ ਦੀ ਨਸਲਕੁਸ਼ੀ ਸੀ, ਜਿਹੜੀ ਅੱਜ ਤੱਕ ਹਿੰਦ ਹਕੂਮਤ ਮੰਨਣ ਲਈ ਤਿਆਰ ਨਹੀਂ। ਪਰ ਦੁਨੀਆ ਦੀ ਵਾਹਦ ਸਭ ਤੋਂ ਵੱਡੀ ਜਿਹੜੀ ਪਾਵਰ ਆ UN, ਉਹਦੇ ਵਿੱਚ ਵੀ ਇਹ ਮਤਾ ਪ੍ਰੋਪਰਲੀ ਪਾਇਆ ਗਿਆ ਕਿ ਇਹ ਕਤਲੇਆਮ ਸੀਗਾ, ਜਿਹਨੂੰ ਅੱਜ ਵੀ ਹਿੰਦ ਸਰਕਾਰ ਦੀਆਂ ਜਿਹੜੀਆਂ ਅਖਬਾਰਾਂ ਨੇ, ਜਿਹੜਾ ਗੋਦੀ ਮੀਡੀਆ ਆ, ਉਹ ਅਜੇ ਵੀ ਦੰਗਾ ਸ਼ਬਦ ਹੀ ਵਰਤਦਾ। ਉਹਨਾਂ ਨੂੰ UN ਦੀ ਵੀ ਕੋਈ ਪਰਵਾਹ ਨਹੀਂ ਕਿ UN ਨੇ ਕੀ ਮਤਾ ਪਾਸ ਕੀਤਾ ਜਾਂ ਸਾਡੇ ਲਈ ਕੀ ਸਟੇਟਮੈਂਟ ਦਿੱਤੀ ਹੈ, ਕੋਈ ਮਾਇਨੇ ਨਹੀਂ ਰੱਖਦਾ। 31 ਅਕਤੂਬਰ ਦਾ ਅੱਜ ਦਿਨ ਆ। 31 ਅਕਤੂਬਰ ਜਿਹੜਾ ਆ ਉਹ ਸਵੇਰ ਦੇ 9:32-35 ਦੇ ਉੱਤੇ ਜਿਹੜਾ ਅਕਾਲ ਤਖਤ ਸਾਹਿਬ ਦੇ ਉੱਤੇ ਹਿੰਦ ਹਕੂਮਤ ਵੱਲੋਂ, ਭਾਰਤੀ ਰਾਣੀ ਵੱਲੋਂ ਹਮਲਾ ਕੀਤਾ ਗਿਆ। ਸਾਡੇ ਤਖਤ ਨੇਸ ਤੋਂ ਨਮੂਦ ਕਰ ਦਿੱਤੇ ਗਏ। 37 ਗੁਰਧਾਮਾਂ ਦੇ ਵਿੱਚ ਆਰਮੀ ਵਾੜ ਕੇ ਤੇ ਉਹਨਾਂ ਦੀ ਨਰਾਦਰੀ ਕੀਤੀ ਗਈ। ਗੁਰੂ ਗ੍ਰੰਥ ਸਾਹਿਬ ਤੱਕ ਜਿਹੜੇ ਸਨ ਉਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਬੱਚੇ ਸ਼ਹੀਦ ਕਰ ਦਿੱਤੇ ਗਏ, ਸਿੰਘ ਸ਼ਹੀਦ ਕਰਤੇ, ਬੀਬੀਆਂ ਸ਼ਹੀਦ ਕਰ ਦਿੱਤੀਆਂ। ਦੁੱਧ ਚੁੰਗਦੇ ਬੱਚਿਆਂ ਨੂੰ ਦੋਨਾਂ ਪਾਸਿਓਂ ਫੜ ਕੇ ਆਰਮੀ ਨੇ ਪਾੜਿਆ, ਕੰਧਾਂ ਨਾਲ ਮਾਰ ਕੇ ਸਾਡੇ ਬੱਚਿਆਂ ਨੂੰ ਕਤਲ ਕੀਤਾ। ਇਹ ਇੰਤਹਾ ਸੀ ਜ਼ੁਲਮ ਦੀ ਜੋ ਜੂਨ 1984 ਵਿੱਚ ਹੋਈ। ਉਸ ਤੋਂ ਬਾਅਦ ਸਿੱਖ ਕੌਮ, ਸਿੱਖ ਧਰਮ ਦੇ ਜੁਝਾਰੂਆਂ ਨੇ ਇਹ ਠਾਣ ਲਈ ਕਿ ਸਾਡੇ ਤਖਤਾਂ ਤੇ ਸਾਡੇ ਜਿਹੜਾ ਰੂਹਾਨੀਅਤ ਦਾ ਕੇਂਦਰ ਆ ਦਰਬਾਰ ਸਾਹਿਬ, ਉਹਨੂੰ ਢਾਹ ਢੇਰੀ ਕਰਨ ਵਾਲੀ ਨੂੰ ਉਸੇ ਤਰੀਕੇ ਨਾਲ ਹੀ ਢਹਿ ਢੇਰੀ ਕਰ ਦਿੱਤਾ ਜਾਊਗਾ। ਸੋ ਇਸ ਤਰੀਕੇ ਨਾਲ ਅੱਜ ਦੇ ਦਿਨ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਤੇ ਭਾਈ ਕੇਰ ਸਿੰਘ ਹੋਣਾ ਨੇ ਜਿਹੜੀ ਕੌਮ ਸਿਰ ਭਾਜੀ ਚਾੜੀ ਸੀ, ਉਹ ਦੂਣੀ ਕਰਕੇ ਦਿੱਲੀ ਦੀ ਰਾਣੀ ਨੂੰ ਮੋੜ ਦਿੱਤੀ ਗਈ। 31 ਅਕਤੂਬਰ ਸਵੇਰੇ 9:30 ਵਜੇ ਜਦੋਂ 9:30 ਵਜੇ ਤਿਆਰ ਹੋ ਕੇ ਭਾਰਤ ਦੀ ਰਾਣੀ ਨਿਕਲਦੀ ਆ ਤੇ ਦੋ ਸਿੰਘ ਉਹਨੂੰ ਸੋਧਾ ਲਾਉਂਦੇ ਆ। ਉਸ ਤੋਂ ਬਾਅਦ ਉਸ ਦੇ ਬੇਟੇ ਰਾਜੀਵ ਗਾਂਧੀ ਨੇ ਇੱਕ ਬਿਆਨ ਦਿੱਤਾ ਕਿ ਖੂਨ ਕਾ ਬਦਲਾ ਖੂਨ। ਇਹਦੇ ਵਿੱਚ ਬਹੁਤ ਵੱਡੇ ਹਿੰਦ ਹਕੂਮਤ ਦੇ ਲੀਡਰਾਂ, ਕਾਂਗਰਸ ਦੇ ਲੀਡਰਾਂ ਜਾਂ ਜਿੰਨੇ ਵੀ ਉਸ ਕੌਮ ਨਾਲ ਸੰਬੰਧਿਤ ਲੋਕ ਸਨ, ਉਹਨਾਂ ਨੇ ਉਹਨਾਂ ਭੀੜਾਂ ਦੀ ਅਗਵਾਈ ਕੀਤੀ ਤੇ ਚੁਣ ਕੇ ਸਾਡੇ ਬੱਚਿਆਂ ਨੂੰ, ਸਾਡੀਆਂ ਬੀਬੀਆਂ ਨੂੰ, ਸਾਡੇ ਘਰਾਂ ਦੀ ਨਿਸ਼ਾਨਦੇਹੀ ਕਰਕੇ, ਜੈਲਨਸ਼ੀਰ ਪਾਊਡਰ ਪਾ ਕੇ ਹਰ ਤਰ੍ਹਾਂ ਦਾ ਸਾਡੇ ਉੱਤੇ ਅਜਮਾਇਸ਼ ਕੀਤੀ ਗਈ। ਸਾਡੇ ਨਾਲ, ਸਾਡੀਆਂ ਬੇਟੀਆਂ ਨਾਲ ਬਲਾਤਕਾਰ ਹੋਏ, ਬਜ਼ੁਰਗ ਮਾਤਾ ਨਾਲ ਹੋਏ, ਸਾਡੀਆਂ ਧੀਆਂ ਨਾਲ ਹੋਏ, ਸਾਡੇ ਬਜ਼ੁਰਗਾਂ ਨੂੰ ਗਲਾਂ 'ਚ ਟਾਇਰ ਪਾ ਕੇ ਸਾੜ ਦਿੱਤਾ ਗਿਆ। ਇਹ ਨੰਗਾ ਨਾਚ 3 ਤੋਂ 4 ਦਿਨ ਚੱਲਦਾ ਰਿਹਾ। ਦੱਸਣ ਵਾਲੇ ਦੱਸਦੇ ਹਨ ਕਿ 31 ਅਕਤੂਬਰ ਨੂੰ ਦਿਨ ਦੇ ਕੋਈ 12 ਤੋਂ 1 ਵਜੇ ਹੀ ਜਿਵੇਂ ਕਨਸੋਆਂ ਬਾਹਰ ਆਈਆਂ ਕਿ ਭਾਰਤੀ ਪ੍ਰਧਾਨ ਮੰਤਰੀ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ, ਉਸ ਤਰੀਕੇ ਨਾਲ ਸਿੱਖਾਂ ਤੋਂ ਬਦਲੇ ਦੀ ਭਾਵਨਾ ਨਾਲ ਜਿਵੇਂ ਉਹਨਾਂ ਦੀਆਂ ਪ੍ਰਾਪਰਟੀਆਂ, ਉਹਨਾਂ ਦੀ ਜ਼ਿੰਦਗੀ, ਉਹਨਾਂ ਦੇ ਸਾਹ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਉਹ ਸਾਰੀਆਂ ਗੱਲਾਂ ਆਪਾਂ
ਅੱਜ ਲੁਧਿਆਣੇ ਵਿੱਚ ਬੀਬੀ ਜੀ ਨਾਲ ਕਰਦੇ ਹਾਂ, ਉਹਨਾਂ ਨੂੰ ਪੁੱਛਦੇ ਹਾਂ ਕਿ ਉਹ ਕੀ ਹਾਲਾਤ ਸਨ, ਉਹ ਕੀ ਮੰਜ਼ਰ ਸੀ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਆਪ ਜੀ ਦਾ ਨਾਂ ਕੀ ਆ? ਮੈਂ ਗੁਰਦੀਪ ਕੌਰ। ਭੈਣ ਜੀ ਤੁਹਾਡੀ ਜਿਹੜੀ ਰਿਹਾਇਸ਼ ਸੀ ਉਹ ਕਿੱਥੇ ਸੀਗੀ ਜੀ? ਸਾਡੀ ਰਿਹਾਇਸ਼ ਸੀਗੀ ਮੰਗੋਲਪੁਰੀ। ਮੰਗੋਲਪੁਰੀ, ਹਾਂਜੀ। ਫੈਕਟਰੀ ਸੀਗੀ ਸਾਡੀ ਕੀਰਤੀ ਨਗਰ ਤੇ ਗੋਦਾਮ ਸੀਗਾ ਸਾਡਾ ਮਾਇਆਪੁਰ। ਮਾਇਆਪੁਰੀ। ਤੇ ਇਹ ਤੁਹਾਨੂੰ ਕਿਸ ਸਮੇਂ ਪਤਾ ਲੱਗਾ ਤੇ ਕਦੋਂ ਇਹ ਸਾਰਾ ਜਿਹੜਾ ਮੰਜ਼ਰ ਸ਼ੁਰੂ ਹੋਇਆ ਕਤਲੇਆਮ ਦਾ? ਸਾਨੂੰ ਦਿਨੇ ਜਦੋਂ ਇਹ ਚੀਜ਼ ਤੇ ਟੀਵੀ ਤੇ ਆ ਗਈ, ਰੇਡੀਓ ਤੇ ਆ ਗਈ ਕਿ ਇੰਦਰਾ ਗਾਂਧੀ ਨੂੰ ਗੋਲੀ ਲੱਗ ਗਈ, ਉਹ ਤੋਂ ਬਾਅਦ ਜਿਹੜੇ ਬੰਦੇ ਸੀਗੇ ਉਹ ਘਰਾਂ ਵਿੱਚੋਂ ਜਾ ਚੁੱਕੇ ਸੀ, ਆਪਣੇ ਫੈਕਟਰੀਆਂ ਵਿੱਚ, ਕੰਮਾਂ ਕਾਰਾਂ ਤੇ ਸਾਰੇ ਕਿਤੇ। ਸਵੇਰ ਦੇ ਟਾਈਮ ਅਗਰ ਪਤਾ ਲੱਗਦਾ ਤੇ ਘਰਾਂ ਵਿੱਚ ਹੀ ਸ਼ਾਇਦ ਹੁੰਦੇ, ਪਰ ਉਸ ਟਾਈਮ ਤੱਕ ਘਰਾਂ ਦੇ ਵਿੱਚੋਂ ਸਾਰੇ ਜਾ ਚੁੱਕੇ ਸੀਗੇ ਜੀ। ਪਰ ਅਸੀਂ 1 ਨਵੰਬਰ ਨੂੰ ਉਸ ਦਿਨ ਤੇ ਚਲੋ ਐ ਹੁੰਦਾ ਰਿਹਾ ਕਿ ਜੁੜ ਕੇ ਲੋਕੀ ਖੜੇ ਹੁੰਦੇ ਸਨ, ਗੱਲਾਂ ਕਰਦੇ ਸਨ, ਸਾਡੀ ਮਾਂ ਮਾਰ ਦਿੱਤੀ, ਹੁਣ ਸਾਨੂੰ ਇਹਦਾ ਬਦਲਾ ਨਹੀਂ ਲੈਣਾ ਚਾਹੀਦਾ, ਸਾਨੂੰ ਐ ਕਰਨਾ ਚਾਹੀਦਾ। ਉਹ ਫਿਰ ਉਦੋਂ ਤੱਕ ਵੀ ਸਾਨੂੰ ਸ਼ਾਮ ਤੱਕ ਇਹ ਚੀਜ਼ ਨਹੀਂ ਸੀਗੀ ਵੀ ਸਾਡੇ ਨਾਲ ਕੋਈ ਇਹੋ ਜਿਹੀ ਅਣਹੋਣੀ ਹੋ ਜਾਏਗੀ ਜੀ। ਪਰ 1 ਨਵੰਬਰ ਨੂੰ ਜੋ ਉੱਥੇ ਕਤਲੇਆਮ ਸ਼ੁਰੂ ਹੋਇਆ, ਜੋ ਦਿੱਲੀ ਜਲਣੀ ਸ਼ੁਰੂ ਹੋਈ, ਤੁਸੀਂ ਦੇਖੋ ਕਿ ਰਾਤ ਜਦੋਂ ਰਾਜੀਵ ਗਾਂਧੀ ਨੇ ਸਹੁੰ ਚੁੱਕੀ ਆ ਪ੍ਰਧਾਨ ਮੰਤਰੀ ਬਣਨ ਦੀ ਜੀ, ਉਸ ਤੋਂ ਬਾਅਦ ਇਹਨਾਂ ਦੀ ਇੱਕ ਮੀਟਿੰਗ ਹੋਈ। ਮੀਟਿੰਗ ਦੇ ਵਿੱਚ ਇਹ ਸੱਜਣ ਕੁਮਾਰ, ਜਗਦੀਸ਼ ਟਾਈਟਲ, ਅਜੇ ਮਾਖਨ, ਹੋਰ ਕਈ HKL ਭਗਤ, ਅਰਜਨ ਦਾਸ, ਉਹ ਮਰ ਗਿਆ, ਹਾਂ ਅਰਜਨ ਦਾਸ, ਇਹ ਸਾਰੇ ਹੀ ਜਾਣੀ ਕਿ ਤੁਸੀਂ ਦੇਖੋ ਭਈ ਇਹ ਸਾਰੇ ਉਸ ਮੀਟਿੰਗ ਦੇ ਵਿੱਚ ਸ਼ਾਮਲ ਸਨ। ਉੱਥੇ ਇਹਨਾਂ ਨੇ ਪੂਰਾ ਮਤਲਬ ਤੈਅ ਕਰ ਲਿਆ ਕਿ ਅਸੀਂ ਸਿੱਖਾਂ ਦਾ ਜਿਹੜਾ ਹੈਗਾ ਇਹ ਨਸਲ ਖੁਸ਼ੀ ਕਰਨੀ ਹੈਗੀ ਆ, ਕੋਈ ਸਿੱਖ ਬਚਣਾ ਨਹੀਂ ਚਾਹੀਦਾ। ਅੱਛਾ, ਉਸ ਮੀਟਿੰਗ ਦੇ ਵਿੱਚ ਹੁਣ ਇਹਨਾਂ ਨੇ ਸਿੱਖਾਂ ਦੀ ਪਹਿਚਾਣ ਕਿਵੇਂ ਹੋਵੇ ਕਿ ਅਗਰ ਇੱਕ ਮਹੱਲੇ ਦੇ ਵਿੱਚ 10 ਘਰ ਸਿੱਖਾਂ ਦੇ ਨਾਲ 20 ਘਰ ਹਿੰਦੂਆਂ ਦੇ ਵੀ ਹਨ। ਫਿਰ ਇਹਨਾਂ ਨੇ ਇੱਕ ਵੋਟਰ ਸੂਚੀਆਂ ਮੰਗਵਾਈਆਂ, ਉਹਦੇ ਵਿੱਚ ਇਹਨਾਂ ਨੇ ਨਿਸ਼ਾਨਦੇਹੀ ਕੀਤੀ ਕਿ ਕਿਹੜੇ ਘਰ ਦੇ ਵਿੱਚ ਕਿਹੜਾ ਸਿੱਖ ਰਹਿੰਦਾ ਜੀ। ਉਹ ਤੋਂ ਬਾਅਦ ਅਗਲੇ ਦਿਨ ਜਦੋਂ 1 ਨਵੰਬਰ ਨੂੰ ਇਹਨਾਂ ਨੇ, ਤੁਸੀਂ ਦੇਖ ਲਓ ਕਿ ਦਿੱਲੀ ਦੇ ਵਿੱਚ ਬਸ 200-250 ਬੰਦੇ ਦਾ ਹਜੂਮ ਆਉਂਦਾ ਸੀਗਾ, ਹਰ ਇੱਕ ਮਹੱਲੇ ਦੇ ਵਿੱਚ ਅਲੱਗ-ਅਲੱਗ। ਅੱਛਾ, ਅਲੱਗ-ਅਲੱਗ ਮਹੱਲਿਆਂ 'ਚ ਅਲੱਗ-ਅਲੱਗ ਹਜੂਮ ਆਉਂਦਾ ਹੈ? ਬਿਲਕੁਲ, ਅਲੱਗ-ਅਲੱਗ ਹਜੂਮ ਆਉਂਦਾ ਸੀ। ਸਾਡੇ ਮਹੱਲੇ ਦੇ ਵਿੱਚ ਜਿਵੇਂ ਅਸੀਂ ਕੋਈ ਮੇਰਾ ਖਿਆਲ ਆ 1 ਵਜੇ ਦਾ ਟਾਈਮ ਹੋਇਆ ਹੋਣਾ, ਮੇਰਾ ਦਿਨੇ 1 ਵਜੇ, ਦਿਨੇ 1 ਵਜੇ ਦਾ, 1 ਤਰੀਕ ਨੂੰ, 1 ਨਵੰਬਰ ਨੂੰ ਹਾਂਜੀ। ਅਸੀਂ ਇਹ ਸੋਚਿਆ ਕਿ ਹੁਣ ਮਤਲਬ ਜਿਵੇਂ ਦਿੱਲੀ ਜਲਣੀ ਸ਼ੁਰੂ ਹੋ ਗਈ ਆ, ਅੱਗਾਂ ਲੱਗਣੀਆਂ ਸ਼ੁਰੂ ਹੋ ਗਈਆਂ, ਮਾਰ ਕਾਟ ਸ਼ੁਰੂ ਹੋ ਗਈ ਹੈ, ਚਲੋ ਫਟਾਫਟ ਰੋਟੀਆਂ ਰਾਟੀਆਂ ਖਾ ਕੇ ਤੇ ਆਪਣੇ ਦੇਖੀਏ ਬਈ ਕੀ ਕਰਨਾ ਹੈਗਾ। ਤੇ ਮੇਰੇ 2 ਦਿਓਰ ਸਨ, ਅਸੀਂ ਰੋਟੀ ਖਾਣ ਬੈਠੇ ਹਾਂ। ਉਹਨਾਂ ਨੇ ਮੇਰਾ ਖਿਆਲ ਆ ਅਜੇ ਮੈਨੂੰ ਅੱਜ ਵੀ ਯਾਦ ਆ, ਰਾਜਮਾ ਤੇ ਚਾਵਲ ਬਣੇ ਹੋਏ ਆ, ਉਹਨਾਂ ਨੇ ਉਹ ਚਮਚ ਹਲੇ ਮੂੰਹ ਦੇ ਵਿੱਚ ਗਈ ਨਹੀਂ ਆ ਤੇ ਇੰਨੀ ਚਿਰ ਬਾਹਰ ਹਜੂਮ ਆ ਗਿਆ। 200-250 ਬੰਦਾ ਸੀਗਾ, ਲੀਡਰ ਉਹਨਾਂ ਦੀ ਅਗਵਾਈ ਕਰ ਰਹੇ ਸਨ। ਤੇ ਉਹ ਮੇਰਾ ਛੋਟਾ ਦਿਓਰ ਜਿਹੜਾ ਹੈਗਾ ਉਹ ਭੱਜ ਕੇ ਬਾਹਰ ਨਿਕਲਿਆ ਵੀ ਦੇਖਾਂ ਕੀ ਹੋ ਗਿਆ, ਵੀ ਸਾਡੇ ਵੱਲ ਤੇ ਨਹੀਂ ਆਇਆ ਕੋਈ। ਉਹ ਬਾਹਰ ਗਿਆ, ਉਹਨਾਂ ਨੇ ਉਹਨੂੰ ਉਸੇ ਟਾਈਮ ਉਹਨੂੰ ਖਿੱਚ ਕੇ ਗੱਲੇ ਤੋਂ ਧੂ ਕੇ ਉਹਦੇ ਮੂੰਹ ਦੇ ਵਿੱਚ ਪੈਟਰੋਲ ਪਾ ਕੇ ਉਹਨੂੰ ਅੱਗ ਲਗਾ ਦਿੱਤੀ। ਹੁਣ ਉਹ ਜਦੋਂ ਚੱਲਣ ਲੱਗਾ, ਉਹਦੀ ਵਿਆਹਿਆ ਹੋਇਆ ਸੀਗਾ, ਹੁਣ ਮੈਨੂੰ ਉਮਰ ਦਾ ਇੰਨਾ ਮਤਲਬ ਯੰਗ ਸੀ, ਕੋਈ ਬੱਚਾ 22 ਸਾਲਾਂ ਦਾ, ਹਾਂ ਬੱਚਾ ਸੀਗਾ। ਅੱਛਾ, ਉਹਨਾਂ ਦੀ ਬੇਟੀ ਸੀਗੀ। ਤੇ ਜਿਹੜਾ ਵੱਡਾ ਭਰਾ ਸੀਗਾ ਉਹ ਚਰਲਾਉਣ ਲੱਗਾ, ਮੈਨੂੰ ਬਚਾ ਲਓ। ਹੁਣ ਭਰਾ ਹੈਗੇ, ਦੇਖੋ ਸਾਹਮਣੇ ਬੈਠਾ ਭਰਾ, ਤੇ ਇਹ ਸੋਚ ਵੀ ਨਹੀਂ ਸਕਦਾ ਭਈ ਮੈਂ ਬਾਹਰ ਨਾ ਜਾਵਾਂ। ਭਰਾ ਚਲਾ ਗਿਆ ਤੇ ਭਰਾ ਨੇ ਕਿਹਾ ਭਈ ਇਹਦਾ ਕੀ ਕਸੂਰ, ਤੁਸੀਂ ਇਹਨੂੰ ਐ ਕੀਤਾ? ਉਹ ਕਹਿੰਦੇ ਇੱਧਰ ਆ ਜਾ, ਤੈਨੂੰ ਦੱਸਦੇ ਆ। ਭਰਾ ਦੇ ਗੱਲੇ ਵਿੱਚ ਟਾਇਰ ਪਾਇਆ, ਮੂੰਹ ਦੇ ਵਿੱਚ ਪੈਟਰੋਲ ਪਾਇਆ ਉਹਨੂੰ। ਅੱਛਾ, ਮੂੰਹ 'ਚ ਪੈਟਰੋਲ ਪਾ ਦਿੰਦੇ ਸੀ? ਹਾਂ, ਮੂੰਹ 'ਚ ਪੈਟਰੋਲ ਪਾ ਕੇ ਤੇ ਉਹਨੂੰ ਅੱਗ ਲਗਾ ਦਿੱਤੀ। ਦੋਨੋਂ ਭਰਾ ਤੜਫ ਰਹੇ ਸੀਗੇ, ਸਾਡੀਆਂ ਅੱਖਾਂ ਦੇ ਸਾਹਮਣੇ ਜਲ ਰਹੇ ਸੀਗੇ, ਪਾਣੀ ਲਈ ਚਰਲਾ ਰਹੇ ਸੀ, ਚਰਲਾ ਰਹੇ ਸੀਗੇ ਕਿ ਬਚਾਓ। ਪਰ ਸਾਡੀ ਇੰਨੀ ਹਿੰਮਤ ਨਹੀਂ ਸੀਗੀ, ਅਸੀਂ ਦਰਵਾਜ਼ੇ ਬਾਹਰ ਨਿਕਲ ਕੇ ਉਹਨਾਂ ਨੂੰ ਬਚਾ ਲਵਾਂ। ਸਾਡੀ ਨਨਾਣ ਸੀਗੀ, ਬਜ਼ੁਰਗ ਸੀਗੀ, ਵੱਡੀ ਉਮਰ ਸੀ, ਬਜ਼ੁਰਗ ਵੀ ਨਹੀਂ ਸੀ, ਵੱਡੀ ਉਮਰ ਸੀਗੀ। ਤੇ ਉਹ ਕਹਿੰਦੇ ਸਨ ਭਈ ਬਾਹਰ ਨਹੀਂ ਜਾਣਾ ਤੁਸੀਂ, ਭਈ ਆਪਣੀਆਂ ਇੱਟਾਂ ਬਚਾ ਲਓ। ਅਭੀ ਜਿਹੜੇ ਹਾਲਾਤ ਨੇ ਉਹ ਹਾਲਾਤ ਐਵੇਂ ਦੇ ਨੇ, ਦੇਖੋ ਉਹ ਵੱਡੇ ਸਨ, ਉਹਨਾਂ ਨੂੰ ਸਭ ਕੁਝ ਪਤਾ ਸੀਗਾ, ਪਰ ਸਾਨੂੰ ਉਸ ਟਾਈਮ ਇਹ ਸਮਝ ਨਹੀਂ ਸੀ ਆ ਰਹੀ ਵੀ ਸਾਨੂੰ ਇਹ ਚੀਜ਼ ਕਿਉਂ ਕਹਿ ਰਹੇ ਨੇ, ਇੱਜ਼ਤ ਬਚਾ ਲਓ। ਇਹ ਸਾਨੂੰ ਬਾਅਦ ਵਿੱਚ ਪਤਾ ਲੱਗਿਆ ਕੈਂਪਾਂ ਵਿੱਚ ਜਾ ਕੇ ਭਈ ਕਿਉਂ ਕਹਿ ਰਹੇ ਸੀਗੇ।
ਫਿਰ ਉਸ ਤੋਂ ਬਾਅਦ ਉਹ ਉੱਥੇ ਤੜਫ ਕੇ ਉੱਥੇ ਖਤਮ ਹੋ ਗਏ। ਅਸੀਂ ਜਦੋਂ ਚੀਕਦੀਆਂ ਆਪਣੇ ਘਰ ਦੇ ਸਾਹਮਣੇ? ਬਿਲਕੁਲ ਜੀ, ਦਰਵਾਜ਼ੇ ਦੇ ਬਾਹਰ, ਜਿਵੇਂ ਆ ਮੰਨ ਲਓ ਆ ਦਰਵਾਜ਼ਾ ਆ ਇੱਥੇ ਸਾਡੀਆਂ ਅੱਖਾਂ ਦੇ ਸਾਹਮਣੇ। ਤੇ ਉਹ ਕੋਲ ਖੜੇ ਤਾਲੀਆਂ ਵਜਾ ਕੇ ਨੱਚ ਰਹੇ ਸਨ ਵੀ ਦੇਖੋ ਬਾਂਦਰ ਕੈਸੇ ਨਾਚ ਰਹਾ ਹੈ। ਇਹ ਉਹਨਾਂ ਲੋਕਾਂ ਦਾ ਕਹਿਣਾ ਸੀ ਇਹ ਬੰਦਰ ਹਨ, ਇਹ ਨੱਚਦੇ ਪਏ ਨੇ, ਇਹਨਾਂ ਦਾ ਤਮਾਸ਼ਾ ਦੇਖੋ। ਅਸੀਂ ਜਦੋਂ ਰੋਣ ਦੀ ਕੋਸ਼ਿਸ਼ ਕਰਦੀਆਂ ਸਾਂ ਤੇ ਸਾਡੀ ਨਨਾਣ ਆ ਕੇ ਸਾਡੇ ਮੂੰਹ 'ਤੇ ਅੱਗੇ ਚੁੰਨੀਆਂ ਦੇ ਕੇ ਕਹਿੰਦੀ ਸੀ ਆਵਾਜ਼ ਨਹੀਂ ਨਿਕਲਣੀ ਚਾਹੀਦੀ। ਇਹ ਭੀੜਾਂ ਜਦੋਂ ਆਈਆਂ ਤੇ ਜਦੋਂ ਉਹਨਾਂ ਨੇ ਇਹ ਸਾਰਾ ਮੰਜ਼ਰ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਲੋਕ ਸਾਨੂੰ ਅੱਜ ਮੱਤਾਂ ਦਿੰਦੇ ਨੇ ਕਿ 9 ਮਾਸ ਦਾ ਰਿਸ਼ਤਾ ਆ 9 ਮਾਸ ਦਾ ਰਿਸ਼ਤਾ ਸੀ ਸਾਡੇ ਨਾਲ ਤੁਹਾਡਾ, ਜਿਹੜਾ ਤੁਸੀਂ ਸਾਨੂੰ ਇਹ ਸਿਲਾ ਦਿੱਤਾ, ਸਾਨੂੰ ਸਾਡੀਆਂ ਲਾਸ਼ਾਂ ਤੇ ਸਾਡੀਆਂ ਜ਼ਿੰਦਗੀਆਂ ਸਾੜਦੀਆਂ ਦੇ ਉੱਤੇ ਤੁਸੀਂ ਭੰਗੜੇ ਪਾਏ, ਨੰਗੇ ਨਾਚ ਕੀਤੇ, ਫਿਰ ਵੀ ਸਾਡਾ ਜਿਗਰਾ ਵੇਖੋ। ਸਰਬੱਤ ਦੇ ਭਲੇ ਵਾਲੀ ਕੌਮ, ਅੱਜ ਫਿਰ ਤੁਹਾਨੂੰ ਉਹਨਾਂ ਨੇ ਘਰ ਘਰ ਸਿਲੰਡਰ ਭੇਜੇ ਨੇ। ਇਸ ਕੌਮ ਦਾ ਤੁਸੀਂ ਕਰਜ਼ਾ ਨਹੀਂ ਲਾ ਸਕਦੇ ਕਦੀ ਵੀ ਜ਼ਿੰਦਗੀ 'ਚ ਜੀ। ਰਾਤ ਫਿਰ ਅਸੀਂ ਅੰਦਰ ਹੀ ਬੈਠੇ ਰੋਈ ਗਏ, ਕਲਪੀ ਗਏ। ਮੇਰੇ ਹਸਬੈਂਡ ਵੀ ਉਹ ਫੈਕਟਰੀ ਜਾ ਚੁੱਕੇ ਸੀਗੇ ਕੀਰਤੀ ਨਗਰ। ਸਾਨੂੰ ਉਹਨਾਂ ਦਾ ਵੀ ਸੀਗਾ ਵੀ ਉਹ ਮੁੜ ਕੇ ਆਉਣਗੇ ਕਿ ਨਹੀਂ। ਬਿਲਕੁਲ। ਪਰ ਉਹ ਜਦੋਂ ਆਏ ਉਹਨਾਂ ਨੂੰ ਰਸਤੇ ਦੇ ਵਿੱਚ ਮਾਰ ਕੇ ਸਿੱਟ ਗਏ। ਪਰ ਉਹ ਜਿਹਨੂੰ ਪਰਮਾਤਮਾ ਬਚਾਵੇ ਉਹਨੂੰ ਕੌਣ ਮਾਰੇ। ਪਰ ਉਹ ਉਸ ਟਾਈਮ ਅਗਰ ਮਰ ਜਾਂਦੇ ਤਾਂ ਮੇਰੇ ਖਿਆਲ ਨਾਲ ਸ਼ਾਇਦ ਚੰਗਾ ਹੁੰਦਾ। ਉਹਨਾਂ ਦੀ ਆਹ ਕਮਰ ਦੀ ਹੱਡੀ ਟੁੱਟ ਗਈ। ਉਹਨਾਂ ਨੂੰ ਜਦੋਂ 2 ਘੰਟੇ ਬਾਅਦ ਕਿਤੇ ਹੋਸ਼ ਆਈ ਆ ਤੇ ਕੋਈ ਬੰਦਾ ਨਿਕਲ ਰਿਹਾ ਸੀ, ਚਰਲਾਏ ਹੋਣਗੇ ਭਈ ਕੀ ਹੋ ਗਿਆ, ਬਚਾਓ। ਉਹ ਚੁੱਕ ਕੇ ਮੈਡੀਕਲ ਲੈ ਗਿਆ। ਸਾਨੂੰ 1 ਹਫ਼ਤੇ ਬਾਅਦ ਪਤਾ ਲੱਗਿਆ ਭਈ ਉਹ ਜਿੰਦੇ ਆ। ਮੈਂ ਉਹਨਾਂ ਦੀ ਰਿਪੋਰਟ ਵੀ ਕੀਤੀ ਜਾ ਕੇ ਭਈ ਮੇਰੇ ਹਸਬੈਂਡ ਮਿਲ ਨਹੀਂ ਰਹੇ। ਫਿਰ ਉਹ ਦਿੱਲੀ ਮੈਡੀਕਲ ਉਹਨਾਂ ਦਾ ਇਲਾਜ ਹੋਇਆ। ਤੁਸੀਂ ਦੇਖੋ 35 ਸਾਲ ਉਹ ਜਿੰਦੇ ਬੈੱਡ 'ਤੇ ਰਹੇ ਨੇ। ਪਿਛਲੇ ਸਾਲ ਉਹਨਾਂ ਦੀ ਡੈਥ ਹੋਈ ਆ। ਅੱਛਾ, ਹੁਣ ਜਿਹੜਾ ਦਿੱਲੀ ਅਸੀਂ ਫਿਰ ਰਾਤ 8 ਵਜੇ ਤੇ ਮੇਰੀ ਨਨਾਣ ਕਹਿੰਦੀ ਆ ਉਹਨੇ ਨਾ ਸਾਨੂੰ ਜਿਵੇਂ ਕੀ ਨਾਂ ਸੀਗਾ ਤੁਹਾਡੇ ਹਸਬੈਂਡ ਦਾ? ਸਰਦਾਰ ਪ੍ਰਤਾਪ ਸਿੰਘ। ਮੇਰੀ ਨਨਾਣ ਕਹਿੰਦੀ ਆ ਵੀ ਹੁਣ ਇੱਥੋਂ ਚੱਲੋ। ਤੇ ਨਾਨਕ ਪਿਆਓ ਸਾਡੇ ਰਿਸ਼ਤੇਦਾਰ ਸੀਗੇ, ਗ੍ਰੰਥੀ ਸਿੰਘ ਸੀਗੇ, ਉਹਨਾਂ ਦੇ ਕੋਲ ਵੀ ਅਸੀਂ ਉੱਥੇ ਚਲੇ ਜਾਂਦੇ ਹਾਂ ਗੁਰਦੁਆਰੇ ਸਾਹਿਬ ਜੀ। ਤੇ ਨਨਾਣ ਕਹਿੰਦੀ ਆ ਉਹਨੇ ਨਾ ਸਾਨੂੰ ਜਿਵੇਂ ਘਰਾਂ ਵਿੱਚ ਚਾਦਰਾਂ ਨਹੀਂ ਹੁੰਦੀਆਂ, ਜਿਵੇਂ ਪੁਰਾਣੀਆਂ ਚਾਦਰਾਂ ਆਪਾਂ ਰੱਖ ਦਿੰਦੇ ਆ ਵੀ ਕੋਈ ਕਿਸੇ ਕੰਮ ਆ ਜਾਂਦੇ ਨੇ ਕਿਸੇ, ਹੈ ਨਾ, ਜਾਂ ਬੰਦਾ ਦੇ ਦਿੰਦਾ ਕਿਸੇ ਨੂੰ। ਉਹ ਚਾਦਰਾਂ ਕੱਢ ਕੇ ਉਹਨੇ ਨਾ ਸਾਡੇ ਸਾਰੇ ਸਿਰ ਮੂੰਹ ਲਪੇਟ ਕੇ ਬਸ ਅੱਖਾਂ ਹੀ ਸਾਡੀਆਂ ਨੰਗੀਆਂ ਛੱਡ ਕੇ ਤੇ ਕਹਿੰਦੀ ਆ ਬਈ ਚਲੋ ਤੇ ਰਸਤੇ ਵਿੱਚ ਕੋਈ ਚੀਜ਼ ਵੀ ਦੇਖੋਗੇ ਤੁਸੀਂ ਚੀਕਣਾ ਨਹੀਂ ਹੈ, ਕਿਸੇ ਨੂੰ ਇਹ ਨਾ ਪਤਾ ਲੱਗੇ ਭਈ ਇੱਥੋਂ ਕੁੜੀਆਂ ਨਿਕਲਦੀਆਂ ਨੇ। ਤੇ ਅਸੀਂ ਸਭ ਤੋਂ ਪਹਿਲੇ ਜਿਹੜੇ ਮੇਰੇ 2 ਦਿਓਰ ਪਏ ਸੀਗੇ ਝੁਲਸੇ ਹੋਏ, ਅਸੀਂ ਉਹਨਾਂ ਦੀਆਂ ਲਾਸ਼ਾਂ ਦੇ ਉੱਪਰੋਂ ਦੀ ਟੱਪੇ। ਹੋ ਵਾਹਿਗੁਰੂ ਵਾਹਿਗੁਰੂ। ਫਿਰ ਪਤਾ ਨਹੀਂ ਅਸੀਂ ਰਸਤੇ ਵਿੱਚ ਕਿੰਨੀਆਂ ਲਾਸ਼ਾਂ ਦੇਖੀਆਂ, ਕਿੰਨੀਆਂ ਲਾਸ਼ਾਂ ਦੇ ਉੱਪਰੋਂ ਟੱਪੇ ਆ ਅਸੀਂ ਨਾਨਕ ਪਿਆਓ। ਪਰ ਜਦੋਂ ਨਾਨਕ ਪਿਆਓ ਗਏ ਉੱਥੇ ਤਾਂ ਦੁਨੀਆ ਇਕੱਠੀ ਹੋਈ ਪਈ ਸੀ। ਸਾਨੂੰ ਨਹੀਂ ਸੀ ਪਤਾ ਸੀ ਕਿ ਇੱਥੇ ਕੈਂਪ ਲੱਗ ਗਿਆ, ਲੋਕੀ ਇੱਥੇ ਆ ਗਏ ਆ, ਉੱਜੜ ਕੇ ਆ। ਅਸੀਂ ਉੱਥੇ ਚਲੇ ਗਏ। ਫਿਰ ਉੱਥੇ 1 ਤਰੀਕ ਨੂੰ ਹੀ 1 ਤਰੀਕ ਨੂੰ, ਹਾਂ ਅਸੀਂ 1 ਤਰੀਕ ਨੂੰ ਕੈਂਪ ਚਲੇ ਗਏ ਸੀ। ਫਿਰ 3 ਤਰੀਕ ਤੱਕ 4 ਤਰੀਕ ਤੱਕ ਉੱਥੇ ਜਿਹੜੇ ਬੰਦੇ ਆਉਂਦੇ ਸਨ ਉਹ ਜਨਾਨੀਆਂ ਰੋਂਦੀਆਂ ਸਨ, ਇੱਕ ਦੂਜੇ ਨੂੰ ਦਿਲਾਸਾ ਦੇਣੀਆਂ ਸਨ, ਚੁੱਪ ਹੋ ਜਾ ਭੈਣ, ਮੇਰੇ ਘਰ ਦੇ ਤੇ ਮਰ ਗਏ, ਮੇਰੇ ਘਰ ਦਾ ਕੁਛ ਵੀ ਨਹੀਂ ਰਿਹਾ, ਮੇਰਾ ਆਹ ਮਰ ਗਿਆ। ਜਾਣੀ ਕਿ ਉੱਥੇ ਉਹ ਚੀਜ਼ਾਂ ਸੁਣ ਕੇ ਨਾ, ਮੈਂ ਉਸ ਟਾਈਮ ਬਹੁਤ ਛੋਟੀ ਸਾਂ, ਮੇਰਾ 68 ਦਾ ਜਨਮ ਆ, ਮੈਂ ਬਹੁਤ ਛੋਟੀ ਸਾਂ। ਪਰ ਜਾਣੀ ਕਿ ਮੈਨੂੰ ਉਹ ਚੀਜ਼ਾਂ ਨਾ ਮੈਂ ਕਹਿੰਦੀ ਹਾਂ ਮੈਂ ਮਰ ਵੀ ਜਾਊਂਗੀ, ਮੇਰੇ ਦਿਲ ਵਿੱਚੋਂ ਨਹੀਂ, ਦਿਮਾਗ ਵਿੱਚੋਂ ਨਹੀਂ ਨਿਕਲਣਗੀਆਂ। ਅਸੀਂ ਫਿਰ ਤੁਸੀਂ ਦੇਖੋ 3 ਦਿਨਾਂ ਬਾਅਦ 4 ਦਿਨਾਂ ਬਾਅਦ ਜਦੋਂ ਫੌਜ ਆਈ ਆ, ਫੌਜ ਇਹਨਾਂ ਨੇ 4 ਦਿਨਾਂ ਬਾਅਦ ਲਾਈ। ਹਾਂ, ਫੌਜ 3 ਦਿਨਾਂ ਬਾਅਦ ਆ ਗਈ ਸੀਗੀ, ਪਰ ਇਹਨਾਂ ਨੇ ਇਲਾਕਿਆਂ ਵਿੱਚ ਨਹੀਂ ਜਾਣ ਦਿੱਤੀ ਫੌਜ। ਫਿਰ ਚੌਥੇ ਦਿਨ ਫੌਜ ਨੇ ਵਿਰੋਧ ਕੀਤਾ ਕਿ ਜਦੋਂ ਸਾਨੂੰ ਬੁਲਾਇਆ ਹੈਗਾ ਸਾਨੂੰ ਇਲਾਕਿਆਂ ਵਿੱਚ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ। ਫਿਰ ਫੌਜ ਇਲਾਕਿਆਂ ਵਿੱਚ ਗਈ। ਉਦੋਂ ਫਿਰ ਅਸੀਂ ਗਏ ਸੀਗੇ ਮੰਗੋਲਪੁਰੀ ਥਾਣੇ ਰਿਪੋਰਟ ਲਿਖਾਉਣ ਵਾਸਤੇ। ਮੇਰੀਆਂ 2 ਦਰਾਣੀਆਂ ਵੀ ਜਿਨ੍ਹਾਂ ਦੇ ਘਰ ਵਾਲਿਆਂ ਦੀ ਡੈਥ ਹੋ ਗਈ ਸੀ ਉਹ ਵੀ ਗਈਆਂ ਸਨ, ਮੈਂ ਵੀ ਗਈ ਸੀ। ਅਸੀਂ ਜਾ ਕੇ ਉੱਥੇ ਰਿਪੋਰਟਾਂ ਲਿਖਾਈਆਂ। ਤੇ ਉੱਥੇ ਜਦੋਂ ਅਸੀਂ ਥਾਣੇ ਗਏ, ਪਹਿਲੀ ਗੱਲ ਤੇ ਸਾਨੂੰ ਥਾਣੇ ਵਾਲਿਆਂ ਨੇ ਸਾਡੇ ਨਾਲ ਇੰਨੀ ਬਦਸਲੂਕੀ ਕੀਤੀ। ਅੱਛਾ, ਤੇ ਉਹਨਾਂ ਨੇ ਸਾਨੂੰ ਉਹ ਦੱਸੋ ਉਹਨਾਂ ਨੇ ਕੀ ਕਿਹਾ ਤੁਹਾਨੂੰ, ਕੀ ਗੱਲ ਉੱਥੇ ਉਹਨਾਂ ਨੇ ਸਾਨੂੰ ਬੜੀਆਂ ਗਾਲਾਂ ਕੱਢੀਆਂ। ਕੀ ਕਹਿੰਦੇ ਹਨ?
ਅਸੀਂ ਕਿਹਾ ਵੀ ਸਾਡੇ ਨਾਲ ਇਸ ਤਰ੍ਹਾਂ ਮੈਂ ਕਿਹਾ ਮੇਰੇ ਹਸਬੈਂਡ ਲਾਪਤਾ ਹੈਗੇ ਆ ਵੀ ਮੈਨੂੰ ਕੋਈ ਪਤਾ ਨਹੀਂ ਵੀ ਉਹ ਹੈਗੇ ਵੀ ਹਨ ਜਾਂ ਨਹੀਂ ਹਨ, ਵੀ ਉਹ ਘਰੋਂ ਗਏ ਸੀ ਫੈਕਟਰੀ ਵਿੱਚ ਇੰਨੇ ਵਜੇ ਗਏ ਸੀ, ਮੁੜ ਕੇ ਨਹੀਂ ਆਏ ਹੈਗੇ ਆ। ਤੇ ਵੀ 2 ਦਿਓਰ ਮੇਰੇ ਉਹ ਅੱਖਾਂ ਦੇ ਸਾਹਮਣੇ ਪਈ ਸਾਡੇ ਜਿੰਦੇ ਜਲਾ ਦਿੱਤੇ। ਹੁਣ ਸਾਡਾ ਘਰ ਵੀ ਅਸੀਂ ਭਰਿਆ ਛੱਡ ਆਏ ਹਾਂ, ਪਿੱਛੇ ਜਾਵਾਂਗੇ ਪਈ ਸਾਡੇ ਘਰ ਕੁਛ ਹੋਏਗਾ ਨਹੀਂ ਹੋਏਗਾ ਸਾਨੂੰ ਕੁਛ ਪਤਾ ਨਹੀਂ। ਤੇ ਉਹ ਗਾਲਾਂ ਕੱਢ ਕੇ ਸਾਨੂੰ ਮਾਂ ਭੈਣ ਦੀਆਂ ਕਹਿੰਦੇ ਸਨ ਤੁਹਾਡਿਆਂ ਸਿੱਖਾਂ ਨੇ ਸਾਡੀ ਮਾਂ ਮਾਰ ਦਿੱਤੀ। ਥਾਣੇ ਵਾਲੇ ਉਹ ਕਹਿੰਦੇ ਸਨ ਤੁਹਾਡੇ ਨਾਲ ਤੇ ਜਿੰਨੀ ਤੁਹਾਡੇ ਨਾਲ ਮਤਲਬ ਬੁਰਾ ਹੋਵੇ ਉਨਾ ਹੀ ਠੀਕ ਹੈਗਾ ਵੀ ਤੁਸੀਂ ਸਾਡੀ ਮਾਂ ਨੂੰ ਮਾਰਿਆ। ਤੇ ਅਸੀਂ ਕਹਿੰਦੇ ਸੀ ਬਈ ਸਾਡਾ ਕਸੂਰ ਕੀ ਹੈਗਾ, ਅਸੀਂ ਥੋੜਾ ਨਾ ਤੁਹਾਡੀ ਮਾਂ ਨੂੰ ਮਾਰਿਆ ਹੈਗਾ, ਬਈ ਜੋ ਵੀ ਹੈਗਾ ਤੇ ਭਈ ਉਹਦਾ ਸਾਨੂੰ ਜਿਹੜੀ ਇਹ ਚੀਜ਼ ਹੈਗਾ ਸਾਡੇ ਨਾਲ ਜੋ ਕੁਝ ਹੋਇਆ ਹੈਗਾ ਵੀ ਇਹ ਨਹੀਂ ਹੋਣਾ ਚਾਹੀਦਾ ਸੀ, ਸਾਡੀਆਂ ਰਿਪੋਰਟਾਂ ਲਿਖੋ। ਫਿਰ ਇੱਕ ਹੋਰ ਸਭ ਤੋਂ ਵੱਡੀ ਗੱਲ ਤੁਹਾਨੂੰ ਮੈਂ ਦੱਸਾਂ ਕਿ ਉਹਨਾਂ ਨੇ ਜਿਵੇਂ ਲੈਟਰ ਪੈਡ ਨਹੀਂ ਆਪਾਂ ਛਪਾਉਂਦੇ, ਉਹਨਾਂ ਨੇ ਇੱਕ ਬੁੱਕ ਛਪਵਾ ਰੱਖੀ ਸੀਗੀ FIR ਦੀ, ਇੱਕੋ ਹੀ ਨੰਬਰ ਦੀ। ਅੱਛਾ, ਇੱਕੋ ਨੰਬਰ ਦੀ। ਮੇਰਾ ਖਿਆਲ ਨਾਲ 147 ਨੰਬਰ ਹੈਗੀ ਹੈ ਸ਼ਾਇਦ FIR, 174 ਨੰਬਰ 174 FIR। ਉਹਦੇ ਤੇ ਜਾ ਕੇ ਸਾਡਾ ਨਾਮ ਲਿਖ ਦਿੰਦੇ ਸਨ ਨੀਚੇ, ਉਹ ਇੱਕ ਜਰਨਲ FIR ਸਾਨੂੰ ਕੱਟ ਕੇ ਦੇ ਦਿੰਦੇ ਸਨ, ਜਾਓ ਤੁਹਾਡੀ FIR ਹੋ ਗਈ। ਹੁਣ ਨਾ ਤੇ ਅਸੀਂ ਉੱਥੇ ਕੁਝ ਕਹਿਣ ਜੋਗੇ, ਸਾਡਾ ਕੀ ਨੁਕਸਾਨ ਹੋ ਗਿਆ, ਕਿੰਨਾ ਹੋ ਗਿਆ, ਕੁਛ ਵੀ ਨਹੀਂ। ਵੀ ਉਹ ਤਾਂ ਅੱਗੋਂ ਗੱਲ ਪੈਂਦੇ ਸੀ। ਹਾਂ, ਉਹ ਗੱਲ ਪੈਂਦੇ ਸੀ, ਗੰਦੀਆਂ ਗਾਲਾਂ ਕੱਢਦੇ ਸਨ। ਪਹਿਲੇ ਉਹਨਾਂ ਨੇ ਜਦੋਂ ਗਾਲ ਕੱਢੀ ਮੈਨੂੰ ਅੱਜ ਵੀ ਯਾਦ ਆ, ਮੈਂ ਭੱਜ ਕੇ ਬਾਹਰ ਆ ਗਈ। ਬਾਹਰ ਨਾ ਫੌਜੀ ਖੜੇ ਸੀਗੇ ਤੇ ਮੈਂ ਬਾਹਰ ਆ ਗਈ ਤੇ ਕਹਿੰਦੇ ਤੁਸੀਂ ਬਾਹਰ ਕਿਉਂ ਆਏ ਹੋ ਬੀਬੀ ਭੱਜ ਕੇ? ਮੈਂ ਕਿਹਾ ਅੰਦਰੋਂ ਗਾਲਾਂ ਕੱਢ ਰਹੇ ਆ ਸਾਨੂੰ। ਉਹ ਅੰਦਰ ਆ ਗਏ, ਫੌਜ ਵਾਲੇ ਸੀਗਾ। ਹਾਂ, ਉਹ ਅੰਦਰ ਆ ਗਏ। ਉਹ ਕਹਿੰਦੇ ਹਾਂਜੀ ਦੱਸੋ ਕੀ ਗੱਲ ਆ? ਤੇ ਵੀ ਅਸੀਂ ਕਿਹਾ ਜੀ ਸਾਨੂੰ ਇਹਨਾਂ ਨੇ ਕਿਹਾ ਹੈਗਾ। ਅਸੀਂ ਸਾਰਾ ਦੱਸਿਆ, ਉਹਨਾਂ ਦੇ ਮੂੰਹ ਤੇ ਦੱਸਿਆ ਵੀ ਸਾਨੂੰ ਕਿਹਾ। ਆ ਵੀ ਹੁਣ ਇਦੋਂ ਵੱਧ ਕੀ ਇਹ ਘਰ ਦੇ ਜੀ ਤਾਂ ਸਾਰੇ ਮਾਰ ਦਿੱਤੇ ਨੇ ਇਹਨਾਂ ਨੇ। SHO ਨੂੰ ਕਹਿੰਦੇ ਨੇ ਵੀ ਤੇਰੇ ਇਲਾਕੇ ਵਿੱਚ ਕਿੰਨਾ ਨੁਕਸਾਨ ਹੋਇਆ, ਤੇ ਉਹਨੂੰ ਸ਼ਾਇਦ ਇਹ ਨਹੀਂ ਸੀ ਪਤਾ ਵੀ ਫੌਜ ਸਾਰਾ ਕੁਝ ਦੇਖ ਕੇ ਆਈ ਆ। ਸਾਨੂੰ ਨਾਨਕ ਪਿਆਲ ਤੋਂ ਫੌਜ ਹੀ ਲੈ ਕੇ ਆਈ ਸੀ FIR ਕਰਵਾਉਣ ਵਾਸਤੇ। ਤੇ ਉਹਨਾਂ ਨੂੰ ਇਹ ਨਹੀਂ ਸੀ ਪਤਾ। ਉਹ ਕਹਿੰਦੇ ਜੀ ਸਾਡੇ ਇਲਾਕੇ ਵਿੱਚ ਤੇ ਕੋਈ ਨੁਕਸਾਨ ਨਹੀਂ ਹੋਇਆ। ਮੈਨੂੰ ਅੱਜ ਵੀ ਯਾਦ ਆ ਕਿ ਉਹ ਥਾਣੇਦਾਰ ਦੇ ਕਮਾਂਡਰ ਸੀ ਜਾਂ ਕੌਣ ਸੀ, ਉਹਨਾਂ ਨੇ ਚਪੇੜ ਮਾਰੀ ਸੀ ਕਿ ਇਸ ਤੋਂ ਵੱਡਾ ਨੁਕਸਾਨ ਕੀ ਭਾਲਦੇ ਤੂੰ? ਲਾਸ਼ਾਂ ਦੇ ਢੇਰ ਲੱਗੇ ਪੈਣ, ਕਿਤੇ ਸੂਰ ਖਿੱਚਦੇ ਪੈਣ, ਕਿਤੇ ਕੁੱਤੇ ਖਿੱਚਦੇ ਪੈਣ, ਝੁਲਸੀਆਂ ਪਈਆਂ ਲਾਸ਼ਾਂ ਹੈਗੀਆਂ, ਉਹਨਾਂ ਦੀ ਸ਼ਕਲ ਪਹਿਚਾਣ ਨਹੀਂ ਆ ਰਹੀ, ਤੇ ਤੂੰ ਅਜੇ ਕਹਿੰਦੇ ਮੇਰੇ ਇਲਾਕੇ ਵਿੱਚ ਨੁਕਸਾਨ ਹੀ ਕੋਈ ਨਹੀਂ ਹੋਇਆ। ਉੱਥੋਂ ਫਿਰ ਅਸੀਂ ਉਹ FIR ਲੈ ਕੇ ਫਿਰ ਮੈਂ ਕਿਹਾ ਮੇਰੇ ਹਸਬੈਂਡ ਦਾ ਪਤਾ ਨਹੀਂ, ਤੇ ਮੈਨੂੰ ਉਹ ਕਹਿੰਦੇ ਆ ਤੁਸੀਂ ਦਰਖਾਸਤ ਆਪ ਲਿਖ ਕੇ ਦਿਓ ਜੀ, ਅਸੀਂ ਤਾਂ ਲਵਾਂ, ਅਸੀਂ ਉਹ 'ਤੇ ਸਾਈਨ ਕਰ ਦਾਂਗੇ, ਅਸੀਂ ਨਹੀਂ ਲਿਖਾਂਗੇ। ਮੈਨੂੰ ਅੱਜ ਵੀ ਮੇਰੇ ਕੋਲ ਉਹ ਪਈ ਆ, ਉਹ ਮੈਂ ਲਿਖੀ ਹੋਈ ਦਰਖਾਸਤ ਹੱਥ ਨਾਲ ਦਿੱਤੀ ਤੇ ਉਹ ਫਿਰ ਉਹਨਾਂ ਨੇ ਮੈਨੂੰ ਸਾਈਨ ਕਰਕੇ ਦੇ ਦਿੱਤੀ। ਕੁਛ ਵੀ ਨਹੀਂ, ਕਿਸੇ ਨੂੰ ਕੀ ਪਤਾ ਕਰਨਾ ਸੀ ਕੀ ਨਹੀਂ ਸੀ ਕਰਨਾ। ਫਿਰ ਉਸ ਤੋਂ ਬਾਅਦ ਮਿੱਥ ਕੇ ਆਪਣੇ ਕਤਲ ਹੋਇਆ, ਬਿਲਕੁਲ ਮਿੱਥ ਕੇ, ਕਿਉਂਕਿ ਪੁਲਿਸ ਇਦਾਂ ਨਹੀਂ ਕਰ ਸਕਦੀ। ਮਿੱਥ ਕੇ ਕਤਲੇਆਮ ਹੋਇਆ ਆ। ਸਿੱਧੇ ਤੌਰ 'ਤੇ ਸਿੱਖ ਨਸਲਕੁਸ਼ੀ, ਸਿੱਖਾਂ ਨੂੰ ਸਬਕ ਸਿਖਾਉਣ ਲਈ ਉਹਨਾਂ ਨੇ ਇਹ ਸਾਰਾ ਕੁਛ ਕੀਤਾ। ਜੋ ਬੀਬੀ ਜੀ ਤੁਹਾਨੂੰ ਦੱਸ ਰਹੇ ਨੇ, ਇਹ ਇਹਨਾਂ ਦੇ ਪਰਿਵਾਰ ਨਾਲ ਹੋਇਆ ਆ। ਤੇ ਕਿੰਨੀਆਂ ਲਾਸ਼ਾਂ ਦੇ ਉੱਤੋਂ ਦੀ ਲੰਘ ਕੇ ਇਹ ਗੁਰੂ ਘਰ ਤੱਕ ਗਏ। ਤੇ ਉਸ ਤੋਂ ਬਾਅਦ ਜਿਹੜੀ ਪੁਲਿਸ ਆ ਉਹ ਇਹਨਾਂ ਨੂੰ, ਨੌਜਵਾਨ ਕੁੜੀਆਂ ਨੂੰ, ਉਸ ਸਮੇਂ ਇਹਨਾਂ ਦੀ ਉਮਰ ਬਹੁਤ ਘੱਟ ਸੀ, ਨੌਜਵਾਨ ਕੁੜੀਆਂ ਨੂੰ ਗੰਦੀਆਂ ਗਾਲਾਂ ਕੱਢਦੇ ਨੇ ਕਿ ਤੁਹਾਡੇ ਨਾਲ ਇਸ ਤੋਂ ਵੀ ਵੱਧ ਹੋਣਾ ਚਾਹੀਦਾ ਸੀ। ਮੈਂ ਫੇਰ ਕਹਾਂਗਾ 9 ਮਾਸ ਦੇ ਰਿਸ਼ਤੇ ਵਾਲਿਓ, ਇਹ ਗੱਲ ਜ਼ਰੂਰ ਸੁਣਿਓ ਕਿ ਤੁਹਾਡਾ ਸਾਡਾ ਰਿਸ਼ਤਾ ਉਸ ਦਿਨ ਖਤਮ ਹੋ ਗਿਆ ਜਿੱਦਣ ਤੁਸੀਂ ਸਾਡੀਆਂ ਧੀਆਂ ਨਾਲ ਮਿੱਥ ਕੇ ਬਲਾਤਕਾਰ ਕੀਤੇ ਜੀ। ਫਿਰ ਉਸ ਤੋਂ ਬਾਅਦ ਦੇਖ ਲਓ, ਅਸੀਂ ਤੇ ਚਲੋ ਅਸੀਂ ਕੈਂਪ ਹੀ ਰਹੇ 8 ਦਿਨ ਤੁਸੀਂ ਉੱਥੇ ਕੈਂਪ 'ਚ ਰਹੇ ਕੈਂਪ ਹੀ ਰਹੇ। ਉਸ ਤੋਂ ਬਾਅਦ ਫਿਰ ਲੋਕੀ ਹੈ ਪੰਜਾਬ ਵੱਲ ਆਉਣੇ ਸ਼ੁਰੂ ਹੋ ਗਏ, ਚਲੋ ਅਸੀਂ ਵੀ ਆ ਗਏ। ਪਰ ਮੈਂ ਦਿੱਲੀ ਦਾ ਤੁਹਾਨੂੰ ਦੱਸਦੀ ਹਾਂ, ਜਨਕਪੁਰੀ ਦੇ ਵਿੱਚ ਸਾਡੇ ਰਿਸ਼ਤੇਦਾਰ ਸੀਗੇ। ਜਨਕਪੁਰੀ ਦੇ ਵਿੱਚ, ਹਾਂਜੀ ਜੀ। ਔਰ ਜਨਕਪੁਰੀ ਵਿੱਚ ਉਹ ਦੇਖੋ ਘਰ ਦੇ ਮਤਲਬ 7 ਬੰਦੇ ਸੀਗੇ। ਹਾਂ, ਉਹਨਾਂ 7 ਬੰਦਿਆਂ ਵਿੱਚ ਇੱਕ ਵੀ ਨਹੀਂ ਬਚਿਆ। 7 ਮਾਰ ਦਿੱਤੇ। ਇੱਕ 8ਵਾਂ ਉਹਨਾਂ ਦਾ ਕੋਈ 15 ਸਾਲ ਦਾ ਮੁੰਡਾ ਸੀਗਾ, ਉਹਨੂੰ ਮਾਂ ਨੇ ਲੈਟਰਿੰਗ ਦੇ ਵਿੱਚ ਬੰਦ ਕਰ ਦਿੱਤਾ। ਅੱਛਾ, ਉਹ ਕਿਸੇ ਨੇ ਗਵਾਂਢੀ ਨੇ ਕਹਿ ਦਿੱਤਾ ਵੀ ਇਹਨਾਂ ਦਾ ਇੱਕ ਮੁੰਡਾ ਵੀ ਹੈ 15 ਸਾਲ ਦਾ, ਅੰਦਰ ਹੀ ਹੋਣਾ। ਸਾਡੀਆਂ ਗਵਾਂਢੀਆਂ ਨੇ ਨਿਸ਼ਾਨਦੇਹੀ ਕੀਤੀ ਸਾਰੇ ਪਰਿਵਾਰਾਂ ਦੀ। ਹਾਂਜੀ, ਉਹਨੇ ਨਾ ਫਟਾਫਟ ਜਾ ਕੇ ਕੈਂਚੀ ਦੇ ਨਾਲ ਉਹਦਾ ਜੂੜਾ ਕੱਟ ਦਿੱਤਾ। ਇੰਨਾ ਜੂੜਾ ਸੀਗਾ ਉਹਦੇ ਸਿਰ ਦੇ ਉੱਪਰ, ਜੂੜਾ ਕੱਟ ਦਿੱਤਾ।
ਤੇ ਚਲੋ ਉਹ ਬੱਚੇ ਨੂੰ ਨਾ ਉਹਨਾਂ ਨੇ ਬਾਥਰੂਮ ਦੇ ਵਿੱਚੋਂ ਕੱਢ ਕੇ ਉਹਨੂੰ ਵੀ ਮਾਂ ਦੀਆਂ ਅੱਖਾਂ ਦੇ ਸਾਹਮਣੇ ਜਿੰਦਾ ਜਲਾਇਆ। ਓ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। 8 ਜੀ ਹੋ ਗਏ ਜੀ। 9ਵਾਂ ਜੀ ਉਹਨਾਂ ਦਾ 1.5 ਸਾਲ ਦਾ ਬੱਚਾ ਸੀਗਾ। ਇੱਕ ਮਿੰਟ ਜੀ, ਇੱਕ ਮਿੰਟ। ਬੱਚਾ ਜਿਹੜਾ ਸੀ 15 ਸਾਲ ਦਾ, ਹਾਂ, ਉਹਨੂੰ ਵੀ ਜਲਾ ਦਿੱਤਾ ਜਿੰਦੇ ਨੂੰ, ਉਸੇ ਘਰ ਦਾ। ਹਾਂਜੀ। ਉਹ ਤੋਂ ਬਾਅਦ 9ਵਾਂ ਬੱਚਾ ਉਹਨਾਂ ਦਾ 9ਵਾਂ ਜੀ ਸੀਗਾ ਉਹਨਾਂ ਦੇ ਘਰ ਦਾ 1.5 ਸਾਲ ਦਾ ਬੱਚਾ। 9ਵਾਂ ਬੱਚਾ 1.5 ਸਾਲ ਦਾ ਬੱਚਾ ਸੀਗਾ। ਉਹ ਬੱਚੇ ਨੂੰ ਚੁੱਕ ਕੇ ਜਲਦੇ ਤੰਦੂਰ ਵਿੱਚ ਸੁੱਟ ਦਿੱਤਾ। ਓਏ ਹੋਏ ਹੋਏ ਹੋਏ। ਕੋਲ ਚਾਚੀ ਬੈਠੀ ਸੀ ਤੰਦੂਰ 'ਚ? ਤੰਦੂਰ ਵਿੱਚ ਚਾਚੀ ਬੈਠੀ ਸੀ। ਚਾਚੀ ਤੋਂ ਦੇਖਿਆ ਨਹੀਂ ਗਿਆ। ਚਾਚੀ ਨੇ ਜਾ ਕੇ ਤੰਦੂਰ ਵਿੱਚੋਂ ਖਿੱਚ ਲਿਆ। 3 ਸਾਲ ਮੈਂ ਆਪਣੇ ਘਰ ਵਾਲੇ ਦਾ ਮੈਡੀਕਲ ਇਲਾਜ ਕਰਵਾਇਆ। ਮੈਂ ਆਪਣੀ ਅੱਖੀ ਦੇਖਿਆ ਉਹ ਬੱਚੇ ਦੀ ਇੱਥੋਂ ਥੱਲੇ ਦਾ ਹਿੱਸਾ ਖਤਮ ਸੀਗਾ। 3 ਸਾਲ ਬਾਅਦ ਡਾਕਟਰ ਨੇ ਉਹਨੂੰ ਟੀਕਾ ਲਗਾ ਕੇ ਮਾਰਿਆ ਹੈਗਾ। ਮਤਲਬ ਇਹਨਾਂ ਨੇ ਸਾਡੇ ਨਾਲ ਉਹ ਜ਼ੁਲਮ ਕੀਤੇ ਆ। ਇੱਕ ਲੇਡੀ ਜਾਈ ਦੀ ਸੀਗੀ ਇੱਥੇ ਸਾਡੇ ਨਾਲ ਹੀ ਰਹਿੰਦੀ ਸੀਗੀ, ਉਹਦੀ ਹੁਣ ਡੈਥ ਹੋਈ ਆ ਮੇਰਾ ਖਿਆਲ ਹੈ ਪਿਛਲੇ ਹਫ਼ਤੇ ਦਾ ਭੋਗ ਸੀਗਾ। ਉਹਦੇ 2 ਬੱਚੇ ਹੋਏ ਸੀਗੇ ਜੁੜਵਾਂ, ਇੱਕ ਕੁੜੀ ਇੱਕ ਮੁੰਡਾ। ਜੋ 1.5 ਸਾਲ ਦੇ ਬੱਚੇ ਨੂੰ ਤੰਦੂਰ ਵੀ ਸੁੱਟਤਾ। ਤੇ ਇੱਕ ਬੀਬੀ ਸਾਡੇ ਨਾਲ ਹੀ ਪਿਛਲੀ ਗਲੀ ਰਹਿੰਦੀ ਆ, ਉਹਦੀ ਹੁਣ ਡੈਥ ਹੋਈ ਆ। ਉਹਦੇ 2 ਬੱਚੇ ਜੁੜਵਾਂ ਸੀਗੇ। ਉਹ ਦੋਨੋਂ ਬੱਚੇ 2 ਦਿਨਾਂ ਦੇ ਦੋਨੋਂ ਚੋਖੇ ਤੰਦੂਰ ਵਿੱਚ ਸਿੱਟ ਦਿੱਤੇ। 2 ਦਿਨਾਂ ਦੇ? 2 ਦਿਨਾਂ ਦੇ? ਹਾਂ। ਇੱਕ ਉਹਦਾ 2 ਸਾਲ ਦਾ ਬੱਚਾ ਸੀ, ਉਹਨੂੰ ਲੈ ਕੇ ਵਿਚਾਰੀ ਹੋਏ ਤੇ ਉਹ 3 ਦਰਾਣੀ ਜਠਾਣੀ ਵਿਧਵਾ ਸਨ। ਉਹਨਾਂ ਦੇ ਵੀ ਘਰ ਦੇ 7-8 ਜੀ ਮਰੇ ਸੀਗੇ। ਜਾਣੀ ਉਹ ਤੁਸੀਂ ਇਹ ਦੇਖੋ ਇਹਨਾਂ ਲੋਕਾਂ ਨੇ ਇੰਨੀ ਸਾਡੇ ਲੋਕਾਂ ਦੇ ਨਾਲ ਬੁਰਾ ਕੀਤਾ। ਇੱਕ ਸਰਦਾਰ ਜਸਵੀਰ ਸਿੰਘ ਹੈਗੇ ਸ਼ਾਇਦ ਅਮਰੀਕਾ ਦੇ ਵਿੱਚ, ਮੈਨੂੰ ਨਾਮ ਨਹੀਂ ਯਾਦ ਰਿਹਾ ਦਾ, ਕਿਤੇ ਮੇਰੇ ਤੋਂ ਮਿਸਟੇਕ ਨਾ ਹੋ ਜਾਵੇ, ਨਾਮ ਨਾ ਲਿਖਿਓ। ਉਹ UN ਮੇਰੇ ਨਾਲ ਗਏ ਸੀਗੇ। ਉਹਨਾਂ ਦੇ ਘਰ ਦੇਖੋ ਉਹਨਾਂ ਦੇ ਭਰਾ ਛੋਟੇ ਨੂੰ ਮਾਰਿਆ, ਉਹਨਾਂ ਦੇ ਪਿਓ ਨੂੰ ਮਾਰਿਆ। ਤੇ ਉਹਨਾਂ ਦੀ ਮਾਂ ਗਈ ਦੂਸਰੇ ਬੱਚੇ ਨੂੰ ਮਾਰਨ ਲੱਗੇ। ਉਹਨਾਂ ਦੇ ਮਾਂ ਗਈ, ਉਹ ਕਹਿੰਦੀ ਆ ਮੇਰੇ ਇੱਕ ਪੁੱਤਰ ਤੇ ਮਾਰ ਦਿੱਤਾ, ਇਹਨੂੰ ਨਾ ਮਾਰੋ। ਵੱਡੇ ਨੂੰ ਮਾਰ ਦਿੱਤਾ, ਛੋਟੇ ਨੂੰ ਬਚਾਉਣ ਵਾਸਤੇ ਮਾਂ ਗਈ। ਉਹ ਜਵਾਨ ਬੱਚਾ ਉਹਦਾ ਸਾਹਮਣੇ ਬੰਨ੍ਹ ਕੇ ਉਹਨਾਂ ਨੇ ਉਹ ਮਾਂ ਦੀ ਲੁੱਟੀਆਂ ਲੰਘਿਆ ਮਾਂ ਨੂੰ। ਇਸ ਤੋਂ ਬੁਰਾ ਸਾਡੇ ਨਾਲ ਕੁਝ ਨਹੀਂ ਹੋ ਸਕਦਾ ਹਿੰਦੁਸਤਾਨ ਦੇ ਵਿੱਚ। 2 ਦੇਸ਼ਾਂ ਦਾ ਅਗਰ ਕੁਛ ਹੋਵੇ ਨਾ, 47 ਵਿੱਚ ਸਾਡੇ ਮਾਂ ਬਾਪ ਜੋ ਸਾਨੂੰ ਕਹਾਣੀਆਂ ਸੁਣਾਉਂਦੇ ਸਨ, 47 ਵਿੱਚ ਐ ਹੋਇਆ ਉਹ ਹੋਇਆ, ਪਰ ਇਹ 47 ਪਾਰ ਕਰ ਗਏ। ਇਹਨਾਂ ਨੇ ਸਾਡੇ ਨਾਲ ਉਹ ਕੁਛ ਕੀਤਾ। ਅਸੀਂ ਆਪਣੇ ਘਰਾਂ ਵੀ ਰਾਜੇ ਸੀ, ਸਾਡੀਆਂ ਫੈਕਟਰੀਆਂ ਸਨ, ਸਾਡੀਆਂ ਜਾਇਦਾਦਾਂ ਸਨ। ਅਸੀਂ ਇੱਕ ਰਾਤ ਵਿੱਚ ਮੇਰੇ ਵੀਰ ਅਸੀਂ ਭਿਖਾਰੀ ਬਣ। ਇਹ ਸਾਰੀਆਂ ਗੱਲਾਂ ਸੁਣ ਕੇ ਤੁਸੀਂ ਦੱਸ ਸਕਦੇ ਹੋ ਵੀ ਅਸੀਂ ਕਿਉਂ ਫੈਸਲਾ ਕੀਤਾ ਕਿ ਤੁਹਾਡੇ ਨਾਲ ਨਹੀਂ ਰਹਿਣਾ ਹੈਗਾ? ਇਸ ਕੌਮ ਨੇ ਤੁਹਾਡੇ ਨਾਲ ਕਿਉਂ ਨਹੀਂ ਰਹਿਣਾ ਹੈਗਾ? ਇਹ ਫੈਸਲੇ ਅਸੀਂ ਐਵੇਂ ਨਹੀਂ ਲਏ ਹੈਗੇ। ਇਹ ਫੈਸਲੇ ਸਾਡੇ ਵੱਡਿਆਂ ਨੇ ਇਸ ਕਰਕੇ ਲਏ ਹਨ ਕਿ ਤੁਸੀਂ ਜੋ ਸਾਡੇ ਨਾਲ ਕੀਤਾ ਆ, ਜੋ ਇਹ ਹਿੰਦ ਹਕੂਮਤ ਨੇ ਸਾਡੇ ਨਾਲ ਕੀਤਾ ਆ, ਦੁਨੀਆ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। 2-2 ਦਿਨਾਂ ਦੇ ਬੱਚੇ, ਇੱਕ ਦਿਨਾਂ ਦੇ ਬੱਚੇ ਤੰਦੂਰਾਂ 'ਚ ਸੁੱਟ ਦਿੱਤੇ ਤੁਸੀਂ। ਜਹਲ ਪੁਣੇ ਦੀ ਵੀ ਕੋਈ ਹੱਦ ਹੁੰਦੀ ਆ। ਕਿਹੜੀ ਕੌਮ ਹੋ ਤੁਸੀਂ? ਇਹਨਾਂ ਨੇ ਸਾਡੀਆਂ ਕਈ ਧੀਆਂ ਭੈਣਾਂ ਵਿਚਾਰੀਆਂ ਜਿਹੜੀਆਂ ਚੁੱਕ ਕੇ ਲੈ ਗਏ, ਕੁੜੀਆਂ ਨੂੰ ਲੈ ਕੇ ਚੁੱਕੇ। ਹਾਂਜੀ, ਗਾਜੀਪੁਰ ਬਾਰਡਰ ਜਦੋਂ ਉਹਨਾਂ ਨੇ ਟੱਪਿਆ ਨਾ, ਤੇ ਉਹ ਮਤਲਬ ਟਰੈਕਟਰ ਦੇ ਵਿੱਚੋਂ ਚਰਲਾ ਰਹੀਆਂ ਸਨ, ਸਾਨੂੰ ਕੋਈ ਬਚਾ ਲਵੇ, ਸਾਡਾ ਪਿਓ ਨਹੀਂ ਰਿਹਾ, ਸਾਡਾ ਭਰਾ ਨਹੀਂ ਰਿਹਾ, ਸਾਨੂੰ ਕੋਈ ਬਚਾ ਲਵੇ। ਪਰ ਉੱਥੇ ਕਿਹੜਾ ਕੋਈ ਜਾ ਕੇ ਉਹਨਾਂ ਨੂੰ ਬਚਾਵੇ? ਕੌਣ ਜਾਵੇ? ਫਿਰ 3 ਦਿਨ ਸਾਡੇ ਭੈਣ ਭਰਾ ਜਿਤਨੇ ਵੀ ਮਰੇ ਸਾਡੇ ਹੀ ਭੈਣ ਭਰਾ ਸੀ, ਸਾਡੇ ਹੀ ਬੱਚੇ ਸੀ। ਬਿਲਕੁਲ। ਉਹਨਾਂ ਦੀਆਂ ਲਾਸ਼ਾਂ ਰੁਲੀਆਂ, ਕੁੱਤੇ ਖਿੱਚਦੇ ਰਹੇ, ਸੂਅਰ ਖਿੱਚਦੇ ਰਹੇ। ਔਰ 3 ਦਿਨ ਚੌਥੇ ਦਿਨ ਜਦੋਂ ਆਰਮੀ ਆਈ ਆ, ਉਹਨਾਂ ਨੇ ਮਿਊਨਿਸਪੈਲਿਟੀ ਦੀਆਂ ਗੱਡੀਆਂ ਬੁਲਾਈਆਂ ਬੇਲਚਿਆਂ ਦੇ ਨਾਲ, ਕਈਆਂ ਦੇ ਨਾਲ ਉਹ ਲਾਸ਼ਾਂ ਇਕੱਠੀਆਂ ਕਰਕੇ ਉਹਨਾਂ ਨੇ ਪਤਾ ਨਹੀਂ ਕਿੱਥੇ ਜਾ ਕੇ ਉਹਨਾਂ ਦੇ ਸੰਸਕਾਰ ਕੀਤਾ। ਸਾਨੂੰ ਤਾਂ ਇਹਨਾਂ ਜ਼ਾਲਮਾਂ ਨੇ ਇੰਨਾ ਟਾਈਮ ਹੀ ਨਹੀਂ ਦਿੱਤਾ ਅਸੀਂ ਆਪਣੇ ਭੈਣ ਭਰਾਵਾਂ ਦੇ ਸੰਸਕਾਰ ਕਰ ਲਵਾਂ, ਅਸੀਂ ਉਹਨਾਂ ਨੂੰ ਬੈਠ ਕੇ ਰੋ ਲਵਾਂ, ਅਸੀਂ ਉਹਨਾਂ ਦੇ ਕੋਈ ਪਾਠ ਰਖਾਵਾਂ, ਕੋਈ ਕੁਛ ਕਰਾਂ। ਇਹਨਾਂ ਨੇ ਸਾਨੂੰ ਕੋਈ ਟਾਈਮ, ਅਸੀਂ ਤੇ ਉਹਨਾਂ ਦੇ ਮਰਨ ਤੇ ਬੈਠ ਕੇ ਰੋ ਵੀ ਨਹੀਂ ਪਾਏ। ਸਾਡੇ ਤੇ ਮੂੰਹ ਵਿੱਚੋਂ ਆਵਾਜ਼ ਵੀ ਨਿਕਲ ਨਹੀਂ, ਸਾਡਾ ਗੁਨਾਹ ਸੀ ਉਸ ਟਾਈਮ। ਸਾਨੂੰ ਕਿਤੇ ਦੇਖ ਨਾ ਲਵਣ ਬਈ ਜਵਾਨ ਕੁੜੀਆਂ ਹੈਗੀਆਂ, ਸਾਡੀ ਇੱਜ਼ਤਾਂ ਬਾਈ ਚਵਨ ਜੇ। ਇਸ ਤੋਂ ਵੱਡਾ ਜ਼ੁਲਮ ਕਿਹੜਾ ਹੋਏਗਾ? ਜਿਹੜੇ ਵੀ ਦੁਨੀਆ ਦੇ ਲਿਖਾਰੀ, ਜਿਹੜੇ ਦੁਨੀਆ ਦੇ ਚੈਨਲ, ਜਿਹੜੇ ਗੋਦੀ ਮੀਡੀਆ, ਜਿਹੜੇ ਵੱਡੇ ਵੱਡੇ ਫਿਲਾਸਫਰ ਸਾਨੂੰ, ਸਾਡੀ ਕੌਮ ਨੂੰ ਪੁੱਛਦੇ ਨੇ ਕਿ ਤੁਸੀਂ
ਇਹ ਲੋਕਾਂ ਨੇ ਹਥਿਆਰਬੰਦ ਸੰਘਰਸ਼ ਕਿਉਂ ਲੜਿਆ? ਕਿਹੜਾ ਰਾਹ ਬਚਦਾ ਆ ਜਿਨ੍ਹਾਂ ਦੀਆਂ ਧੀਆਂ ਨਾਲ ਰੇਪ ਹੋ ਜਾਏ, ਜਿਨ੍ਹਾਂ ਦੀਆਂ ਧੀਆਂ ਚੁੱਕ ਕੇ ਲੈ ਜਾਣ, ਅੱਜ ਤੱਕ ਵਾਪਸ ਨਾ ਕਰਨ, ਫਿਰ ਉਹ ਕੌਮ ਕੋਲ ਰਾਹ ਕਿਹੜਾ ਬਚਦਾ ਆ? ਇਸ ਕਰਕੇ ਇਹ ਗੱਲਾਂ ਜਿਹੜੀਆਂ ਨੇ, ਜਿਹੜੀਆਂ ਇਸ ਭੈਣ ਨੇ ਅੱਜ ਕਹੀਆਂ ਨੇ, ਇਹ ਰੂਹ 'ਚ ਉਤਾਰਨ ਦੀ ਕੋਸ਼ਿਸ਼ ਕਰਿਓ। ਕੌਮਾਂ ਧਰਮਾਂ ਦੇ ਵਿੱਚ ਜਿਹੜਾ ਆ ਉਹਨਾਂ ਦੇ ਗ੍ਰੰਥ ਇਹ ਨਹੀਂ ਸਿਖਾਉਂਦੇ। ਬੇਸ਼ੱਕ ਚਾਹੇ ਕਿਸੇ ਵੀ ਧਰਮ ਦਾ ਗ੍ਰੰਥ ਪੜ੍ਹ ਲਓ, ਪਰ ਤੁਹਾਡੀ ਜਿਹੜੀ ਇਸ ਹਿੰਦ ਹਕੂਮਤ ਨੇ ਜੋ ਸਾਡੇ ਨਾਲ ਕੀਤਾ ਹੈ, ਇਹਨੂੰ ਜਿੰਨਾ ਚਿਰ ਇਹ ਦੁਨੀਆ ਰਹੇਗੀ ਇਹਨੂੰ ਭੁਲਾਇਆ ਨਹੀਂ ਜਾ ਸਕਦਾ। ਭੈਣੇ ਉਸ ਤੋਂ ਬਾਅਦ ਤੁਸੀਂ ਫਿਰ ਉਸ ਤੋਂ ਬਾਅਦ ਤੁਹਾਡੇ ਹੋਰ ਉੱਥੇ ਜਿਹੜੇ ਪਰਿਵਾਰ ਸਨ, ਰਿਸ਼ਤੇਦਾਰ ਕੋਈ? ਹਾਂਜੀ, ਅਲੱਗ-ਅਲੱਗ ਥਾਵਾਂ ਤੇ ਰਿਸ਼ਤੇਦਾਰ ਸੀਗੇ। ਫਿਰ ਅਸੀਂ ਲੋਕਾਂ ਨੇ ਇਹ ਫੈਸਲਾ ਕੀਤਾ ਕਿ ਅਸੀਂ ਤਾਂ ਪੰਜਾਬ ਚਲੇ ਜਾਵਾਂਗੇ, ਅਸੀਂ ਇੱਥੇ ਨਹੀਂ ਰਵਾਂਗੇ। ਸਾਰਾ ਕੁਝ ਛੱਡ ਕੇ ਇੱਕਦਮ? ਨਹੀਂ, ਮੈਂ 8 ਦਿਨਾਂ ਬਾਅਦ ਆਪਣੇ ਘਰ ਗਈ ਸੀਗੀ। ਅੱਛਾ, ਤੁਸੀਂ ਘਰ ਗਏ ਆਪਣੇ? ਅੱਛਾ। ਜਦੋਂ ਮੈਨੂੰ ਮੇਰੇ ਘਰ ਵਾਲੇ ਦਾ 7 ਦਿਨਾਂ ਬਾਅਦ ਪਤਾ ਲੱਗਿਆ ਵੀ ਉਹ ਮੈਡੀਕਲ ਵਿੱਚ, ਮੈਂ ਘਰ ਗਈ। ਮੈਂ ਕਿਹਾ ਮੈਂ ਪੈਸੇ ਲੈ ਕੇ ਆਵਾਂ ਘਰੋਂ। ਮੇਰੇ ਘਰ ਨਗਦ ਪੈਸਾ ਪਿਆ ਸੀਗਾ, 2-2.5 ਲੱਖ ਰੁਪਇਆ ਪਿਆ ਸੀ। ਮੇਰੇ 5 ਕਿਲੋ ਚਾਂਦੀ ਪਈ ਸੀ, 70 ਤੋਲੇ ਸੋਨਾ ਪਿਆ ਸੀ ਮੇਰਾ। ਵਾਹਿਗੁਰੂ ਵਾਹਿਗੁਰੂ। ਮੇਰਾ ਸਭ ਕੁਝ ਸੀਗਾ, ਪਰ ਜਦੋਂ ਮੈਂ ਘਰ ਗਈ ਮੇਰੇ ਘਰ ਦੇ ਦਰਵਾਜ਼ੇ ਵੀ ਨਹੀਂ ਸੀ, ਮੇਰਾ ਕੁਝ ਵੀ ਨਹੀਂ ਸੀਗਾ। ਸਭ ਕੁਝ ਲੁੱਟ ਕੇ, ਜਿਹੜੇ ਸ਼ੋ ਪੀਸ ਲੱਗੇ ਸਨ ਉਹ ਵੀ ਤੋੜ ਕੇ, ਕੱਚ ਇੰਨੀ ਢੇਰ ਜ਼ਰੂਰ ਲੱਗੀ ਸੀਗੀ, ਹੋਰ ਕੁਝ ਵੀ ਨਹੀਂ ਸੀਗਾ। ਸਭ ਕੁਝ ਲੁੱਟ ਕੇ ਲੈ ਸਭ ਕੁਝ। ਉੱਥੇ ਫਿਰ ਮੈਨੂੰ ਦੌਰੇ ਪੈਣੇ ਸ਼ੁਰੂ ਹੋ ਗਏ। ਅੱਛਾ। ਮੈਂ ਉੱਥੇ ਹੀ ਡਿੱਗੀ। ਅਭੀ ਸਾਡਾ ਕੁਝ ਵੀ ਨਹੀਂ ਰਿਹਾ, ਨਾ ਸਾਡੀ ਅਣਖ, ਨਾ ਇੱਜ਼ਤ, ਨਾ ਪਰਿਵਾਰ, ਨਾ ਸਾਡਾ ਮਾਲ ਅਸਬਾਬ, ਸਭ ਕੁਝ ਖਤਮ ਕਰਤਾ। ਉਸ ਤੋਂ ਬਾਅਦ ਫਿਰ ਮੈਂ ਜਾਣੀ ਕਿ ਕਾਫੀ ਮੇਰੇ ਤੇ ਮਤਲਬ ਇੰਨੀ ਮੁਸੀਬਤ ਆਈ ਕਿ ਮੈਂ ਦੱਸ ਨਹੀਂ ਸਕਦੀ। ਪਰ ਮੈਨੂੰ ਇੱਕ ਚੀਜ਼ ਨਹੀਂ ਸਮਝ ਆ ਰਹੀ ਸੀ ਕਿ ਭਈ ਸਾਡੇ ਨਾਲ ਇਹ ਹੋਇਆ ਕਿਉਂ। ਦੇਖੋ, ਅਗਰ ਇੰਦਰਾ ਗਾਂਧੀ ਨੂੰ ਕਿਸੇ ਨੇ ਮਾਰਿਆ, ਜੀ ਬਿਲਕੁਲ, ਮੈਂ ਇੱਕ ਚੀਜ਼ ਆਪਣੇ ਦੁੱਖ ਦੇ ਨਾਲ ਇਹ ਚੀਜ਼ ਜ਼ਰੂਰ ਦੱਸਣੀ ਚਾਹੂੰਗੀ। ਮੈਂ ਹਮੇਸ਼ਾ ਹਰ ਇੱਕ ਚੈਨਲ ਨੂੰ ਦੱਸਦੀ ਹਾਂ ਕਿ ਉਹ ਜੇ ਸੂਰਮੇ ਪੁੱਤਰ ਵਾਹਿਗੁਰੂ ਹਰ ਇੱਕ ਮਾਂ ਦੀ ਗੋਦੀ ਵਿੱਚ, ਜਿਨ੍ਹਾਂ ਨੇ ਆਪਣੀ ਕੌਮ ਦਾ ਬਦਲਾ, ਆਪਣੇ ਗੁਰੂ ਗ੍ਰੰਥ ਸਾਹਿਬ ਦਾ ਬਦਲਾ, ਆਪਣੇ ਦਰਬਾਰ ਸਾਹਿਬ ਦਾ ਬਦਲਾ ਲਿਆ। ਉਹਨਾਂ ਨੇ ਕੋਈ ਗੁਨਾਹ ਨਹੀਂ ਕੀਤਾ, ਉਹਨਾਂ ਨੇ ਕੋਈ ਪਾਪ ਨਹੀਂ ਕੀਤਾ। ਉਹਨਾਂ ਨੇ ਤੇ ਇੱਕ ਬਹੁਤ ਵੱਡਾ ਦਲੇਰੀ ਦਾ ਕੰਮ ਕੀਤਾ। ਜਦੋਂ ਤੱਕ ਅਸੀਂ ਜਿੰਦੇ ਹਾਂ, ਸਾਡਾ ਖੂਨ ਦਾ ਇੱਕ ਕਤਰਾ ਵੀ ਉਹਨਾਂ ਨੂੰ ਯਾਦ ਕਰਦਾ ਰਹੇਗਾ ਅਤੇ ਉਹਨਾਂ ਦੇ ਸਾਹਮਣੇ ਸੀਸ ਝੁਕਾਏਗਾ ਵੀ ਸਾਡੇ ਸੂਰਮਿਆਂ ਨੇ, ਸਾਡੇ ਯੋਧਿਆਂ ਨੇ ਕੀ ਕੀਤਾ। ਸਜਦਾ ਪੈਣਾ ਤੁਹਾਡੇ ਚਰਨਾਂ ਦੇ ਵਿੱਚ। ਇੰਨੀ ਵੱਡੀ ਤੁਸੀਂ ਗੱਲ ਕਹੀ ਆ, ਇੰਨਾ ਜਿਗਰਾ ਤੁਹਾਡਾ ਕਿ ਤੁਸੀਂ ਇਹ ਅੱਜ ਵੀ ਉਸ ਗੱਲ ਤੇ ਖੜੇ ਹੋ। ਮੈਂ ਬਿਲਕੁਲ ਖੜੀ ਹਾਂ। ਮੇਰੇ ਨਾਲ ਜੋ ਮਰਜ਼ੀ ਹੋ ਜਾਵੇ, ਜੋ ਕੁਝ ਹੋਇਆ ਇਸ ਤੋਂ ਉੱਪਰ ਕੁਝ ਵੀ ਨਹੀਂ ਹੋ ਸਕਦਾ, ਇਸ ਤੋਂ ਉੱਤੇ ਕੁਝ ਨਹੀਂ ਹੋ ਸਕਦਾ। ਅੱਛਾ, ਫਿਰ ਤੁਸੀਂ ਦੇਖੋ, ਇਹਨਾਂ ਨੇ ਅਗਰ ਇੰਦਰਾ ਗਾਂਧੀ ਦਾ ਕਤਲ ਹੋਇਆ, ਕਿਉਂ ਹੋਇਆ? ਇੰਦਰਾ ਗਾਂਧੀ ਨੇ ਹਜ਼ਾਰਾਂ ਨਿਰਦੋਸ਼ਾਂ ਦਾ ਕਤਲੇਆਮ ਕੀਤਾ। ਸਭ ਤੋਂ ਪਹਿਲੇ ਸਾਡੇ ਗੁਰੂ ਗ੍ਰੰਥ ਸਾਹਿਬ ਵਿੱਚ ਗੋਲੀ ਮਰੀ ਵਜੀ, ਜਿਹੜਾ ਕਿ ਸਾਡਾ ਪਿਓ ਆ। ਬਿਲਕੁਲ। ਉਹਦੇ ਸਾਹਮਣੇ ਸਾਡੇ ਸਰੀਰ, ਸਾਡੇ ਘਰ, ਸਾਡੇ ਧੀ, ਸਾਡੇ ਕਾਰੋਬਾਰ ਕੁਝ ਵੀ ਨਹੀਂ। ਉਹਦੇ ਸਾਹਮਣੇ ਸਾਡਾ ਕੁਝ ਨਹੀਂ ਆ। ਬਿਲਕੁਲ। ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਗੋਲੀ ਨਹੀਂ ਸੀ ਲੱਗੀ, ਉਹ ਸਾਡੇ ਲੋਕਾਂ ਦੀ ਛਾਤੀ ਵਿੱਚ ਲੱਗੀ। ਉਸ ਤੋਂ ਦੂਜੀ ਗੱਲ, ਦਰਬਾਰ ਸਾਹਿਬ ਤੇ ਤੋਪਾਂ ਤੇ ਟੈਂਕਾਂ ਦੇ ਨਾਲ ਹਮਲੇ ਕਰਨੇ। ਫਿਰ ਸਭ ਤੋਂ ਵੱਡੀ ਗੱਲ, ਅੱਜ ਮੈਂ ਇੱਕ ਚੀਜ਼ ਜ਼ਰੂਰ ਕਹਾਂਗੀ। ਅੱਜ ਕਈ ਲੋਕ ਇਹ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਬਰਗਾੜੀ ਕਾਂਡ ਹੋ ਗਿਆ, ਇਹ ਹੋ ਗਿਆ। ਮੈਂ ਕਿਸੇ ਸਿਆਸਤ ਵਿੱਚ ਨਹੀਂ ਜਾਣਾ ਚਾਹੁੰਦੀ, ਕਿਉਂ ਉਹ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕੁਝ ਨਹੀਂ। ਮੈਂ ਕਹਿੰਦੀ ਹਾਂ ਸਾਡੇ ਧੀ ਪੁੱਤਰ ਵੀ ਨਹੀਂ ਹੈਗੇ। ਬਿਲਕੁਲ ਠੀਕ ਹੈ ਜੀ। ਗੱਲ ਇਹ ਇੱਥੇ ਆ ਕੇ ਹੁੰਦੀ ਆ ਕਿ ਅਕਾਲ ਤਖਤ ਸਾਹਿਬ ਤੇ ਹਰਿਮੰਦਰ ਸਾਹਿਬ ਤੇ ਤੋਪ ਤੇ ਟੈਂਕ ਚੜ੍ਹ ਗਏ ਜੀ। ਇੱਥੇ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ, ਸੰਤ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ ਵੜ ਗਏ ਆ ਤੇ ਉਹਨਾਂ ਦੇ ਕਰਕੇ ਤੋਪਾਂ ਤੇ ਟੈਂਕਾਂ ਦੇ ਨਾਲ ਹਮਲੇ ਹੋਏ। ਪਰ ਜਿਹੜੇ ਉੱਥੇ ਹੋਰ ਗੁਰਦੁਆਰੇ ਸਾਹਿਬ ਸਨ ਆਸੇ ਪਾਸੇ, ਉਹਨਾਂ ਤੇ ਕਿਉਂ ਹਮਲੇ? 37 ਗੁਰਦੁਆਰੇ ਉੱਥੇ 37 ਗੁਰਦੁਆਰਿਆਂ ਵਿੱਚ ਤੇ ਨਹੀਂ ਸੀ ਨਾ ਸਰਦਾਰ ਜਰਨੈਲ ਸਿੰਘ ਜੀ। ਬਿਲਕੁਲ। ਇਹ ਵੱਡਾ ਸਵਾਲ ਹੈ ਜੀ, ਇਹੀ ਸਵਾਲ ਹੈ। ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਿਸੇ ਨੇ ਨਹੀਂ ਕੀਤੀ। ਦਿੱਲੀ ਦੇ ਵਿੱਚ ਕਈ ਗੁਰਦੁਆਰਿਆਂ ਦੇ ਵਿੱਚ ਭਾਈਆਂ ਦੀ, ਜਿਹੜੇ ਗੁਰੂ ਗ੍ਰੰਥੀ ਸਾਹਿਬ ਸੀਗੇ, ਉਹਨਾਂ ਦੀਆਂ ਜਾਨਾਂ ਤਾਂ ਗਈਆਂ ਹੈਗੀਆਂ ਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਆਪਣੀਆਂ ਛਾਤੀਆਂ ਨਾਲ ਲਾ ਲਏ, ਆਪਣੇ ਸਿਰਾਂ 'ਤੇ ਚੁੱਕ ਲੈ ਕੇ ਇਹਨਾਂ ਦੀ ਬੇਅਦਬੀ ਨਾ ਕਰੋ। ਉਹਨਾਂ ਨੇ ਗ੍ਰੰਥੀ ਵੀ
ਉੱਥੇ ਹੀ ਉਹਨਾਂ ਨੂੰ ਵੀ ਕੇਸਾਂ ਤੋਂ ਘੜੀਸ ਕੇ ਜਲਾਇਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕੀਤੀਆਂ। ਸੈਂਕੜੇ ਗੁਰਦੁਆਰਿਆਂ ਸਾਹਿਬ ਨੂੰ ਢਹਿ ਢੇਰੀ ਕੀਤਾ, ਦਿੱਲੀ ਹੋਰ ਬਾਹਰਲਿਆਂ ਸੂਬਿਆਂ ਦੇ ਵਿੱਚ। ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਅਸੀਂ ਆਪਣੇ ਮੂੰਹ ਨਾਲ ਉਹ ਚੀਜ਼ ਕਹਿ ਨਹੀਂ ਸਕਦੇ ਜਿਵੇਂ ਉਹਨਾਂ ਨੇ ਬੇਅਦਬੀਆਂ ਕੀਤੀਆਂ। ਅਸੀਂ ਆਪਣੀਆਂ ਮੌਤਾਂ ਭੁੱਲ ਜਾਵਾਂਗੇ, ਅਸੀਂ ਆਪਣੇ ਭੈਣ ਭਾਈ ਭੁੱਲ ਜਾਵਾਂਗੇ ਕਿ ਉਹਨਾਂ ਨੂੰ ਐਵੇਂ ਕਤਲ ਕੀਤਾ, ਐਵੇਂ ਜਲਾਇਆ। ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਪਾੜ ਕੇ ਪੈਰਾਂ ਤੇ ਥੱਲੇ ਰੋਂਦੇ, ਵਾਹਿਗੁਰੂ, ਉਹ ਜਦੋਂ ਤੱਕ ਜਿੰਦੇ ਆ ਨਹੀਂ ਭੁੱਲ ਸਕਦੇ। ਉਹ ਚੀਜ਼ ਇੱਕ ਅਲੱਗ ਆ। ਅਸੀਂ ਬੱਚੇ ਪਾਲਣ ਵਾਸਤੇ ਅਸੀਂ ਦੁਨੀਆਦਾਰੀ ਕਰਕੇ ਜਿੰਦੇ ਆ, ਅਸੀਂ ਕਾਰੋਬਾਰ ਵੀ ਕਰਦੇ ਹਾਂ, ਮਿਹਨਤਾਂ ਵੀ ਕੀਤੀਆਂ, ਰੱਜ ਕੇ ਮਿਹਨਤਾਂ ਕੀਤੀਆਂ, ਰੋਟੀ ਖਾਧੀ, ਕਿਸੇ ਅੱਗੇ ਹੱਥ ਨਹੀਂ ਅੱਡਿਆ ਕਿਉਂ ਸਾਡੀ ਕੌਮ ਹੱਥ ਅੱਡਦੀ ਹੋਈ। ਪਰ ਉਹ ਚੀਜ਼ ਜਿਹੜੀ ਸਾਡੇ ਦਿਲ ਦੇ ਵਿੱਚ ਜਿਹੜੇ ਭਾਂਬੜ ਹੈਗੇ ਉਹ ਉਂਝ ਹੀ ਰਹਿਣਗੇ, ਸਾਡੇ ਮਰਦੇ ਦਮ ਤੱਕ ਸਾਡੇ ਨਾਲ ਹੀ ਜਾਣਗੇ। ਜੋ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ, ਉਹਦੀ ਗੱਲ ਕੌਣ ਕਰੂਗਾ? ਉਹਦੀ ਗੱਲ ਕਿਉਂ ਨਹੀਂ ਲੋਕੀ ਕਰਦੇ? ਮੈਂ ਪੰਜਾਬੀਆਂ ਨੂੰ ਵੀ ਇਹ ਕਹਿਣਾ ਚਾਹੁੰਦੀ ਹਾਂ ਮੇਰੇ ਉਹਦੀ ਗੱਲ ਕਿਉਂ ਨਹੀਂ ਕਰਦੇ ਕਿ ਉਹਨਾਂ ਦੀ ਗੱਲ ਕੌਣ ਕਰੇਗਾ? ਸਾਨੂੰ ਛੱਡ ਦਿਓ, ਸਾਨੂੰ ਮਾਰਿਆ, ਸਾਡੇ ਕਤਲੇਆਮ ਹੋਏ, 3 ਦਿਨਾਂ ਵਿੱਚ 10,000 ਸਿੱਖ ਮਰ ਗਿਆ, ਉਸ ਚੀਜ਼ ਨੂੰ ਵੀ ਛੱਡ ਦਿਓ। ਸਾਡੀਆਂ ਧੀਆਂ ਭੈਣਾਂ ਦੀਆਂ ਬੇਪਤੀਆਂ ਹੋਈਆਂ ਉਹ ਵੀ ਛੱਡ ਦਿਓ। ਸਾਡੇ ਗੁਰੂ ਗ੍ਰੰਥ ਸਾਹਿਬ ਉਹਨਾਂ ਦੀਆਂ ਜਿਹੜੀਆਂ ਬਹੁਤ ਵੱਡੀ ਗੱਲ ਕਹੀ, ਇੰਨੀ ਬੇਇੱਜ਼ਤੀ ਹੋਈ, ਇੰਨੀ ਨਰਾਦਰੀ ਕੀਤੀ ਗਈ, ਪੈਰਾਂ ਥੱਲੇ ਰੋਂਦੇ ਗਏ, ਉਹਨਾਂ ਦਾ ਕੌਣ ਪੁੱਛੇਗਾ? ਸਵਾਲ ਇਹਨਾਂ ਲੋਕਾਂ ਤੋਂ ਪੁੱਛੇਗਾ। ਬਿਲਕੁਲ। 37 ਸਾਲਾਂ ਬਾਅਦ ਸੋਨੀਆ ਗਾਂਧੀ ਉਹ 37 ਸਾਲਾਂ ਤੋਂ ਆਪਣੇ ਪਰਿਵਾਰ ਨੂੰ ਬਚਾ ਰਹੀ ਆ। ਉਹਨਾਂ ਕਾਤਲਾਂ ਨੂੰ ਬਚਾਉਣ, ਉਹ ਕਾਤਲਾਂ ਨੂੰ ਨਹੀਂ ਬਚਾ ਰਹੀ, ਉਹ ਆਪਣਾ ਪਰਿਵਾਰ ਬਚਾ ਰਹੀ ਆ। ਬਿਲਕੁਲ। ਕਿ ਦੇਖੋ ਸਭ ਤੋਂ ਵੱਡਾ ਕਾਤਲ ਲੋਕੀ ਤੇ ਗੋਲ ਕਰਕੇ ਗੱਲਾਂ ਕਰਦੇ ਨੇ। ਮੈਂ 37 ਸਾਲਾਂ ਤੋਂ ਇੱਕੋ ਹੀ ਗੱਲ ਸਾਰਿਆਂ ਚੈਨਲਾਂ ਤੇ ਕਰਦੀ ਹਾਂ ਜੀ, ਬਈ ਮੈਨੂੰ ਜਿਹਨੇ ਫਾਂਸੀ ਲਾਣੀ ਲਾ ਦੇਵੇ। ਸਾਡਾ ਕਾਤਲ ਰਾਜੀਵ ਗਾਂਧੀ ਆ। ਬਿਲਕੁਲ। ਰਾਜੀਵ ਗਾਂਧੀ ਨੇ ਜਦੋਂ ਪ੍ਰਧਾਨ ਮੰਤਰੀ ਦੀ ਸਹੁੰ ਚੁੱਕੀ, ਉਹਨੇ ਆਪਣੀ ਕੋਠੀ ਵਿੱਚ ਮੀਟਿੰਗ, ਐਮਰਜੈਂਸੀ ਮੀਟਿੰਗ ਬੁਲਾਈ, ਉਹਨੇ ਲੋਕਾਂ ਨੂੰ ਡਾਇਰੈਕਸ਼ਨਾਂ ਦਿੱਤੀਆਂ, ਉਹਨੇ ਸਾਡੀ ਪਹਿਚਾਣ ਵਾਸਤੇ ਵੋਟਰ ਸੂਚੀਆਂ ਜਾਰੀ ਕੀਤੀਆਂ, ਦਿੱਤੀਆਂ ਉਹਨਾਂ ਨੂੰ, ਭਈ ਇੱਥੇ ਪਹਿਚਾਣ ਕਰੋ ਕਿੱਥੇ ਕਿੱਥੇ ਸਿੱਖ ਰਹੇ ਨੇ। ਉਹਨਾਂ ਨੂੰ ਲੋਹੇ ਦੀਆਂ ਰਾਡਾਂ ਮਿਲੀਆਂ, ਉਹਨਾਂ ਨੂੰ ਇੱਕ ਪਾਊਡਰ ਮਿਲਿਆ ਜਿਹੜਾ ਦੂਰੋਂ ਸੁੱਟਦੇ ਸਨ, ਅੱਗ ਲਗਾਉਂਦੇ ਸਨ ਤੇ ਅੱਗ ਲੱਗ ਜਾਂਦੀ ਸੀ। ਸਾਡੀਆਂ ਪ੍ਰੋਪਰਟੀਆਂ ਵੀ ਗਈਆਂ, ਸਾਡੇ ਰਿਸ਼ਤੇਦਾਰ ਭੈਣ ਭਾਈ ਵੀ ਗਏ, ਸਾਡੀਆਂ ਇੱਜ਼ਤਾਂ ਵੀ ਗਈਆਂ, ਸਾਡੇ ਕਾਰੋਬਾਰ ਛੁੱਟ ਗਏ, ਸਾਡਾ ਸਭ ਕੁਝ ਛੁੱਟ ਗਿਆ, ਸਭ ਕੁਝ। ਪਰ ਉਹਦੇ ਨਾਲ ਸਭ ਤੋਂ ਵੱਡੀ ਗੱਲ ਜਿਹੜਾ ਸਾਡਾ ਧਰਮ, ਜਿਹੜਾ ਸਾਡਾ ਪਿਓ, ਜਿਹੜਾ ਸਾਡਾ ਸਾਨੂੰ ਪਾਲਣ ਪੋਸਣ ਵਾਲਾ, ਪੈਦਾ ਕਰਨ ਵਾਲਾ, ਸਭ ਕੁਝ ਜੋ ਸਾਡਾ ਗੁਰੂ ਗ੍ਰੰਥ ਸਾਹਿਬ, ਉਹਦੀ ਬੇਆਦਰੀ ਜਿਹੜੀ ਹੋਈ, ਉਹਦੀ ਗੱਲ ਤੇ ਅੱਜ ਦਿਨ ਤੱਕ ਕਿਸੇ ਨੇ ਕੀਤੀ ਨਹੀਂ। ਹੁਣ ਸੋਨੀਆ ਗਾਂਧੀ ਨੇ ਆਈ 37 ਸਾਲਾਂ ਬਾਅਦ ਸਾਡੇ ਕਾਤਲ ਨੂੰ, ਉਹਨੂੰ ਨੁਮਾਇੰਦਾ ਸਪੈਸ਼ਲ ਇਨਵਾਈਟੀ ਬਣਾ ਦਿੱਤਾ। ਬਿਲਕੁਲ। ਉਹ ਜੇ ਦਿਨਾਂ ਦੇ ਵਿੱਚ ਬਣਾਇਆ ਜਦੋਂ ਸਾਡੇ ਘਰਾਂ ਦੇ ਵਿੱਚ ਐਨ ਜ਼ਖਮਾਂ ਨੂੰ ਕਰੇਦਿਆ, ਜਿੱਦਣ ਜਿਹੜੇ ਦਿਨਾਂ ਦੇ ਵਿੱਚ ਅਸੀਂ ਹੌਕੇ ਲੈਂਦੇ ਆ, ਸਾਡਾ ਸਾਹ ਨਹੀਂ ਨਿਕਲਦਾ, ਉਹਨੇ ਇਹ ਤੋਹਫੇ ਦੇ ਰੂਪ ਵਿੱਚ ਸਾਨੂੰ ਦਿੱਤਾ ਆ ਵੀ ਆਹ ਤੁਹਾਡੀ, ਸਾਨੂੰ ਉਹਨੇ ਔਕਾਤ ਦੱਸੀ ਹੈ ਵੀ ਤੁਹਾਡੀ ਔਕਾਤ ਕੀ ਹੈ ਇਸ ਦੇਸ਼ ਦੇ ਵਿੱਚ। ਅੱਜ ਯਾਦ ਰੱਖਿਓ ਸਿੱਖੋ, ਕਾਂਗਰਸ ਪਾਰਟੀ ਨੂੰ ਯਾਦ ਰੱਖਿਓ ਕਿ ਉਹਨੇ ਤੁਹਾਨੂੰ ਔਕਾਤ ਯਾਦ ਕਰਾਈ ਕਿ ਤੁਹਾਡੀ ਔਕਾਤ ਕੀ ਆ ਇਸ ਦੇਸ਼ ਦੇ ਵਿੱਚ। ਉਹਨੇ ਤੁਹਾਡੇ ਕਾਤਲ ਨੂੰ ਫਿਰ ਨਵਾਜਿਆ ਆ ਉਹਨਾਂ ਦਿਨਾਂ ਦੇ ਵਿੱਚ। ਅੱਗੇ ਪਿੱਛੇ ਵੀ ਇਹ ਗੱਲ ਕਰ ਸਕਦੇ ਨਾ, ਉਹਨਾਂ ਦਿਨਾਂ ਦੇ ਵਿੱਚ ਬਿਲਕੁਲ ਪ੍ਰੋਪਰ ਜਿੱਦਣ ਕਤਲੇਆਮ ਹੋਇਆ, ਉਹਨਾਂ ਦੀ ਬਰਸੀ ਆ, ਉਹਨਾਂ ਸ਼ਹੀਦਾਂ ਦੀ, ਉਹਨਾਂ ਬੱਚਿਆਂ ਦੀ ਅਸੀਂ ਬਰਸੀ ਮਨਾਉਂਦੇ ਆ। ਉਸ ਸਮੇਂ ਦੇ ਵਿੱਚ ਉਹਨਾਂ ਨੇ ਸਾਡਾ, ਜਿਨ੍ਹਾਂ ਨੇ ਖੂਨ ਪੀਤਾ, ਉਹਨਾਂ ਨੂੰ ਹੀ ਵੱਡੇ ਅਹੁਦੇ ਦੇ ਕੇ ਨਵਾਜਿਆ। ਇਹ ਗੱਲ ਯਾਦ ਰੱਖਣ ਵਾਲੀ ਆ, ਭੁੱਲ ਨਾ ਜਾਇਓ ਕਿਤੇ ਇਹ ਗੱਲ, ਕਿਉਂਕਿ ਦਿੱਲੀ ਦੇ ਵੱਡੇ ਸਿੱਖ ਚਾਹੇ ਉਹ SGP 'ਚ ਰਹੇ ਹੋਣ, ਚਾਹੇ ਉਹ ਕਿਸੇ ਵੀ ਅਹੁਦੇ 'ਤੇ ਰਹੇ ਹੋਣ, ਪਰ ਕਾਂਗਰਸ ਦੇ ਨਾਲ ਉਹਨਾਂ ਦੇ ਨੇੜੇ ਦੇ ਰਿਸ਼ਤੇ ਰਹੇ ਨੇ। ਉਹ ਹੁਣ ਆਪਣੀ ਛਾਤੀ 'ਤੇ ਹੱਥ ਰੱਖ ਕੇ, ਦਿਲ 'ਤੇ ਹੱਥ ਰੱਖ ਕੇ ਸੋਚਣ ਕਿ ਸੋਨੀਆ ਗਾਂਧੀ ਨੇ ਜੋ ਕੀਤਾ ਆ ਅੱਜ, ਕੀ ਇਹ ਉਸ ਦਿਨ ਜਿਹੜਾ ਕਤਲੇਆਮ ਹੋਇਆ ਬਿਲਕੁਲ ਉੱਦਾਂ ਦਾ ਹੀ ਸਾਡਾ ਨਰਾਦਰ ਨਹੀਂ ਕੀਤਾ ਗਿਆ। ਇਹ ਗੱਲ ਯਾਦ ਰੱਖਣ ਵਾਲੀ ਹੈ, ਚਾਹੇ ਉਹ ਸਰਨੇ ਬ੍ਰਦਰ ਹੋਣ, ਚਾਹੇ ਉਹ ਦੂਜੇ ਹੋਣ, ਚਾਹੇ ਤੀਜੇ ਹੋਣ, ਜਿਨ੍ਹਾਂ ਦੀ ਵੀ ਉਸ ਪਰਿਵਾਰ ਨਾਲ ਨੇੜਤਾ ਆ, ਇਸ ਗੱਲ ਦੀ ਹੁਣ ਤੁਸੀਂ ਗੌਰ ਕਰਨੀ ਆ ਕਿ ਜਿਨ੍ਹਾਂ ਨੇ ਸਾਡਾ ਕੁਝ ਨਹੀਂ ਛੱਡਿਆ, ਉਹਨਾਂ ਨੂੰ ਫਿਰ ਸਾਡੇ ਸਿਰਾਂ 'ਤੇ ਲਿਆ ਕੇ ਬਿਠਾਤਾ, ਔਰ ਉਸ ਦਿਨ ਬਿਠਾਇਆ ਜਿੱਦਣ ਸਾਡੇ ਕਤਲ ਹੋਏ ਨੇ। ਭੈਣ ਜੀ, ਇੱਕ ਗੱਲ ਤੁਸੀਂ ਬੜੀ ਬੇਬਾਕੀ ਨਾਲ ਕਹੀ ਆ ਕਿ ਸਾਡੇ ਗੁਰੂ ਦਾ ਕਿਸੇ ਨੇ ਜ਼ਿਕਰ ਨਹੀਂ ਕੀਤਾ ਹੈਗਾ। ਇਹ ਵੱਡਾ ਸਵਾਲ ਆ
ਸਾਰੀ ਦੁਨੀਆ ਦੀ ਗੁਰੂ ਨਾਨਕ ਨਾਮ ਲੇਵਾ ਸਾਡੇ ਪੰਥ ਨੂੰ ਕਿ ਉਸ ਦਿੱਲੀ ਦੇ ਵਿੱਚ ਸੈਂਕੜੇ ਗੁਰਦੁਆਰਿਆਂ ਨੂੰ ਵੀ ਅਗਨ ਭੇਟ ਕੀਤਾ ਗਿਆ। ਗ੍ਰੰਥੀ ਸਿੰਘਾਂ ਨੂੰ ਧੋ ਕੇ ਗਲਾਂ 'ਚ ਟਾਇਰ ਪਾ ਕੇ ਉਹਨਾਂ ਨੂੰ ਕਤਲ ਕੀਤਾ ਗਿਆ। ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਗਲੀਆਂ 'ਚ ਖਿਲਾਰੇ ਗਏ। ਇੱਕ ਜਿੱਦਾਂ ਇਹਨਾਂ ਨੇ ਇੱਕ ਤਾਨਾ ਮਾਰਿਆ ਗਏ ਬਰਗਾੜੀ ਦੀ ਘਟਨਾ ਜਿਹੜੀ ਆ ਉਹਨੂੰ ਅਸੀਂ ਯਾਦ ਕਰਦੇ ਹਾਂ। 84 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਆ, ਜਿਹੜੀ ਨਰਾਦਰੀ ਹੋਈ ਆ, ਉਹਦੀ ਗੱਲ ਅਸੀਂ ਕਿਉਂ ਨਹੀਂ ਕਰਦੇ। ਸੋ ਭੈਣ ਜੀ ਇੱਕ ਤੁਹਾਡੇ ਤੋਂ ਹੋਰ ਮੈਂ ਇਹ ਪਰਚਾ ਪੜ੍ਹ ਰਿਹਾ ਸਾਂ। ਹੁਣ ਇਹ ਕਿੰਨੀ ਤਰੀਕ ਦੀ ਆ ਬਰਸੀ ਜਿਹੜੀ ਆ? 5 ਤਰੀਕ ਦੀ 5 ਨਵੰਬਰ। ਮੈਂ ਸਾਰੀ ਸੰਗਤ ਜਿਹੜੀ ਸੁਣ ਰਹੀ ਆ ਉਹਨਾਂ ਨੂੰ ਕਹਿਣਾ ਚਾਹਾਂਗਾ 5 ਤਰੀਕ ਦੀ ਬਰਸੀ ਆ। ਅੱਛਾ ਭੈਣ ਜੀ, ਜਿਹੜੀ ਇਹ ਬਰਸੀ ਆਪਾਂ ਮਨਾਉਂਦੇ ਆ, ਇਹਦੇ ਲਈ ਜਿਹੜਾ ਜਿੱਦਾਂ ਹੁਣ ਇੱਥੇ ਹਾਲਾਤ ਜਿਹੜੇ ਨੇ ਉਹ ਪਹਿਲਾਂ ਹੀ, ਕਿਉਂਕਿ ਜਦੋਂ ਅਸੀਂ ਉੱਜੜ ਕੇ ਸਾਰਾ ਕੁਝ ਖਤਮ ਹੋ ਗਿਆ, ਪਰਿਵਾਰ ਖਤਮ ਹੋ ਗਏ ਅਤੇ ਆਸਰਾ ਨਹੀਂ ਕੋਈ ਰਿਹਾ, ਕਿਉਂਕਿ ਨਿਆਸਰਿਆਂ ਦੇ ਆਸਰਾ ਜਿਹੜਾ ਉਹ ਸਾਡਾ ਗੁਰੂ ਆ ਬੇਸ਼ੱਕ, ਪਰ ਫਿਰ ਵੀ ਜ਼ਿੰਦਗੀ ਦੀਆਂ ਜਿਹੜੇ ਲੋੜਾਂ ਨੇ ਉਹ ਸਾਨੂੰ ਪੂਰੀਆਂ ਕਰਨ ਲਈ ਇੱਥੇ ਫਿਰ ਕੀ ਸਹਿਯੋਗ ਕਰਦੇ ਨੇ ਲੋਕ? ਜਿੱਦਾਂ ਉਹ ਜਾਂ ਗੱਲਾਂ ਅਸੀਂ ਬੜੀਆਂ ਕਰਨੇ ਆ, ਪਰ ਇਹਦੇ ਲਈ ਕੋਈ ਸਹਿਯੋਗ ਕਰਦੇ ਨੇ ਜਾਂ ਤੁਸੀਂ ਆਪਣੇ ਕੋਲੋਂ ਤਿਲ ਫੁੱਲ ਭੇਟਾ ਕਰਕੇ ਇਹਦੇ ਵਿੱਚ ਤੇ ਤੁਸੀਂ ਬਰਸੀ ਮਨਾਉਂਦੇ ਹੋ? ਇਹਦੇ ਵਿੱਚ ਇਸ ਤਰ੍ਹਾਂ ਹੈਗਾ ਜੀ, ਦੇਖੋ ਅਸੀਂ 37 ਸਾਲਾਂ ਤੋਂ ਇਹ ਮਨਾ ਰਹੇ ਹਾਂ ਬਰਸੀ। ਅਸੀਂ ਹਰ ਸਾਲ ਅਸੀਂ ਪਿਛਲੇ ਸਾਲ ਦਰਬਾਰ ਸਾਹਿਬ ਮਨਾਈ ਆ। ਜੀ 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 ਜੀ। ਕਿਉਂਕਿ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਵਣ ਨਾ ਤੇ ਉਹ ਕੌਮਾਂ ਕਦੀ ਉਹ ਰੁੱਲ ਜਾਂਦੀਆਂ ਨੇ, ਉਹ ਰੁੱਲ ਜਾਂਦੀਆਂ ਨੇ, ਬਿਲਕੁਲ ਰੁੱਲ ਜਾਂਦੀਆਂ ਨੇ ਜੀ। ਇਸ ਕਰਕੇ ਅਸੀਂ ਆਪਣੇ ਸ਼ਹੀਦਾਂ ਨੂੰ ਜਿਹੜਾ ਹੈਗਾ ਅਸੀਂ ਨਹੀਂ ਭੁੱਲ ਸਕਦੇ। ਉਹਦੇ ਨਾਲ ਸਾਡੇ ਗੁਰਧਾਮ, ਸਾਡੇ ਗੁਰੂ ਗ੍ਰੰਥ ਸਾਹਿਬ ਉਹ ਵੀ ਵਿੱਚ ਹੀ ਸ਼ਾਮਲ ਹਨ। ਜੀ ਜੀ ਬਿਲਕੁਲ। ਇਹਦੇ ਵਿੱਚ ਹੁਣ ਤੁਸੀਂ ਦੇਖਿਆ ਅਸੀਂ ਦਰਬਾਰ ਸਾਹਿਬ ਦਾ ਵੀ ਜ਼ਿਕਰ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੈਂ ਪੜ੍ਹਿਆ ਜੀ, ਬਿਲਕੁਲ। ਅਤੇ ਇਸ ਕਰਕੇ ਅਸੀਂ ਜਿਹੜਾ ਹੈਗਾ ਅਸੀਂ ਆਪਣੇ ਕੋਲੋਂ ਹੀ ਸਾਰੇ ਲੋਕ ਜਿਹੜਾ ਹੈਗਾ ਇਕੱਠਾ ਕਰਕੇ ਜੋ ਵੀ ਸਾਡੇ ਕੋਲੋਂ ਹੁੰਦਾ ਅਸੀਂ ਦਰਬਾਰ ਸਾਹਿਬ ਤੋਂ ਵਧੀਆ ਜਥੇ ਬਣਾ ਕੇ ਅਸੀਂ ਇੱਥੇ ਕਰਵਾਉਂਦੇ ਹਾਂ। ਅਤੇ ਇਸ ਸਾਲ ਜਿਹੜਾ ਹੈਗਾ 37 ਸਾਲ ਹੋ ਗਏ ਅਤੇ ਅਸੀਂ ਫਿਰ ਮਤਲਬ ਇਹ ਚੀਜ਼ ਕੀਤੀ ਹੈਗੀ ਆ ਭਈ ਥੋੜ੍ਹਾ ਵੱਡੇ ਪੱਧਰ 'ਤੇ ਮਨਾ ਰਹੇ ਹੈਗੇ ਆ। ਜੀ ਜੀ। ਜਿਵੇਂ ਆਸਿਫ ਸਾਹਿਬ ਹੈਗੇ ਆ, ਬੀਬੀ ਜਗੀਰ ਕੌਰ ਜੀ ਹੈਗੇ ਆ, ਅਤੇ ਅਸੀਂ ਇਹਨਾਂ ਸਾਰਿਆਂ ਨੂੰ ਵੀ ਬੁਲਾ ਰਹੇ ਹੈਗੇ ਆ। ਠੀਕ ਹੈ। ਨਾਲੇ ਉਹਨਾਂ ਨੂੰ ਵੀ ਪਤਾ ਲੱਗੇ ਕਿ ਸਾਡੀਆਂ ਧੀਆਂ, ਸਾਡੀਆਂ ਭੈਣਾਂ ਕਿਹੜੇ ਹਾਲਾਤਾਂ 'ਚ ਰਹਿ ਰਹੇ ਆ ਅਤੇ ਸਾਡਾ ਕਿੰਨਾ ਬਜਟ ਆ। ਅਸੀਂ ਇਹਨਾਂ ਨੂੰ ਕਿੰਨੀਆਂ ਕੋਈ ਜੋਬਾਂ ਦਿੱਤੀਆਂ, ਕਿੰਨੀਆਂ ਕੋਈ ਇਹਨਾਂ ਬੀਬੀਆਂ ਦੇ ਸੀ ਜਿਹੜੇ ਨੇ ਹੰਝੂ ਪੂੰਝਣ ਦੀ ਕੋਸ਼ਿਸ਼ ਕੀਤੀ ਆ, ਕੋਈ ਮਲਮ ਪੱਟੀ। ਇਹ ਬਿਲਕੁਲ ਇਹਨਾਂ ਨੂੰ ਸੱਦਣਾ ਚਾਹੀਦਾ, ਇਹਨਾਂ ਨੂੰ ਵਿਖਾਉਣਾ ਚਾਹੀਦਾ। ਇਹਨਾਂ ਨੂੰ ਇੱਕ ਬੜਾ ਵੱਡਾ ਮਿਹਣਾ ਹੈ ਕਿ ਐਡੀ ਵੱਡੀ ਸਾਡੀ ਸਰਕਾਰ ਦੇ ਬਰਾਬਰ ਇੱਕ ਵੱਡਾ ਸਾਡਾ ਅਦਾਰਾ ਆ ਜਿਹਨੇ ਅਜੇ ਤੱਕ ਬੇਸ਼ੱਕ ਉਹਨਾਂ ਨੇ ਕੀਤਾ ਹੋਏਗਾ ਪਰ ਜੋ ਕਰਨਾ ਬਣਦਾ ਸੀ ਉਹ ਨਹੀਂ ਕੀਤਾ ਹੈਗਾ। ਸੋ ਇਹਨਾਂ ਨੇ ਸਾਡੇ ਨਾਲ ਇੰਨਾ ਜ਼ਰੂਰ ਕੀਤਾ, ਜਿਹੜੀ ਚੀਜ਼ ਹੋਈ ਹੋਵੇ ਉਹ ਵੀ ਸਾਨੂੰ ਦੱਸਣੀ ਚਾਹੀਦੀ। ਬਿਲਕੁਲ ਬਿਲਕੁਲ ਜੀ। ਕਿਉਂ ਕਹਿੰਦੇ ਝੂਠ ਬੋਲਣਾ ਵੀ ਉਨਾ ਹੀ ਪਾਪ ਹੈਗਾ ਜਿਹੜਾ ਆਪਾਂ ਹੈ ਨਾ। ਜਦੋਂ ਅਸੀਂ ਇੱਥੇ ਆਏ ਅਤੇ ਉਸ ਤੋਂ ਬਾਅਦ ਜਦੋਂ ਅਕਾਲੀ ਸਰਕਾਰ ਬਣੀ ਅਤੇ ਅਸੀਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸੀਗੇ ਮੁੱਖ ਮੰਤਰੀ, ਅਸੀਂ ਉਹਨਾਂ ਕੋਲ ਗਏ। ਅਸੀਂ ਉਹਨਾਂ ਨੂੰ ਜਾ ਕੇ ਕਿਹਾ ਕਿ ਸਾਡੇ ਲੋਕ ਜਿਹੜੇ ਉੱਜੜ ਕੇ ਆਏ ਆ ਉਹਨਾਂ ਕੋਲ ਕਿਰਾਏ ਭਰਨ ਵਾਸਤੇ ਨਹੀਂ ਪੈਸੇ ਹੈਗੇ, ਉਹਨਾਂ ਦੇ ਕਾਰੋਬਾਰ ਨਹੀਂ ਹੈਗੇ, ਤੁਸੀਂ ਉਹਨਾਂ ਨੂੰ ਵਾਸਤੇ ਕੁਛ ਉਹਨਾਂ ਦਾ ਮੁੜ ਬਸੇਵਾ ਕਰਨ ਵਾਸਤੇ ਕੁਛ ਨਾ ਕੁਛ ਸੋਚੋ। ਉਹਨਾਂ ਨੇ ਫਿਰ ਇਹ ਕਿਹਾ ਬਈ ਤੁਸੀਂ ਲੋਕ ਕਿੱਥੇ ਬੈਠੇ ਹੋਏ ਹੋ, ਕਿਵੇਂ ਆ। ਅਤੇ ਅਸੀਂ ਜਦੋਂ ਆਏ ਸੀਗੇ ਨਾ ਅਤੇ ਇਹ ਮਕਾਨ ਖੰਡਰ ਸੀਗੇ, ਇਹਨਾਂ ਵਿੱਚ ਨਾ ਦਰਵਾਜ਼ੇ ਨਾ ਬਾਰੀਆਂ ਕੁਛ ਵੀ ਨਹੀਂ ਸੀਗਾ, ਛੱਤਾਂ ਵਿੱਚੋਂ ਪਾਣੀ ਚੌਂਦਾ ਸੀਗਾ ਸਭ ਕੁਝ। ਪਰ ਸਾਨੂੰ ਇਹ ਸੀਗਾ ਅਸੀਂ ਸਿਰ ਲਗਾ ਕੇ ਅਤੇ ਆਪਣੀ ਮਿਹਨਤ ਕਰਨੀ, ਆਪਣੇ ਬੱਚਿਆਂ ਨੂੰ ਰੋਟੀ ਖਵਾਉਣੀ। ਅਤੇ ਅਸੀਂ ਲੋਕਾਂ ਨੇ ਸਿਰ ਛੁਪਾਉਣ ਵਾਸਤੇ ਅਸੀਂ ਇੱਕ ਮਕਾਨ ਵੀ 3-3 4-4 ਪਰਿਵਾਰ ਰਹਿੰਦੇ ਸਨ ਜਿਹੜੇ ਵੱਡਾ ਸੀਗਾ, ਕਿਉਂ ਗੁਜ਼ਾਰਾ ਕਰਨਾ ਸੀਗਾ, ਨਹੀਂ ਕਿਰਾਏ ਭਰ ਸਕਦੇ ਸੀਗੇ। ਅਤੇ ਤੁਸੀਂ ਇਹ ਦੇਖੋ ਭਈ ਅਸੀਂ ਚਲੋ ਫਿਰ ਜਦੋਂ ਅਸੀਂ ਬਾਦਲ ਸਾਹਿਬ ਨੂੰ ਕਿਹਾ ਜੀ ਸਾਡੇ ਇਤਨੇ ਪਰਿਵਾਰ ਜਿਹੜੇ ਜਿਨ੍ਹਾਂ ਨੇ ਮਕਾਨ ਕਬਜ਼ੇ ਕੀਤੇ ਹੋਏ ਆ, ਤੁਹਾਡੇ ਸਰਕਾਰੀ ਫਲੈਟ ਹੈਗੇ ਆ, ਕੋਈ ਗਲਾਡਾ ਦੇ ਹੈਗੇ ਆ, ਕੋਈ PWD ਦੇ ਹੈਗੇ ਆ, ਕੋਈ ਕੁਛ ਹੈਗੇ ਆ। ਉਹਨਾਂ ਨੇ ਕਿਹਾ ਜੀ ਉਹਨਾਂ ਆਪਣੇ ਅਫਸਰਾਂ ਦੀ ਡਿਊਟੀ ਲਗਾਈ, ਇਨਕੁਆਇਰੀ ਕਰੋ, ਸਾਰੀਆਂ ਲਿਸਟਾਂ ਬਣਾਓ, ਮੈਨੂੰ ਲਿਸਟਾਂ ਪ੍ਰੋਵਾਈਡ ਕਰੋ। ਬਾਦਲ ਸਾਹਿਬ ਨੇ ਉਸ ਟਾਈਮ ਸਾਨੂੰ, ਜਦੋਂ ਇਹਨਾਂ ਦੀ ਪਹਿਲੀ ਸਰਕਾਰ ਬਣੀ ਅਤੇ ਉਹਨਾਂ ਨੇ ਉਸ ਟਾਈਮ ਇਹਨਾਂ ਨੇ ਸਾਨੂੰ ਕੁਛ ਮਕਾਨ, ਮੇਰਾ ਖਿਆਲ ਆ ਉਦੋਂ ਇਹਨਾਂ ਨੇ 1001 ਮਕਾਨ ਸਾਨੂੰ ਅਲਾਟ ਕੀਤਾ ਅਤੇ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਦੂਜੀ ਵਾਰ ਸਰਕਾਰ ਬਣੀ ਅਸੀਂ ਇਹਨਾਂ ਨੂੰ ਕਿਹਾ ਬਾਦਲ ਸਾਹਿਬ ਸਾਡਾ ਇਸ ਤਰ੍ਹਾਂ ਗੱਲ ਨਹੀਂ ਬਣਦੀ ਹੈਗੀ ਆ ਵੀ ਸਾਨੂੰ ਕੁਛ ਲੋਕਾਂ ਨੂੰ ਕਾਰੋਬਾਰ ਵਾਸਤੇ ਵੀ ਥੋੜ੍ਹਾ ਬਹੁਤਾ ਕੁਛ ਦਿਓ। ਇਹਨਾਂ ਨੇ ਫਿਰ ਸਾਨੂੰ ਛੋਟੀ ਜਗ੍ਹਾ ਦਿੱਤੀ 8x10 ਦੀ ਅਤੇ ਖਾਲੀ ਜਗ੍ਹਾ ਹੀ ਦਿੱਤੀ। ਅਸੀਂ ਆਪ ਹੀ ਬਣਾਈਆਂ ਦੁਕਾਨਾਂ ਉੱਥੇ। ਉਹ 327 ਦੁਕਾਨਾਂ ਦਿੱਤੀਆਂ ਇਹਨਾਂ ਨੇ ਇੱਥੇ ਲੁਧਿਆਣੇ ਦੇ ਵਿੱਚ, 200 ਪਟਿਆਲੇ, 200 ਮੋਹਾਲੀ।
ਫਿਰ ਇਹਨਾਂ ਨੇ ਮੋਹਾਲੀ ਦੇ ਵਿੱਚ ਵੀ ਮਕਾਨ ਅਲਾਟ ਕੀਤੇ, ਪਟਿਆਲੇ ਵਿੱਚ ਵੀ ਕੀਤੇ, ਅਤੇ ਸਭ ਤੋਂ ਜ਼ਿਆਦਾ ਜਿਹੜੇ ਹੋਏ ਉਹ ਲੁਧਿਆਣੇ ਦੇ ਵਿੱਚ ਹੋਏ, ਕਿਉਂ ਸਭ ਤੋਂ ਜ਼ਿਆਦਾ ਸੰਖਿਆ ਜਿਹੜੀ ਹੈਗੀ ਆ ਪੀੜਤ ਪਰਿਵਾਰਾਂ ਦੀ 15,000 ਪਰਿਵਾਰ ਆ ਜਿਹੜਾ ਉਹ 12,000 ਉਦੋਂ ਰਜਿਸਟਰਡ ਹੋਇਆ ਸੀ, 2-3 ਹਜ਼ਾਰ ਫਿਰ ਹੋਇਆ, 15,000 ਪਰਿਵਾਰ ਜਿਹੜਾ ਉਹ ਇੱਥੇ ਲੁਧਿਆਣੇ ਵੀ ਰਹਿ ਰਹੇ। 15,000 ਫੈਮਿਲੀ ਰਹਿੰਦੀ ਹੈ ਹਾਂਜੀ ਇੱਥੇ, ਜਿਹੜੀ ਦਿੱਲੀ ਚੋਂ ਸਿੱਖ ਕਤਲੇਆਮ ਚੋਂ ਆਈ ਇੱਥੇ, ਦਿੱਲੀ, ਬੁਖਾਰੋ, ਬਿਹਾਰ, ਪਟਨਾ, ਬਿਹਾਰ, ਕਾਨਪੁਰ, ਸਾਰੀਆਂ ਜਗ੍ਹਾ ਤੋਂ, ਹਾਂਜੀ ਸਾਰੀਆਂ ਜਗ੍ਹਾ ਤੋਂ ਜਿਹੜੇ ਉਹ ਇੱਥੇ ਲੁਧਿਆਣੇ ਵੀ ਰਹਿ ਰਹੇ ਆ। ਅਤੇ ਸਭ ਤੋਂ ਵੱਡੀ ਸੰਖਿਆ ਇੱਥੇ ਹੀ ਸੀਗੀ। ਫਿਰ ਉਹਨਾਂ ਨੇ ਇੱਥੇ ਲੁਧਿਆਣੇ ਵੀ ਜਿਹੜੇ ਹੈਗੇ, ਫਿਰ ਉਹਨਾਂ ਨੇ ਫਿਰ ਸਾਨੂੰ ਕੋਈ ਮਤਲਬ 2500 ਮਕਾਨ ਫਿਰ ਦੁਬਾਰਾ ਤੋਂ ਅਲਾਟ ਕੀਤਾ ਜੀ, ਅਤੇ ਉਹਨਾਂ ਨੇ ਸਾਡੀ ਇਹ ਮਦਦ ਕੀਤੀ। ਫਿਰ ਉਹਨਾਂ ਨੇ ਸਾਡੇ ਬੱਚਿਆਂ ਦੀ ਪੜ੍ਹਾਈ ਦਾ ਕੋਟਾ ਰੱਖਿਆ ਸੀ 2%, ਨੌਕਰੀਆਂ ਦਾ ਰੱਖਿਆ ਸੀਗਾ 2%, ਉਹਨਾਂ ਨੇ ਵਿਧਵਾਵਾਂ ਉਹ ਦਿੱਤੀਆਂ ਵੀ। ਹਾਂ, ਉਹ ਜਿਹੜੇ ਇਸ ਗੱਲ ਲਈ ਆਪਾਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਬਿਲਕੁਲ ਧੰਨਵਾਦ ਕਰਨਾ ਪੈਂਦਾ, ਜੋ ਸੱਚਾਈ ਆ, ਬਿਲਕੁਲ ਇਹ ਉਹਨਾਂ ਦਾ ਧੰਨਵਾਦ ਆ। ਤੇ ਉਹਨਾਂ ਨੇ ਵਿਧਵਾਵਾਂ ਨੂੰ ਪੈਨਸ਼ਨਾਂ ਵੀ ਲਗਾਈਆਂ। ਅੱਛਾ, ਠੀਕ, ਪਹਿਲੇ 2500 ਲਗਾਈ, ਫਿਰ ਅਸੀਂ ਫਿਰ ਦੁਬਾਰਾ ਜਦੋਂ ਸਰਕਾਰ ਬਣੀ ਫਿਰ ਗਏ ਬਾਦਲ ਸਾਹਿਬ, ਇੰਨੀ ਮਹਿੰਗਾਈ ਆ, ਕੁਛ ਨਹੀਂ ਬਣਦਾ, ਜਿਹੜੀਆਂ ਵਿਚਾਰੀਆਂ ਦਾ ਆਗਾ ਪਿੱਛਾ ਕੋਈ ਹੈ ਹੀ ਨਹੀਂ, ਤੇ ਉਹਨਾਂ ਨੂੰ ਫਿਰ ਉਹਨਾਂ ਨੇ 5000 ਪੈਨਸ਼ਨ ਕੀਤੀ। ਅੱਛਾ, ਹਾਂ, ਉਹ 5000 ਕੁਛ ਵਿਧਵਾਵਾਂ ਹੈਗੀਆਂ ਜਿਨ੍ਹਾਂ ਨੂੰ ਹੋਣਗੀਆਂ, ਮੇਰਾ ਖਿਆਲ ਆ 700 ਵਿਧਵਾ ਸਾਡੀ ਭੈਣ ਹੋਏਗੀ, ਮਾਵਾਂ ਹੋਣਗੀਆਂ ਜਿਨ੍ਹਾਂ ਨੂੰ ਉਹ ਪੈਨਸ਼ਨ ਵੀ ਬਾਦਲ ਸਾਹਿਬ ਦੇ ਟਾਈਮ 'ਤੇ ਲੱਗੀ। ਉਸ ਤੋਂ ਬਾਅਦ ਭੈਣੇ ਕੋਈ ਦੂਜੀਆਂ ਸਰਕਾਰਾਂ ਜਿਹੜੀਆਂ ਆਈਆਂ, ਦੂਜੀਆਂ ਸਰਕਾਰਾਂ ਦੀ ਦੱਸਦੀਆਂ, ਜਦੋਂ ਪਹਿਲੀ ਸਰਕਾਰ ਬਾਦਲ ਸਾਹਿਬ ਦੀ ਗਈ ਉਹਨਾਂ ਨੇ ਸਾਡੇ ਕੁਛ ਮਕਾਨ ਰਾਖਵੇਂ ਰੱਖ ਲਏ। ਜਦੋਂ ਕਾਂਗਰਸ ਸਰਕਾਰ ਆਈ 2003 ਦੇ ਵਿੱਚ, ਅਤੇ ਇਹਨਾਂ ਨੇ ਆਂਦੇ ਹੀ ਸਭ ਤੋਂ ਵੱਡਾ ਤੋਹਫਾ ਦਿੱਤਾ ਜੀ ਸਾਨੂੰ, ਕਿ ਇਹਨਾਂ ਨੇ ਸਾਡੇ ਸਾਰੇ ਰਾਖਵੇਂ ਮਕਾਨ ਉਹਨਾਂ ਦੀ ਨੀਲਾਮੀ ਸ਼ੁਰੂ ਕਰ ਦਿੱਤੀ। ਓ ਮਾਈ ਗॉड, ਇਹ ਗੱਲ ਬਹੁਤ ਵੱਡੀ ਆ। ਹਾਂ, ਇਹ ਕੈਪਟਨ ਸਰਕਾਰ ਦੇ ਵਿੱਚ ਹੋਈ। ਕਿਸ ਸੰਨ ਦੇ ਵਿੱਚ? ਇਹ 2003 ਦੇ ਵਿੱਚ ਜਾਂ 4 ਦੇ ਵਿੱਚ ਹੋਇਆ, 4 ਦੇ ਵਿੱਚ। ਅੱਛਾ, ਉਹਨਾਂ ਮਕਾਨਾਂ ਦੀ ਨਿਲਾਮੀ ਸ਼ੁਰੂ ਕਰਤੀ ਕਾਂਗਰਸ ਸਰਕਾਰ ਨੇ। ਤੇ ਫਿਰ ਅਸੀਂ ਬਾਦਲ ਸਾਹਿਬ ਕੋਲ ਗਏ, ਅਸੀਂ ਜਾ ਕੇ ਰੋਏ, ਬਾਦਲ ਸਾਹਿਬ ਵੀ ਸਾਡੇ ਕੋਲ ਤੇ ਵਕੀਲਾਂ ਵਾਸਤੇ ਵੀ ਪੈਸੇ ਨਹੀਂ ਤੇ ਸਾਡੇ ਨਾਲ ਕੀ ਜ਼ੁਲਮ ਕਰਤਾ ਇਹਨਾਂ ਨੇ, ਸਿਰਫ ਆਪਣੇ ਬੱਚੇ ਪਾਲ ਸਕਦੇ ਹੈਗੇ, ਤੇ ਸਾਡੇ ਨਾਲ ਤੇ ਜੁਰਮ ਹੋ ਰਿਹਾ, ਸਾਡੇ ਲੋਕ ਕਿੱਥੇ ਜਾਣਗੇ। ਫਿਰ ਸਾਨੂੰ ਬਾਦਲ ਸਾਹਿਬ ਨੇ ਇੱਕ ਹਰਦੇਵ ਸਿੰਘ ਜੀ ਬੱਤੇਵਾਲ ਹੈਗੇ ਐਡਵੋਕੇਟ, ਹਰਿਆਣਾ ਹਾਈ ਕੋਰਟ ਤੇ ਉਹ ਜਾਣੀ ਕਿ ਮਤਲਬ ਮੈਂ ਕਹਿੰਦੀ ਹਾਂ ਉਹੋ ਜਿਹਾ ਵਕੀਲ ਵੀ ਮੈਂ ਜ਼ਿੰਦਗੀ ਵਿੱਚ ਨਹੀਂ ਦੇਖਿਆ ਹੁਣ। ਇਹਨਾਂ ਨੇ ਕਿਹਾ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੀ ਸਾਰੀ ਫੀਸ ਭਰੇਗੀ, ਤੁਸੀਂ ਇਹਨਾਂ ਦਾ ਕੇਸ ਲੜੋ ਕਿ ਇਹਨਾਂ ਦੇ ਇਹ ਚੀਜ਼ਾਂ ਰੁਕਣੀਆਂ ਚਾਹੀਦੀਆਂ ਨੇ, ਇਹਨਾਂ ਨਾਲ ਧੱਕਾ ਨਹੀਂ ਹੋਣਾ ਚਾਹੀਦਾ। ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਮੂੰਹ ਦੀਆਂ ਗੱਲਾਂ ਜੀ, ਕਈ ਵਾਰੀ ਲੋਕੀ ਕਹਿੰਦੇ ਨੇ, ਪਰ ਚਲੋ ਜੋ ਉਹਨਾਂ ਨੇ ਕੀਤਾ ਉਹਦੇ ਲਈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਬਿਲਕੁਲ। ਫਿਰ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਮਤੇਵਾਲ ਸਾਹਿਬ ਨੇ ਸਾਡਾ ਕੇਸ ਲੈ ਲਿਆ, ਤਿਆਰ ਕਰ ਲਿਆ, ਸਭ ਕੁਝ ਕਰ ਲਿਆ। ਜਦੋਂ ਅਸੀਂ ਲਗਾਤਾਰ ਉਹਨਾਂ ਦੇ ਕੋਲ ਆਉਣ ਜਾਣ ਲੱਗੇ, ਉਹ ਸਾਡੀ ਦੇਖਣ ਲੱਗੇ ਪਈ ਇਹ ਲੋਕਾਂ ਦੀ ਕਿੰਨੀ ਸੇਵਾ ਕਰ ਰਹੇ ਆ, ਕੀ ਕਰ ਰਹੇ ਆ, ਆਪ ਮਿਹਨਤ ਕਰਦੇ ਨੇ। ਰਾਤ ਮੈਂ ਦੇਖੋ, ਮੈਂ ਹੋਜਰੀ ਦਾ ਕੰਮ ਕਰਦੀ ਸੀ, ਮੈਂ ਰਾਤ ਮਸ਼ੀਨ ਚਲਾਉਂਦੀ ਸੀ ਸਵੈਟਰਾਂ ਬਣਾਉਣ ਦੀ, ਅਤੇ ਦਿਨੇ ਲੋਕਾਂ ਦੀ ਸੇਵਾ ਕਰਦੀ ਸੀ। ਵਾਹਿਗੁਰੂ। ਪਰ ਮੈਨੂੰ ਉਹਦੇ ਨਾਲ ਸਕੂਨ ਮਿਲਦਾ ਮੈਨੂੰ ਉਹ ਦਿੱਲੀ ਦੇ ਜਿਹੜੀ ਤਕਲੀਫ ਮੈਂ ਉਸ ਚੀਜ਼ ਨੂੰ ਭੁਲਾਉਣਾ ਚਾਹੁੰਦੀ ਸੀਗੀ ਵੀ ਮੈਂ ਲੋਕਾਂ ਦੀ ਸੇਵਾ ਕਰਾਂ, ਮੈਂ ਉਹ ਥੋੜ੍ਹਾ ਜਿਹਾ ਮੈਨੂੰ ਭੁੱਲ ਜਾਵੇ। ਅਤੇ ਮੈਂ ਭੈਣੇ ਫਿਰ ਫਿਰ ਕਿਵੇਂ ਹੋਇਆ, ਕੇਸ ਦਾ ਕੀ ਬਣਿਆ? ਫਿਰ ਉਹ ਮਤੇਵਾਲ ਸਾਹਿਬ ਨੇ ਜਦੋਂ ਸਾਡੀ ਦੇਖੀ ਪੋਜੀਸ਼ਨ, ਉਹਨਾਂ ਨੇ ਕਿਹਾ ਮੈਂ ਤੁਹਾਡੇ ਕੋਲੋਂ ਫੀਸ ਨਹੀਂ ਲੈਣੀ, ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਫੀਸ ਜਾਂਦੇ ਵਾਸਤੇ ਰਹੋ ਜੀ। ਔਰ ਉਹਨਾਂ ਨੇ ਕਈ ਵਾਰੀ ਜਿਹੜੇ ਸਾਡੇ ਪੇਪਰ ਵੀ ਤਿਆਰ ਕਰਨੇ, ਉਹਦੀ ਟਾਈਪਿੰਗ ਦਾ ਵੀ ਖਰਚਾ ਉਹਨਾਂ ਨੇ ਆਪਣੇ ਕੋਲੋਂ ਦੇਣਾ। ਉਹਨਾਂ ਨੇ ਸਾਡੇ ਕੋਲੋਂ ਨਹੀਂ ਦੇਣਾ, ਉਹਨਾਂ ਨੇ ਮੁਨਸ਼ੀ ਨੂੰ ਵੀ ਕਹਿਣਾ ਜਿਹੜਾ 150 ਲੱਗਦਾ ਤੂੰ ਮੇਰੇ ਕੋਲੋਂ ਲੈਣਾ, ਇਹਨਾਂ ਕੋਲੋਂ ਕੁਛ ਨਹੀਂ ਮੰਗਣਾ। ਧੰਨਵਾਦ ਜੀ ਬਹੁਤ। ਇਹ ਦੇਖੋ ਮੈਂ ਜ਼ਿੰਦਗੀ ਵਿੱਚ ਜਦੋਂ ਤੱਕ ਜਿੰਦੀ ਹਾਂ, ਮੈਂ ਉਹਨਾਂ ਦਾ, ਮੇਰਾ ਪੂਰਾ ਪਰਿਵਾਰ ਵੀ ਉਹਨਾਂ ਦਾ ਦੇਣਾ ਨਹੀਂ ਦੇ ਸਕਦੇ ਜੋ ਉਹਨਾਂ ਨੇ ਆਪਣੇ ਲਈ ਕੀਤਾ, ਜੋ ਉਹਨਾਂ ਨੇ ਕੀਤਾ ਸਾਡੇ ਲਈ। ਠੀਕ ਆ ਜੀ। ਫਿਰ ਉਸ ਤੋਂ ਬਾਅਦ ਫਿਰ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਨੂੰ, ਫਿਰ ਅਸੀਂ ਇਹ ਵੀ ਕਿਹਾ ਵੀ ਦੇਖੋ ਅਸੀਂ ਉਹਨਾਂ ਕਾਤਲਾਂ ਦੇ ਖਿਲਾਫ ਹੀ ਲੜਾਈ ਲੜਨਾ ਚਾਹੁੰਦੇ ਹਾਂ ਕਿ ਸਾਨੂੰ ਉਹਨਾਂ ਵਾਸਤੇ ਵਕੀਲ ਦਿਓ, ਕਿ ਅਸੀਂ ਉਹਨਾਂ ਦੇ ਖਿਲਾਫ ਹੀ ਲੜਾਈ ਲੜ ਕੇ ਅਸੀਂ ਉਹਨਾਂ ਨੂੰ ਸਜ਼ਾਵਾਂ ਵੀ ਦਿਵਾਉਣਾ ਚਾਹੁੰਦੇ ਹਾਂ, ਕਿ ਅਸੀਂ ਆਪਣੇ ਮੁੜ ਵਸੇਵੇ ਦੇ ਨਾਲ ਨਾਲ, ਆਪਣੇ ਬੱਚਿਆਂ ਨੂੰ ਪਾਲਣ ਦੇ ਨਾਲ ਨਾਲ ਅਸੀਂ ਉਹਨਾਂ ਭੈਣ ਭਰਾਵਾਂ ਦੇ ਵਾਸਤੇ ਵੀ ਲੜਨਾ ਚਾਹੁੰਦੇ ਹਾਂ ਜਿਹੜੇ ਸਾਡੇ ਵਿੱਚ ਨਹੀਂ ਹਨ ਜੀ। ਅਸੀਂ ਉਹਨਾਂ ਵਾਸਤੇ ਕੋਰਟ ਜਾਣਾ ਚਾਹੁੰਦੇ ਹਾਂ, ਸਾਨੂੰ ਬਾਦਲ ਸਾਹਿਬ ਵਕੀਲ ਦਿਓ। ਫਿਰ ਸਾਨੂੰ ਬਾਦਲ ਸਾਹਿਬ ਨੇ ਕਿਹਾ ਕਿ ਤੁਹਾਨੂੰ ਜਦੋਂ ਚਾਹੀਦੇ ਜਿੰਨੇ ਚਾਹੀਦੇ ਨੇ ਵੱਡੇ ਤੋਂ ਵੱਡੇ ਵਕੀਲ ਦੀ ਜਿਹੜੀ ਫੀਸ ਆ ਸੁਪਰੀਮ ਕੋਰਟ ਤੱਕ ਬਾਦਲ ਸਾਹਿਬ ਨੇ ਕਿਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਗੀ, ਔਰ ਉਹਨਾਂ ਨੇ ਦਿੱਤੀ ਹੈ, ਦੇ ਰਹੇ ਅੱਜ ਵੀ ਦੇ ਰਹੇ। ਇਸ ਗੱਲ ਲਈ SGPC ਦਾ ਦਿਲੋਂ ਧੰਨਵਾਦ ਆ ਕਿ ਉਹ ਇਹਨਾਂ ਕੇਸਾਂ ਦੀ ਪੈਰਵਾਈ ਕਰ ਰਹੇ ਨੇ ਖੁਦ ਆਪਣੇ ਬਜਟ 'ਤੇ। ਇਸ ਗੱਲ ਲਈ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਭੈਣ ਜੀ,
ਇਹ ਬੜਾ ਵੱਡਾ ਹਾਂਜੀ ਤੁਹਾਨੂੰ ਹੋਰ ਦੱਸਾਂ, ਜਿਹੜਾ ਇਹਨੇ ਸਾਡੀ ਲੀਲਾਮੀ ਸ਼ੁਰੂ ਕਰ ਦਿੱਤੀ, ਉਧਰ ਤੇ ਅਸੀਂ ਕੋਰਟ ਚਲੇ ਗਏ। ਇੱਧਰ ਅਸੀਂ ਬੈਠ ਕੇ ਸਾਡੇ ਪ੍ਰਧਾਨ ਸਰਦਾਰ ਸਰਜੀਤ ਸਿੰਘ ਜੀ, ਸ਼ਾਇਦ ਤੁਸੀਂ ਮਿਲੇ ਹੋ। ਹਾਂਜੀ ਮਿਲੇ ਆ ਜੀ, ਬਿਲਕੁਲ। ਇਹਨਾਂ ਦੀ ਬੜੀ ਵੱਡੀ ਸੇਵਾ ਹੈਗੀ ਆ। ਤੇ ਅਸੀਂ ਬੈਠ ਕੇ ਇੱਕ ਸਲਾਹ ਕੀਤੀ ਕਿ ਸਾਨੂੰ ਚਲੋ ਬਾਦਲ ਸਾਹਿਬ ਨੇ ਵਕੀਲ ਦੇ ਦਿੱਤਾ, ਅਸੀਂ ਕੋਰਟ ਚਲੇ ਗਏ, ਸਾਡੀ ਪ੍ਰਾਪਰਟੀਆਂ ਬਚ ਗਈਆਂ, ਪਰ ਇਹ ਤੇ ਕੱਲ੍ਹ ਦੇ ਦਿਨ ਸਾਡੇ ਲੋਕਾਂ ਨੂੰ ਪਰੇਸ਼ਾਨ ਕਰਨਗੇ ਬਹੁਤ ਜ਼ਿਆਦਾ। ਫਿਰ ਅਸੀਂ ਉਹਦੇ ਨਾਲ ਅਸੀਂ ਇੱਕ ਆਤਮਦਾਹ ਦਾ ਪ੍ਰੋਗਰਾਮ ਲਿਖਿਆ। ਅੱਜ ਸਵੇਰੇ ਵੀ PTC ਨਿਊਜ਼ ਤੇ ਆ ਰਹੀ ਸੀ, ਨਿਊਜ਼ ਆ ਰਹੀ ਸੀ, ਉਹਦੇ ਵਿੱਚ ਮੇਰਾ ਬੱਚਾ ਹੈਗਾ ਛੋਟਾ ਸਾਹਿਬ ਤੋਂ ਇੰਨਾ ਹੈਗਾ, ਉਹ ਮੇਰੇ ਪੇਟ ਨਾਲ ਚਿਪਟਿਆ ਪਿਆ, ਭਈ ਮੰਮੀ ਮੈਂ ਤੁਹਾਨੂੰ ਨਹੀਂ ਜਾਣ ਦਿੰਦਾ। ਕਿਉਂ? ਅਸੀਂ ਤੇ ਘਰੋਂ ਅਰਦਾਸ ਕਰਕੇ ਨਿਕਲੇ ਸੀਗੇ ਕਿ ਅਗਰ ਪਰਮਾਤਮਾ ਮੌਤ ਦੇ ਦੇਈ, ਪਰ ਕਿਤੇ ਸਾਡਾ ਮਨ ਨਾ ਡੋਲ ਜਾਵੇ। ਘਰ ਨੂੰ ਦੇਖ ਕੇ ਮੇਰਾ ਹਸਬੈਂਡ ਬੈੱਡ ਤੇ ਸੀਗਾ, ਮੇਰੇ ਨਿੱਕੇ ਨਿੱਕੇ ਬੱਚੇ ਮੈਂ ਛੱਡ ਕੇ ਗਈ ਸੀਗੀ। ਤੇ ਅਸੀਂ ਆਤਮਦਾਹ ਦਾ ਪ੍ਰੋਗਰਾਮ ਲਿਖ ਲਿਆ। ਫਿਰ ਅਸੀਂ ਅਕਾਲ ਤਖਤ ਸਾਹਿਬ ਤੇ ਗਏ, ਅਰਦਾਸ ਕੀਤੀ, ਉੱਥੇ ਫਿਰ ਅਸੀਂ ਪਰਚੀਆਂ ਪਾਈਆਂ। 5 ਬੀਬੀਆਂ ਨੇ ਆਤਮਦਾਹ ਕਰਨਾ ਸੀਗਾ, ਅਸੀਂ ਪਰਚੀਆਂ ਪਾਈਆਂ। ਔਰ ਤੁਸੀਂ ਇਹ ਦੇਖੋ, ਉਹਦੇ ਵਿੱਚ ਵੀ ਪਰਚੀ ਜਿਹੜੀ ਸਭ ਤੋਂ ਪਹਿਲੇ ਪਰਚੀ ਮੇਰੀ ਹੋਈ ਨਿਕਲੀ ਹੈ, ਮੇਰਾ ਹੀ ਨਾਮ ਸਭ ਤੋਂ ਪਹਿਲਾਂ, ਜਿਹੜੀ ਪਰਚੀ ਪਾਈ ਸੀ ਅਰਦਾਸ ਕਰਕੇ। ਹਾਂਜੀ ਜੀ ਜੀ ਜੀ। ਆਤਮਦਾਹ ਵਾਸਤੇ ਜਿਹੜਾ ਨਾਮ ਸਭ ਤੋਂ ਪਹਿਲੇ ਮੇਰਾ ਆਇਆ ਸੀ। ਅੱਛਾ ਜੀ, ਠੀਕ ਹੈ ਜੀ। ਮੈਂ ਉੱਥੇ ਫਿਰ ਅਰਦਾਸ ਕੀਤੀ ਆ, ਇਹ ਸੱਚੇ ਪਾਤਸ਼ਾਹ ਵੀ ਮੈਂ ਇਹਨਾਂ ਲੋਕਾਂ ਦੀ ਸੇਵਾ ਵਾਸਤੇ ਜਿਹੜਾ ਹੈਗਾ ਸਿਰ ਤੇ ਬੇੜਾ ਚੁੱਕਿਆ ਹੈਗਾ, ਵਾਹਿਗੁਰੂ ਇਹਦੇ ਵਿੱਚ ਮੈਂ ਡੋਲਾ ਨਾ, ਇਹਦੇ ਵਿੱਚ ਕਿਤੇ ਵੀ ਮੇਰਾ ਦਿਲ ਉਹ ਨਾ ਹੋ ਜਾਵੇ, ਘਬਰਾ ਨਾ ਜਾਵੇ, ਵੀ ਮੈਨੂੰ ਬੱਚੇ ਨਾ ਐਟ ਏ ਟਾਈਮ ਯਾਦ ਆ ਜਾਵਣ, ਜਾਂ ਆਪਣੇ ਹਸਬੈਂਡ ਦਾ ਤਾਂ ਉਹ ਹੋ ਜਾਵੇ ਭਈ ਕਿਵੇਂ ਪਿੱਛੋਂ ਇਹਨਾਂ ਦਾ ਕੀ ਹੋਏਗਾ। ਤੇ ਇਹਨਾਂ ਵਾਸਤੇ ਅਗਰ ਮੈਨੂੰ ਆਤਮਦਾਹ ਕਰਨਾ ਪਏਗਾ ਤੇ ਵਾਹਿਗੁਰੂ ਮੈਨੂੰ ਡੋਲਣ ਨਾ ਦੇਈ, ਸੱਚੇ ਪਾਤਸ਼ਾਹ ਆਪ ਹੀ ਆਪਣੇ ਚਰਨਾਂ ਵਿੱਚ ਲੈ ਜਾਈਂ। ਤੁਸੀਂ ਦੇਖੋ, ਅਸੀਂ ਫਿਰ ਉੱਥੋਂ ਦਰਬਾਰ ਸਾਹਿਬ ਤੋਂ ਨਿਕਲੇ, ਅਸੀਂ ਦੂਜੇ ਦਿਨ ਅਸੀਂ ਨਵਾਂ ਸ਼ਹਿਰ ਪਹੁੰਚੇ ਤੇ ਉੱਥੇ ਸਾਨੂੰ ਫਿਰ ਕੈਪਟਨ ਸਰਕਾਰ ਨੇ, ਉੱਥੇ ਪੁਲਿਸ, ਇੰਨੀ ਪੁਲਿਸ ਸੀਗੀ, ਮਤਲਬ ਇੱਥੋਂ ਉੱਥੇ ਤੱਕ ਨਾ 10 ਪੁਲਿਸ ਵਾਲੇ ਖੜੇ ਹੁੰਦੇ ਸਨ, ਇੰਨੀ ਮਤਲਬ ਪੁਲਿਸ ਲਾ ਦਿੱਤੀ ਸੀ ਕਿ ਸਾਰੇ ਪੰਜਾਬ ਦੀ ਛੱਡੋ, ਕਿਤੇ ਕਿ ਹੋ ਸਕਦਾ ਬਾਹਰੋਂ ਵੀ ਮੰਗਵਾ ਲਈ ਹੋਵੇ, ਇੰਨੀ ਪੁਲਿਸ ਸੀਗੀ ਸਾਡੇ ਵਾਸਤੇ ਲੱਗੀ। ਇਹਨਾਂ ਨੇ ਉੱਥੇ ਸਾਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ। ਉੱਥੇ ਇੱਕ ਕੋਈ ਸੀਗਾ, ਕੋਈ ਗੁਰਦੁਆਰਾ ਵੀ ਨਹੀਂ ਕਹਿ ਸਕਦੀ, ਕੋਈ ਧਾਰਮਿਕ ਸਥਾਨ ਹੀ ਸੀਗਾ, ਅਸੀਂ ਉਹਦੇ ਵਿੱਚ ਵੜ ਗਏ ਭਈ ਇੱਥੇ ਤੇ ਪੁਲਿਸ ਆਏਗੀ ਨਹੀਂ। ਫਿਰ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਸਾਨੂੰ ਅਰੈਸਟ ਕਰਨ ਦੀ। ਚਲੋ ਅਸੀਂ ਕਿਹਾ ਕੋਈ ਗੱਲ ਨਹੀਂ, ਅਸੀਂ ਅਰੈਸਟ ਵੀ ਹੋ ਜਾਵਾਂਗੇ। ਤੇ ਅਸੀਂ ਫਿਰ ਉਸ ਤੋਂ ਬਾਅਦ ਜਦੋਂ ਪ੍ਰੈਸ ਸਾਰੀ ਆ ਗਈ, ਫਿਰ ਉੱਥੇ ਮੈਂ ਆਪਣੇ ਤੇ 5 ਲੀਟਰ ਤੇਲ ਪਾਇਆ ਤੇ ਉਸ ਤਰ੍ਹਾਂ ਹੀ ਬਸ ਹਫ਼ਤਾ ਜਿਵੇਂ ਉਹਨਾਂ ਨੇ ਸਾਨੂੰ ਜਲਾਇਆ ਸੀ, ਗਲੇ ਦੇ ਵਿੱਚ ਟਾਇਰ ਪਾ ਲਏ। ਤੇ ਚਲੋ ਬੀਬੀਆਂ ਦੇਖੋ, ਮੈਂ ਹਰ ਇੱਕ ਤਾਂ ਨਹੀਂ ਕਹਿ ਸਕਦੀ, ਕਈ ਘਬਰਾ ਵੀ ਜਾਂਦੀਆਂ, ਪਰ ਮੈਨੂੰ ਵਾਹਿਗੁਰੂ ਨੇ ਸ਼ਕਤੀ ਦਿੱਤੀ ਹੋਈ ਹੈ। ਮੈਨੂੰ ਅੱਜ ਵੀ ਅਗਰ ਕੋਈ ਕਹੇ ਤੈਨੂੰ ਇਹਨਾਂ ਲੋਕਾਂ ਵਾਸਤੇ ਨਾ ਆਪਣੀ ਜਾਨ ਦੇਣੀ ਪਏਗੀ, ਮੈਂ ਹੱਸ ਕੇ ਦੇ ਜਾਊਂਗੀ। ਵਾਹਿਗੁਰੂ ਜੀ, ਮੈਂ ਇੱਕੋ ਹੀ ਮੌਕਾ ਮੰਗਾਂਗੀ ਕਿ ਮੈਨੂੰ ਅਰਦਾਸ ਕਰ ਲੈਣ ਨੂੰ, ਮੈਂ ਦੇ ਜਾਊਂਗੀ ਜਾਨ, ਮੈਨੂੰ ਕੋਈ ਉਹ ਨਹੀਂ ਹੈਗਾ। ਮੈਂ ਆਪਣੇ ਤੇ ਤੇਲ ਪਾ ਲਿਆ, ਅੱਗ ਲਾਉਣ ਲੱਗੀ ਤੇ DSP ਨੇ ਮੇਰੇ ਹੱਥ ਵਿੱਚੋਂ ਮਾਚਿਸ ਖੋਹਣ ਦੀ, ਔਰ ਇੰਨੀ ਕੋਸ਼ਿਸ਼ ਕੀਤੀ, 6 ਜਣੇ ਲੱਗੇ ਹੋਏ। ਫਿਰ ਮੇਰੇ ਪੈਰ ਦੇ ਉੱਪਰ ਇੱਥੇ ਬੂਟ ਤੇ ਅੱਡੀ ਰੱਖ ਕੇ ਉਹਨੇ ਪੈਰ ਮਿੱਧਿਆ ਤੇ ਮੇਰੀ ਨਾ ਮੁੱਠੀ ਖੁੱਲ ਗਈ ਤੇ ਮਾਚਿਸ ਖੋਹ ਲਈ ਉਹਨੇ। ਤੇ ਨਹੀਂ ਤੇ ਚਲੋ ਜੋ ਪਰਮਾਤਮਾ, ਉੱਥੇ ਉਹਨਾਂ ਨੇ ਫਿਰ ਉਹਨਾਂ ਨੂੰ ਝੁਕਣਾ ਪਿਆ। ਉਹਨਾਂ ਨੇ ਜਿਹੜੇ ਸਾਡੀ ਲੀਲਾਮੀ ਜਿਹੜੀ ਸ਼ੁਰੂ ਕੀਤੀ ਸੀ ਉਹ ਫੌਰੀ ਤੌਰ ਤੇ ਰੋਕੀ, ਔਰ ਫਿਰ ਕਿਹਾ ਕਿ ਤੁਹਾਡੇ ਜਿੰਨੇ ਫੈਸਲੇ ਅਕਾਲੀ ਸਰਕਾਰ ਨੇ ਕੀਤੇ ਨਾ ਅਸੀਂ ਲਾਗੂ ਕਰਾਂਗੇ, ਉਹ ਦਰੁਸਤ ਰਹਿਣਗੇ। ਠੀਕ ਹੈ, ਇੰਨੀ ਵੱਡੀ ਗੱਲ ਕਰਨ ਤੋਂ ਬਾਅਦ ਕਾਂਗਰਸ ਨੇ ਇਹ ਫੈਸਲਾ ਲਿਆ। ਉਸ ਤੋਂ ਬਾਅਦ ਫਿਰ ਵੀ ਉਹਨਾਂ ਨੇ ਲਾਗੂ ਨਹੀਂ ਕੀਤੇ। ਫਿਰ ਅਸੀਂ ਸਾਡੀ ਮੀਟਿੰਗ ਲਈ ਉਹਨਾਂ ਨੇ, ਅਸੀਂ ਮੀਟਿੰਗ ਵਿੱਚ ਉੱਥੇ ਗਏ ਤੇ ਜਦੋਂ ਅਸੀਂ ਉੱਥੇ ਗਏ ਉਹ ਕਹਿੰਦੇ ਜੀ ਤੁਸੀਂ ਸਾਨੂੰ ਥਾਂ ਜਾ ਕੇ ਇਲੈਕਸ਼ਨਾਂ ਵਿੱਚ ਖਾਸ ਕਰਕੇ ਤੁਸੀਂ ਸਾਡੇ ਖਿਲਾਫ ਜਾ ਕੇ ਬੋਲਦੇ ਹੋ। ਤੇ ਸਾਰੇ ਚੁੱਪ ਕਰਕੇ ਮੈਂ ਉਹਨਾਂ ਨੂੰ ਇਹ ਕਿਹਾ, ਮੁੱਖ ਮੰਤਰੀ ਸਾਹਿਬ ਨੂੰ, ਮੈਂ ਕਿਹਾ ਮੁੱਖ ਮੰਤਰੀ ਸਾਹਿਬ, ਮੈਂ ਕਿਹਾ ਇਹ ਸਭ ਤੋਂ ਵੱਡੀ ਦੋਸ਼ੀ ਮੈਂ ਹੈਗੀ ਹਾਂ ਜੀ ਤੁਹਾਡੀ। ਕਹਿੰਦੇ ਉਹ ਕਿਸ ਤਰ੍ਹਾਂ? ਮੈਂ ਕਿਹਾ ਮੈਂ ਹੀ ਬੋਲਦੀ ਹਾਂ। ਬਿਲਕੁਲ, ਮੈਂ ਜਾਂਦੀ ਹਾਂ, 50 ਬੀਬੀ ਦਾ ਜੱਥਾ ਮੈਂ ਲੈ ਕੇ ਜਾਂਦੀ ਹਾਂ, ਟੈਂਪੂਆਂ ਤੇ ਬੈਠ ਕੇ ਮੈਂ ਬੋਲਦੀ ਹਾਂ। ਤੇ ਟੈਂਪੂਆਂ ਦੇ ਆਸੇ ਪਾਸੇ ਜਿਹੜੇ ਵੱਡੇ ਵੱਡੇ ਬੈਨਰ ਲੱਗੇ ਹੁੰਦੇ ਆ ਨਾ, ਸਾਡੇ ਦਿੱਲੀ ਦੇ ਜਲਦੀਆਂ ਸਾਡੀਆਂ ਪ੍ਰਾਪਰਟੀਆਂ, ਸਾਡੇ ਭੈਣ ਭਰਾਵਾਂ ਦੀਆਂ ਲਾਸ਼ਾਂ ਝੁਲਸੀਆਂ ਹੋਈਆਂ, ਅੱਗਾਂ ਲੱਗੀਆਂ ਹੋਈਆਂ, ਮੈਂ ਕਿਹਾ ਉਹ ਵੀ ਸਭ ਕੁਝ ਮੈਂ ਤਿਆਰ ਕਰਵਾਉਣੀ ਹਾਂ, ਮੈਂ ਲਗਵਾਉਣੀ ਹਾਂ। ਤੇ ਕਹਿੰਦੇ ਫਿਰ ਤੁਹਾਨੂੰ ਇਹਦਾ ਮਤਲਬ ਤੁਹਾਨੂੰ ਕੋਈ ਸਪੋਰਟ ਕਰਕੇ ਅੱਗੇ ਭੇਜਦਾ? ਮੈਂ ਕਿਹਾ ਬਿਲਕੁਲ ਨਹੀਂ। ਮੈਂ ਕਿਹਾ ਇਸ ਚੀਜ਼ ਨੂੰ ਤੁਸੀਂ ਆਪਣੇ ਦਿਮਾਗ ਵਿੱਚ ਇਹ ਚੀਜ਼ ਨਾ ਸੋਚਿਓ ਕਿ ਸਾਨੂੰ ਕੋਈ ਸਰਕਾਰ ਭੇਜਦੀ ਆ, ਸਾਨੂੰ ਕੋਈ ਪਾਰਟੀ ਭੇਜਦੀ ਹੈ, ਜਾਂ ਅਸੀਂ ਕਿਸੇ ਪਾਰਟੀ ਦੇ ਕਹੇ ਤੇ ਅੱਗੇ ਤੁਰ ਜਾਵਾਂਗੇ। ਅਸੀਂ ਬਿਲਕੁਲ ਨਹੀਂ ਜਾਵਾਂਗੇ ਕਿਸੇ ਦੇ ਕਹੇ ਤੇ। ਮੈਂ ਕਿਹਾ ਮੈਨੂੰ ਉਦੋਂ ਜਦੋਂ ਤੁਹਾਨੂੰ ਇੱਕ ਸੀਟ ਵੀ ਤੁਹਾਡੀ ਹਾਰਦੀ ਆ ਨਾ ਸਾਡੇ ਜਾਏ ਤੇ ਮੈਨੂੰ ਬੜਾ ਸਕੂਨ ਮਿਲਦਾ। ਤੁਸੀਂ ਸਾਡੇ ਕਾਤਲ ਹੋ, ਯਾਦ ਆਉਂਦੀਆਂ ਨਾ
ਵੀ ਜਿਹੜੀਆਂ ਤੁਹਾਡੀ ਵਜ੍ਹਾ ਨਾਲ ਉੱਥੇ ਜਲੀਆਂ ਚੋਸੀਆਂ ਪਈਆਂ, ਤੁਸੀਂ ਸਾਡੇ ਕਾਤਲ ਹੋ, ਨਿਕਲਿਆ, ਤੁਸੀਂ ਸਾਡੇ ਕਾਤਲ। ਕਾਤਲ, ਠੀਕ। ਇਹ ਮੈਂ ਉਹਦੀ ਮੀਟਿੰਗ ਵਿੱਚ ਬੈਠ ਕੇ, ਉਹਦੇ ਦਫ਼ਤਰ ਵਿੱਚ ਬੈਠ ਕੇ ਇਹ ਗੱਲ ਕਹੀ ਸੀ। ਵਾਹ ਜੀ ਵਾਹ, ਠੀਕ ਹੈ। ਠੀਕ ਆ, ਫਿਰ ਚਲੋ ਉਹਨਾਂ ਨੇ ਸਾਡਾ ਕੀਤਾ ਵੀ ਕੁਛ ਨਹੀਂ, ਸਾਨੂੰ ਛੇੜਿਆ ਨਹੀਂ। ਹੁਣ ਇਹਨਾਂ ਨੇ ਸਾਨੂੰ ਤਕਰੀਬਨ ਦੇਖੋ 25-26 ਸਾਲਾਂ ਬਾਅਦ ਇਹਨਾਂ ਦਾ ਇੱਕ ਕੋਈ ਕਾਂਗਰਸੀ ਹੈਗੇ ਨੇ ਵਿੱਚ ਹਨ, ਉਹ ਵੀ ਉਜੜ ਕੇ ਆਏ ਹੋਏ 2-4 ਬੰਦੇ, ਜਿਹਨੂੰ ਕਹਿ ਲਓ ਵਿਕਾਊ ਬੰਦੇ, ਬਲੈਕਮੇਲਰ ਬੰਦੇ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ। ਉਹ ਕਾਂਗਰਸ ਸਰਕਾਰ ਨਾਲ ਮਿਲ ਗਏ, ਇਹਨਾਂ ਨੇ ਜਾ ਕੇ ਇੱਕ ਕਹਿ ਦਿੱਤਾ ਜੀ ਇਹ ਰੈੱਡ ਕਾਰਡ ਜਿਹੜੇ ਆ ਗਲਤ ਬਣੇ ਆ। ਅੱਛਾ। ਸਰਕਾਰਾਂ ਨੇ, ਅਸੀਂ ਬਾਦਲ ਸਾਹਿਬ ਨੂੰ ਕਿਹਾ, ਬਾਦਲ ਸਾਹਿਬ ਸਾਡੇ ਜਿਹੜੇ 84 ਵੀ ਲੋਕ ਆਏ ਕੁਛ ਰਹਿ ਗਏ ਵੀ ਜਿਨ੍ਹਾਂ ਦੇ ਰੈੱਡ ਕਾਰਡ ਨਹੀਂ ਬਣੇ। ਰੈੱਡ ਕਾਰਡ ਦਾ ਮਤਲਬ ਇਹ ਹੈਗਾ ਜੀ ਸਾਡਾ ਇੱਕ ਪਹਿਚਾਣ ਪੱਤਰ ਹੈਗਾ ਕਿ ਅਸੀਂ ਫਲਾਣੀ ਥਾਂ ਤੋਂ ਉਜੜ ਕੇ ਆਏ ਹਾਂ। ਬਸ ਉਦੋਂ ਸਾਨੂੰ ਇਹ ਨਹੀਂ ਸੀ ਪਤਾ ਸਾਨੂੰ ਕਿਤੇ 2 ਲੱਖ ਮਿਲੇਗਾ ਜਾਂ ਸਾਨੂੰ ਕੋਈ ਮਕਾਨ ਇੱਥੇ ਮਿਲੇਗਾ ਜਾਂ ਕੁਝ, ਇਹ ਸਾਨੂੰ ਕੁਛ ਨਹੀਂ ਸੀ ਪਤਾ। ਤੇ ਬਾਦਲ ਸਾਹਿਬ ਕਹਿੰਦੇ ਨਹੀਂ ਠੀਕ ਹੈ, ਤੁਹਾਡੀ ਜਾਇਜ਼ ਗੱਲ ਹੈਗੀ ਆ, ਤੁਹਾਡੀ ਪਹਿਚਾਣ ਹੋਣੀ ਚਾਹੀਦੀ ਆ ਵੀ ਕਿੰਨੇ ਬੰਦੇ ਕਿੱਥੋਂ ਉਜੜ ਕੇ ਆਏ। ਸਰਕਾਰਾਂ ਨੇ ਇਸ਼ਤਿਹਾਰ ਦੇ ਦਿੱਤਾ ਵੀ ਜਿਹੜੇ ਬੰਦੇ ਰਹਿ ਗਏ ਉਹ ਆਪਣੀਆਂ ਇੱਥੇ ਆ ਕੇ DC ਦਫ਼ਤਰ ਫਾਈਲਾਂ ਜਮ੍ਹਾਂ ਕਰੋ ਤੇ ਤੁਹਾਡੀਆਂ ਇਨਕੁਆਇਰੀਆਂ ਹੋ ਕੇ ਤੁਹਾਡੇ ਰੈੱਡ ਕਾਰਡ ਬਣਨਗੇ। ਹੁਣ ਜਦੋਂ ਅਸੀਂ ਫਾਈਲ ਜਮ੍ਹਾਂ ਕਰਦੇ ਸਾਂ, ਸਭ ਤੋਂ ਪਹਿਲੇ ਅਸੀਂ ਉਹ ਜਾ ਕੇ MLA ਤੋਂ ਤਸਦੀਕ ਕਰਵਾਉਂਦੇ ਸਾਂ ਕਿ ਅਸੀਂ ਇੱਥੇ ਰਹਿ ਰਹੇ ਹੈਗੇ ਹਾਂ, ਅਸੀਂ ਇੱਥੋਂ ਉਜੜ ਕੇ ਆਏ ਹਾਂ। MLA ਤੋਂ ਬਾਅਦ ਫਿਰ ਇੱਕ ਪਟਵਾਰੀ ਆਉਂਦਾ ਸੀ ਜੀ ਸਾਡੀ ਇਨਕੁਆਇਰੀ ਕਰਨ, ਫਿਰ ਤਹਿਸੀਲਦਾਰ ਆਉਂਦਾ ਸੀ, ਫਿਰ SDM ਆਉਂਦਾ ਸੀਗਾ, ਫਿਰ ਉਹ ਫਾਈਲਾਂ ਇੱਥੋਂ ਤਸਦੀਕ ਹੋ ਕੇ ਕਿ ਇਹਨਾਂ ਦੀ ਰਿਹਾਇਸ਼ ਹੈਗੀ ਆ, ਫਿਰ ਅੱਗੇ ਜਾਣੀਆਂ ਸਨ ਦਫ਼ਤਰ ਵਿੱਚ। 3 ਮੈਂਬਰੀ ਕਮੇਟੀ ਬਣੀ ਸੀ, ਫਿਰ 6 ਮੈਂਬਰੀ ਕਮੇਟੀ ਬਣੀ ਸੀ। ਉਹਨਾਂ ਸਾਰਿਆਂ ਕੋਲ ਸਾਡਾ ਇੱਕ ਪੇਪਰ ਚੈੱਕ ਹੁੰਦਾ ਸੀਗਾ। ਫਿਰ ਸਾਨੂੰ ਰੈੱਡ ਕਾਰਡ ਜਿਸ ਦਿਨ ਇਸ਼ੂ ਹੁੰਦੇ ਸਨ, ਫਿਰ ਸਾਡੇ ਜਿਹੜੇ ਅਸਲੀ ਪੇਪਰ ਸਨ ਉਹ ਚੈੱਕ ਕਰਕੇ DC ਸਾਹਿਬ ਸਾਨੂੰ ਰੈੱਡ ਕਾਰਡ ਇਸ਼ੂ ਕਰਦੇ ਸਨ। ਉਹਨਾਂ ਲੋਕਾਂ ਨੇ ਜਾ ਕੇ ਕਹਿ ਦਿੱਤਾ ਇਹ ਰੈੱਡ ਕਾਰਡ ਜਿਹੜੇ ਹੈਗੇ ਗਲਤ ਬਣੇ ਆ। ਸਰਕਾਰ ਨੇ ਸਾਡੇ ਤਕਰੀਬਨ 135 ਰੈੱਡ ਕਾਰਡ ਕੈਂਸਲ ਕਰ ਦਿੱਤੇ। ਕਾਂਗਰਸ ਸਰਕਾਰ ਨੇ? ਹਾਂ, ਕਾਂਗਰਸ ਸਰਕਾਰ ਨੇ। ਕੈਂਸਲ ਕਰਨ ਦਾ ਮਤਲਬ ਇਹ ਕਿ ਉਹਨਾਂ ਲੋਕਾਂ ਕੋਲੋਂ, ਮੰਨ ਲਓ ਮੈਂ ਬੈਠੀ ਹਾਂ, ਮੇਰੇ ਕੋਲੋਂ ਮੇਰੀ ਛੱਤ ਵੀ ਗਈ, ਅਗਰ ਮੈਨੂੰ ਕੋਈ ਬੂਥ ਮਿਲਿਆ ਮੇਰਾ ਉਹ ਵੀ ਗਿਆ, ਮੈਂ 2 ਲੱਖ ਵੀ ਵਾਪਸ ਦੇਵਾਂਗੀ ਤੇ ਪਲੱਸ ਮੇਰੇ ਤੇ ਪਰਚਾ ਵੀ ਹੋਏਗਾ। ਨਹੀਂ, ਇਹ ਐਡਾ ਵੱਡਾ ਧੱਕਾ ਕਿਉਂ ਹੈ? ਬਸ ਇਹਦਾ ਵੱਡਾ ਧੱਕਾ ਹੈ, ਅਸੀਂ ਸਿੱਖ ਹਾਂ। ਨਹੀਂ, ਇਹ ਤਾਂ ਪੱਕੀ ਗੱਲ ਹੈ ਨਾ ਕਿ ਅਸੀਂ ਉੱਥੋਂ ਉਜੜ ਕੇ ਆਏ ਹਾਂ, ਸਾਡੇ ਨਾਲ ਧੱਕਾ ਹੋਇਆ, ਸਾਡਾ ਰਿਹਾ ਕੁਝ ਨਹੀਂ ਹੈਗਾ। ਕੌਣ ਇਦਾਂ ਐਡਾ ਵੱਡਾ ਕਰ ਲੂਗਾ ਵੀ ਮੇਰੇ ਜੀ ਮਾਰ ਗਏ ਤੇ ਮੈਨੂੰ ਰੈੱਡ ਕਾਰਡ ਦਿਓ? ਫਿਰ ਮੈਂ ਕੈਪਟਨ ਸਾਹਿਬ ਦੀ ਕੋਠੀ ਅੱਗੇ ਗਈ, ਮੈਂ ਉੱਥੇ ਜਾ ਕੇ ਉਹਨਾਂ ਨੂੰ ਇਹ ਕਿਹਾ, ਮੈਂ ਕਿਹਾ ਭਈ ਤੁਸੀਂ ਇਹ ਦੱਸੋ ਇਹ ਰੈੱਡ ਕਾਰਡ ਬਣਾਏ ਤੁਹਾਡੇ ਅਫਸਰਾਂ ਨੇ, ਸਾਡੇ ਕੋਲੋਂ ਐਪਲੀਕੇਸ਼ਨਾਂ ਮੰਗੀਆਂ, ਸਾਡੇ ਕੋਲ ਜੋ ਪੇਪਰ ਸਨ ਅਸੀਂ ਦੇਤੇ, ਉਹਨਾਂ ਨੇ ਇਨਕੁਆਇਰੀ ਕੀਤੀ, ਵੀ ਚੈੱਕ ਕਰਵਾ ਦਿੱਤੇ, ਉਹਨਾਂ ਨੇ ਇਨਕੁਆਇਰੀਆਂ ਕਰ ਲਈਆਂ, 10-10 ਵਾਰੀ ਇਨਕੁਆਇਰੀਆਂ ਕਰਕੇ ਰੈੱਡ ਕਾਰਡ ਸਾਨੂੰ ਜਾਰੀ ਕੀਤੇ। ਆਈ ਤੁਹਾਡੀ ਸਰਕਾਰ ਕਹਿੰਦੀ ਆ ਕਿ ਇਹ ਰੈੱਡ ਕਾਰਡ ਜਿਹੜੇ ਗਲਤ ਬਣੇ ਆ। ਪਹਿਲੇ ਅਕਾਲੀ ਸਰਕਾਰ ਵਿੱਚ ਮਤਲਬ ਫਾਈਲ ਜਿਹੜੀ ਕਿਸੇ ਨੇ ਦਾਖਲ ਕੀਤੀ ਸੀ, ਹਾਂਜੀ, ਤੇ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਉਦੋਂ ਉਹਨਾਂ 3 ਅਫਸਰਾਂ ਨੇ, ਇੱਕ ਕਮਿਸ਼ਨਰ ਨੇ, ਪਟਿਆਲਾ ਕਮਿਸ਼ਨਰ ਨੇ, ਇੱਕ ਲੁਧਿਆਣਾ DC ਨੇ, ਇੱਕ FCR ਨੇ, ਇਹਨਾਂ 3 ਅਫਸਰਾਂ ਦੇ ਐਫੀਡੇਵਿਟ ਲੱਗੇ ਦੇ ਆ ਇਹ ਅਕਾਲੀ ਸਰਕਾਰ ਦੇ ਟਾਈਮ ਤੇ ਕੋਰਟ ਦੇ ਵਿੱਚ ਕਿ ਇਹ ਜਿਹੜੇ ਰੈੱਡ ਕਾਰਡ ਹੈਗੇ ਆ ਇਹ ਸਰਕਾਰ ਦੀ ਪਾਲਿਸੀ ਵਿੱਚ ਬਣੇ ਆ ਔਰ ਬਿਲਕੁਲ ਪ੍ਰੋਪਰ ਤਰੀਕੇ ਨਾਲ ਬਣੇ ਆ, ਇਹ ਗਲਤ ਨਹੀਂ ਹੈਗੇ ਆ। ਔਰ ਉਹਨਾਂ ਐਫੀਡੇਵਿਟਾਂ ਨੂੰ ਵੀ ਇਹਨਾਂ ਨੇ ਛਿੱਕੇ ਟੰਗ ਕੇ ਤੇ ਸਾਡੇ 135 ਰੈੱਡ ਕਾਰਡ ਜਿਹੜੇ ਹੈਗੇ ਕੈਂਸਲ ਕਰ ਦਿੱਤੇ। ਫਿਰ ਅਸੀਂ ਉੱਥੇ ਗਏ, ਅਸੀਂ ਜਾ ਕੇ ਬੜਾ ਰੌਲਾ ਪਾਇਆ, ਪ੍ਰੈਸ ਨੇ ਸਾਡਾ ਬੜਾ ਸਾਥ ਦਿੱਤਾ। ਅਸੀਂ ਕਿਹਾ ਭਈ ਇਹ ਤਾਂ ਅੱਜ ਤੱਕ ਨਹੀਂ ਆਪਣੇ ਨਾਲ ਮੁੜ ਰਹੇ, ਇੰਨਾ ਸਾਡਾ ਨੁਕਸਾਨ ਕਰਕੇ ਇਹਨੇ ਪੰਜਾਬ ਕਾਂਗਰਸ ਹੋਰ ਆ ਜੀ, ਇੰਜ ਜੀ, ਨਾ ਸਾਡੇ ਨਾਲ ਅੱਜ ਵੀ ਬਦਲੇ ਦੀ ਭਾਵਨਾ ਵਾ। ਸਾਨੂੰ ਹਰ ਜਗ੍ਹਾ ਤੇ ਤੰਗ ਕੀਤਾ ਜਾਂਦਾ, ਅਸੀਂ ਦਫ਼ਤਰਾਂ ਵਿੱਚ ਜਾਂਦੇ ਹਾਂ, ਸਾਨੂੰ ਅਫਸਰ ਬਦਲੇ ਦੀ ਭਾਵਨਾ ਨਾਲ ਦੇਖਦੇ, ਸਾਨੂੰ ਅਫਸਰ ਵੀ ਠੀਕ ਤਰੀਕੇ ਨਾਲ ਡੀਲ ਨਹੀਂ ਕਰਦੇ, ਸਾਡੀ ਇੱਜ਼ਤ ਨਹੀਂ ਕਰਦੇ, ਜਦ ਕਿ ਅਸੀਂ ਵੀ ਇੱਜ਼ਤਦਾਰ ਹੈਗੇ ਹਾਂ, ਸਾਡੇ ਵੀ ਵੱਡੇ ਵੱਡੇ ਕਿਉਂ ਨਹੀਂ, ਅਸੀਂ ਵੀ ਆਪਣੇ ਘਰਾਂ ਵਿੱਚ ਖਾਂਦੇ ਪੀਂਦੇ ਲੱਖਾਂ ਕਰੋੜਾਂ ਦੇ ਅਸੀਂ ਉੱਥੇ ਮਾਲਕ, ਉਜੜ ਕੇ ਅਸੀਂ ਆ ਗਏ, ਪਰ ਇੱਥੇ ਵੀ ਆ ਕੇ ਅਸੀਂ ਕਿਸੇ ਤੋਂ ਮੰਗਿਆ ਨਹੀਂ ਆ, ਅਸੀਂ ਮਿਹਨਤ ਕੀਤੀ ਹੈ ਤੇ ਖਾਧਾ। ਤੇ ਮਿਹਨਤ ਕਰਨ ਵਾਲਾ ਬੰਦਾ ਅਗਰ ਬੇਇੱਜ਼ਤ ਹੈਗਾ ਤੇ ਫਿਰ ਮੈਂ ਕਹਿੰਦੀ ਹਾਂ ਫਿਰ ਉਸ ਤੋਂ ਅੱਗੇ ਕੁਝ ਰਹਿ ਹੀ ਨਹੀਂ ਜਾਂਦਾ ਸਾਡੇ ਸਾਹਮਣੇ। ਫਿਰ ਮੈਂ ਉੱਥੇ ਰੌਲਾ ਪਾਇਆ,
ਇਹਨਾਂ ਨੇ ਉੱਥੇ ਪੁਲਿਸ ਬੁਲਾ ਲਈ, ਪਾਣੀ ਦੀਆਂ ਗੱਡੀਆਂ ਬੁਲਾ ਲਈਆਂ, ਆਂਸੂ ਗੈਸ ਦੀਆਂ ਗੱਡੀਆਂ। ਮੈਂ ਕਿਹਾ ਜੋ ਕਰਨਾ ਕਰ ਹੀ ਲਓ, ਅੱਜ ਗੋਲੀ ਮਾਰ ਹੀ ਦਿਓ। ਮੈਂ ਕਿਹਾ ਸਾਡੀਆਂ ਫਾਈਲਾਂ ਤੇ ਲਿਖ ਦਿਓ ਕਿ ਅਸੀਂ 84 ਵਿੱਚ ਉੱਜੜ ਕੇ ਨਹੀਂ ਆਏ, ਸਾਡਾ ਕਤਲੇਆਮ ਨਹੀਂ ਹੋਇਆ। ਮੈਂ ਕਿਹਾ ਲਿਖ ਦਿਓ, ਅਸੀਂ ਚਲੇ ਜਾਵਾਂਗੇ ਵਾਪਸ। ਪਰ ਇਸ ਤਰ੍ਹਾਂ ਨਹੀਂ ਜਾਂਦੇ, ਮੈਂ ਝੂਠੇ ਪੈ ਕੇ ਨਹੀਂ ਜਾਂਦੇ। ਸਾਡੇ ਤੇ ਝੂਠਾ ਇਲਜ਼ਾਮ ਲੱਗ ਰਿਹਾ, ਸਾਡੇ ਲੋਕਾਂ ਤੇ ਲੱਗ ਰਿਹਾ। ਪਰ ਤੁਸੀਂ ਇਹ ਕਹਿ ਰਹੇ ਹੋ ਸਾਡਾ ਕਤਲ ਹੀ ਨਹੀਂ ਹੋਇਆ। ਫਿਰ ਉਹਨਾਂ ਨੇ ਜਾ ਕੇ ਉਹ ਇਨਕੁਆਰੀਆਂ ਹਜੇ ਤਕਰੀਬਨ ਮਤਲਬ ਠੰਡੇ ਬਸਤੇ ਵਿੱਚ ਪਾ ਦਿੱਤੀਆਂ, ਹੋਇਆ ਕੁਛ ਵੀ ਨਹੀਂ। ਮੈਂ ਲਗਾਤਾਰ ਚੰਨੀ ਸਾਹਿਬ ਦੇ ਨਾਲ, ਹੁਣੇ ਮੁੱਖ ਮੰਤਰੀ ਬਣਿਆ, ਮੈਂ ਇਹਦੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ। ਮੈਂ ਰੋਜ਼ ਇਹਨੂੰ ਆਪਣੇ ਉਹ 'ਤੇ ਟਵਿੱਟਰ 'ਤੇ ਟਵੀਟ ਕਰਕੇ ਭੇਜ ਰਹੀ ਹਾਂ, ਰੋਜ਼ ਮੈਸੇਜ ਭੇਜ ਰਹੀ ਹਾਂ ਕਿ ਸਾਨੂੰ ਟਾਈਮ ਦੇ। ਤੂੰ ਕਹਿੰਦੇ ਮੈਂ ਆਮ ਬੰਦਾ ਵਾਂ, ਮੈਂ ਪਬਲਿਕ ਨੂੰ ਮਿਲਦਾ ਵਾਂ। ਅਗਰ ਤੂੰ ਆਮ ਬੰਦਾ ਹੈਗੇ, ਅਸੀਂ ਵੀ ਆਮ ਬੰਦੇ ਹੈਗੇ ਹਾਂ, ਸਾਡੀ ਤਕਲੀਫ ਤੇ ਸੁਣੋ, ਸਾਡੀ ਪਰੇਸ਼ਾਨੀ। ਅਜੇ ਤੱਕ ਉਹਨਾਂ ਵੱਲੋਂ ਕੋਈ ਮੈਸੇਜ ਨਹੀਂ ਆਇਆ। ਕੋਈ ਨਹੀਂ, ਉਹਨਾਂ ਤੱਕ ਤੁਹਾਡੀ ਆਵਾਜ਼ ਜ਼ਰੂਰ ਪਹੁੰਚੂਗੀ। ਤੇ ਮੈਨੂੰ ਉਮੀਦ ਹੈ ਕਿ ਜਿਹੜੇ ਚਰਨਜੀਤ ਸਿੰਘ ਚੰਨੀ ਨੇ ਉਹ ਤੁਹਾਨੂੰ ਸਮਾਂ ਜ਼ਰੂਰ ਦੇਣਗੇ। ਜਿਹੜੀ ਉਹਨਾਂ ਨੇ ਗੱਲ ਕਹੀ ਆ, ਜੇ ਉਸ ਆਪਣੀ ਗੱਲ 'ਤੇ ਖਰੇ ਨਹੀਂ ਉਤਰਦੇ ਤਾਂ ਫਿਰ ਬਹੁਤ ਵੱਡਾ ਧੋਖਾ ਹੋਊਗਾ ਲੋਕਾਂ ਦੇ ਨਾਲ। ਕਿਉਂਕਿ ਪਿਛਲੀ ਜਿਹੜੀ ਕਾਂਗਰਸ ਦੀ ਲੀਡਰ ਰਹੇ ਨੇ, ਉਹਨਾਂ ਸਾਰਿਆਂ ਨੇ ਇਹਨਾਂ ਪਰਿਵਾਰਾਂ ਦੀ ਜ਼ਬਾਨੀ ਜਿਹੜੀ ਗੱਲ ਇਹਨਾਂ ਨੇ ਕਹੀ ਹੈ, ਸਾਡੇ ਵੱਲੋਂ ਕੋਈ ਗੱਲ ਨਹੀਂ। ਇਹਨਾਂ ਨੇ ਖੁਦ ਕਿਹਾ ਕਿ ਕਾਂਗਰਸ ਨੇ ਸਾਡੇ ਨਾਲ ਕੀ ਕੀਤਾ। ਜੋ ਸੱਚਾਈ ਆ ਉਹ ਇਹਨਾਂ ਨੇ ਤੁਹਾਡੇ ਸਾਹਮਣੇ ਰੱਖੀ ਆ, ਸਾਰੀ ਕੌਮ ਦੇ ਸਾਹਮਣੇ ਰੱਖੀ ਆ। ਇਹ ਗੱਲਾਂ ਨੂੰ ਧਿਆਨ 'ਚ ਰੱਖਿਓ ਕਿ ਕਾਂਗਰਸ ਅੱਜ ਵੀ ਖੂਨੀ ਪੰਜੇ ਵਰਗੀ ਆ, ਜਿਹੜੀ ਕਿ ਇਹਨਾਂ ਪਰਿਵਾਰਾਂ ਦੇ ਛੱਤ ਖੂਨ ਨੂੰ ਫਿਰਦੀ ਆ। ਇਹਨਾਂ ਦੀ ਜਿਹੜੀ ਅਸਲੀ ਆਇਡੈਂਟੀਟੀ ਆ ਉਹ ਖੂਨ ਨੂੰ ਫਿਰਦੀ ਆ। ਕੇਸ ਲੜੇ ਗਏ ਨੇ, ਆਪਣੇ ਆਪ ਨੂੰ ਪ੍ਰੂਵ ਕਰਨ ਲਈ ਦਫ਼ਤਰਾਂ ਦੇ ਧੱਕੇ ਖਾਧੇ ਗਏ ਨੇ। ਇਦੋਂ ਵੱਧ ਬਦਕਿਸਮਤ ਕੀ ਹੋ ਸਕਦੀ ਆ। ਸੋ ਭੈਣ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਗੱਲ ਕੀਤੀ ਆ। ਕਿਉਂਕਿ ਇਹ ਜਿਹੜਾ ਦੁੱਖ ਹੈ, ਦਰਦ ਆ, ਇਹ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ। ਪਰ ਇੱਕ ਗੱਲ ਯਾਦ ਰੱਖਿਓ, ਜਿਹੜੇ ਲੋਕ ਸਾਨੂੰ 9 ਮਾਸ ਦੇ ਰਿਸ਼ਤੇ ਦੀ ਗੱਲ ਕਰਦੇ ਨੇ, ਉਹ ਲੋਕ ਇਹ ਇੰਟਰਵਿਊ ਜ਼ਰੂਰ ਸੁਣਿਓ। ਅਤੇ ਤੁਸੀਂ ਸਾਨੂੰ ਇਹ ਗੱਲ ਦੱਸਿਓ ਕਿ ਸਾਡੇ ਕੋਲ, ਪੰਜਾਬ ਦੇ ਲੋਕਾਂ ਕੋਲ ਹੋਰ ਕਿਹੜਾ ਚਾਰਾ ਰਹਿ ਜਾਂਦਾ ਕਿ ਅਸੀਂ ਇਸ ਮੁਲਕ ਦੇ ਨਾਲ ਰਹੀਏ। ਇਹ ਲੋਕਾਂ ਦੀ ਆਵਾਜ਼ ਆ ਕਿ ਉਹ ਇਸ ਮੁਲਕ ਨੂੰ ਆਪਣਾ ਕਿਉਂ ਕਹਿਣ। ਇਹ ਸਵਾਲ ਆ ਸਾਡਾ, ਇਹ ਸਾਨੂੰ ਦੱਸੋ ਜ਼ਰੂਰ ਕਿ ਸਾਡੇ ਕੋਲ ਕਿਹੜੀ ਸਾਡੇ ਕੋਲ ਗੁੰਜਾਇਸ਼ ਰਹਿ ਜਾਂਦੀ ਆ ਕਿ ਅਸੀਂ ਇਹ ਕਹੀਏ ਕਿ ਇਹ ਵਤਨ ਸਾਡਾ ਆ, ਇਹ ਤਿਰੰਗਾ ਸਾਡਾ ਆ। ਕਿਹੜੀ ਸਾਡੇ ਕੋਲ ਆਪਸ਼ਨ ਹੈ ਜਿਹੜੀ ਆਪਸ਼ਨ ਨੂੰ ਅਸੀਂ ਇਹ ਕਹਿ ਸਕੀਏ ਵੀ ਦੇਸ਼ ਸਾਡਾ ਆ। ਸੋ ਇੰਨੀਆਂ ਹੀ ਜਿਹੜੀਆਂ ਬੇਨਤੀਆਂ ਨੇ ਪ੍ਰਵਾਨ ਕਰਨਾ ਭੈਣ ਜੀ ਦੇ ਨਾਲ। ਅਸੀਂ ਜਿਹੜਾ ਇਹ ਦੁੱਖ ਦਰਦ ਵੰਡਾਉਣ ਵਾਸਤੇ ਆਏ ਹਾਂ, ਸਾਰੀ ਕੌਮ ਨੂੰ ਇਹਨਾਂ ਦੀ ਜਿਹੜੀ ਆਵਾਜ਼ ਆ ਉਹ ਸੁਣਨ, ਫੈਸਲਾ ਕਰਨ ਕਿ ਅਸੀਂ ਕਿੱਥੇ ਖੜੇ ਹਾਂ ਤੇ ਅੱਜ ਵੀ ਉਹ ਸਰਕਾਰਾਂ ਕਿੱਥੇ ਖੜੀਆਂ ਨੇ। ਇੰਨੀਆਂ ਹੀ ਬੇਨਤੀਆਂ ਕਰਦਾ ਖਿਮਾ ਦਾ ਜਾਜਕਾਂ। ਤੁਸੀਂ ਜੁੜੇ ਰਹੋ ਗੁਰਬਾਣੀ ਅਖੰਡ ਬਾਣੀ ਚੈਨਲ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।